ਸਤਿ ਸ਼੍ਰੀ ਅਕਾਲ ਜੀ। ਹਮਦਰ ਟੀਵੀ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਮੈਂ ਹਾਂ ਤਰਨਜੀਤ ਕੌਰ ਘੁੰਮਣ ਤੇ ਤੁਸੀਂ ਦੇਖ ਰਹੇ ਹੋ ਕਿ ਟੋਰਾਂਟੋ ਸਮੇਂ ਮੁਤਾਬਿਕ 6 ਵੱਜ ਚੁੱਕੇ ਨੇ ਤੇ ਜਾਰੀ ਹੈ ਜੀ ਪ੍ਰੋਗਰਾਮ ਨਿਊਜ਼ ਐਂਡ ਵਿਊਜ਼। ਤੇ ਅੱਜ ਪ੍ਰੋਗਰਾਮ ਦੇ ਵਿੱਚ ਕੁਝ ਅਹਿਮ ਗੱਲਾਂ ਉੱਤੇ ਵਿਚਾਰ ਕਰਾਂਗੇ ਤੇ ਕੁਝ ਪ੍ਰਮੁੱਖ ਮੁੱਦੇ ਵੀ ਚੁੱਕੇ ਜਾਣਗੇ। ਤੁਹਾਡਾ ਕੋਈ ਸਵਾਲ ਹੈ, ਤੁਹਾਡੇ ਕੋਈ ਵਿਚਾਰ ਨੇ, ਪ੍ਰੋਗਰਾਮ ਵਿੱਚ ਲਾਈਵ ਜੁੜ ਸਕਦੇ ਹੋ। ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰਾਂਗੇ ਸਾਡੇ ਸਹਿਯੋਗੀ ਮਨਗਿਰ ਨਾਚੀ ਦਾ। ਬਹੁਤ-ਬਹੁਤ ਸਵਾਗਤ ਹੈ ਸਰ। ਸਾਰੇ ਦਰਸ਼ਕਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਜੀ। ਤੇ ਆਪਣੇ ਦਰਸ਼ਕਾਂ ਨੂੰ ਥੋੜੀ ਜਿਹੀ ਜਾਣਕਾਰੀ ਦੇ ਦਈਏ ਅੱਜ ਅਸੀਂ ਕਿੰਨਾ ਮੁੱਦਿਆਂ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਭਾਰਤ ਸਰਕਾਰ ਨੇ ਵਿਦੇਸ਼ਾਂ ਵਿੱਚ ਫਸੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਇੱਕ ਉਪਰਾਲਾ ਕੀਤਾ ਹੈ ਜਿਸ ਨੂੰ ਕਿ ਵੰਦੇ ਮਾਤਰਮ ਮਿਸ਼ਨ ਦਾ ਨਾਮ ਦਿੱਤਾ ਗਿਆ ਹੈ। ਤੇ ਤੁਹਾਨੂੰ ਦੱਸ ਦਈਏ ਕਿ 12 ਮੁਲਕਾਂ ਤੋਂ ਜਿਹੜੇ ਆ ਵਿਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਏਅਰ ਇੰਡੀਆ ਦੇ ਵੱਲੋਂ ਬੁਕਿੰਗਸ ਜਿਹੜੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ। ਇਹਦੇ ਬਾਰੇ ਵਿੱਚ ਤੁਸੀਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਸਾਨੂੰ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਭਾਰਤ ਵੱਲੋਂ ਕੁਝ ਵਿਦੇਸ਼ੀ ਨਾਗਰਿਕਾਂ ਦੇ ਜਿਹੜੇ ਵੀਜ਼ਾਸ ਨੇ ਉਹ ਰੱਦ ਕਰ ਦਿੱਤੇ ਗਏ ਨੇ। ਨਾਲ ਹੀ ਨਾਲ ਹੁਣ OCI ਕਾਰਡ ਧਾਰਕ ਵੀ ਕੁਝ ਸਮੇਂ ਲਈ ਭਾਰਤ ਵਿੱਚ ਨਹੀਂ ਜਾ ਸਕਣਗੇ। ਅਮਰੀਕਾ ਦੇ ਵਿੱਚ ਇੱਕ ਸਿੱਖ ਡਾਕਟਰ ਦਾ ਸਨਮਾਨ ਕੀਤਾ ਗਿਆ ਹੈ। ਹੁਣ ਇੱਕ ਹੋਰ ਲੇਟੈਸਟ ਨਿਊਜ਼ ਆ ਰਹੀ ਹੈ ਕਿ ਹੁਣ ਡੌਗਸ ਦੇ ਰਾਹੀਂ ਯਾਨੀ ਕਿ ਕੁੱਤਿਆਂ ਦੇ ਰਾਹੀਂ ਕਰੋਨਾ ਵਾਇਰਸ ਦੇ ਟੈਸਟ ਕੀਤੇ ਜਾਣਗੇ। ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਦੀ ਫੈਡਰਲ ਸਰਕਾਰ ਨੇ ਐਸੈਂਸ਼ੀਅਲ ਵਰਕਰਸ ਯਾਨੀ ਕਿ ਜਿਹੜੇ ਜ਼ਰੂਰੀ ਕਾਮੇ ਨੇ ਉਹਨਾਂ ਦੇ ਮਿਹਨਤਾਨੇ ਨੂੰ ਹੋਰ ਵਧਾਉਣ ਲਈ ਜਿਹੜੀਆਂ ਟੈਰੀਟਰੀਜ਼ ਨੇ ਤੇ ਜਿਹੜੀਆਂ ਪ੍ਰੋਵਿੰਸ਼ੀਅਲ ਸਰਕਾਰਾਂ ਨੇ ਉਹਨਾਂ ਨੂੰ 3 ਬਿਲੀਅਨ ਡਾਲਰ ਦੀ ਜਿਹੜੀ ਆ ਹੋਰ ਫੰਡਿੰਗ ਦਿੱਤੀ ਹੈ। ਸੋ ਅਜਿਹੇ ਕਈ ਹੋਰ ਮੁੱਦੇ ਵੀ ਅਸੀਂ ਵਿਚਾਰਾਂਗੇ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਏਅਰਲਾਈਨਸ ਨੂੰ ਲੈ ਕੇ, ਕਿਉਂਕਿ ਬਹੁਤ ਸਾਰੇ ਜਿਹੜੇ ਵਿਦੇਸ਼ਾਂ ਵਿੱਚ ਭਾਰਤੀ ਨਾਗਰਿਕ ਫਸੇ ਹੋਏ ਸਨ। ਜੀ ਨਾਚੀ, ਇਸ ਵੇਲੇ ਏਅਰਲਾਈਨਸ ਨੂੰ ਲੈ ਕੇ ਜੋ ਵੱਖ-ਵੱਖ ਮੁਲਕਾਂ ਤੋਂ ਤੁਰਨੀਆਂ ਨੇ ਏਅਰ ਇੰਡੀਆ ਦੇ ਆਪਣੇ ਨਾਗਰਿਕਾਂ ਨੂੰ ਲੈ ਕੇ ਵਾਪਸ ਆਉਣਾ, ਉਹਦੇ ਬਾਰੇ ਵਿੱਚ ਥੋੜੀ ਜਿਹੀ ਜਾਣਕਾਰੀ ਜ਼ਰੂਰ ਦਿਓ ਸਾਡੇ ਦਰਸ਼ਕਾਂ ਨੂੰ। ਸਰ ਨੇ ਬਹੁਤ ਵਧੀਆ ਗੱਲ ਕੀਤੀ ਆ। ਜਿਹੜੀ ਇੰਡੀਆ ਨੇ ਆਪਣੇ ਜਿਹੜੇ ਉਹਨਾਂ ਦੇ ਫਸੇ ਹੋਏ ਨੇ ਜਿੰਨੇ ਵੀ ਉਹਨਾਂ ਦੇ ਸਿਟੀਜ਼ਨ ਨੇ ਈਵਨ US ਦੇ ਵਿੱਚ ਵਾਪਸ ਜਾ ਰਹੇ ਨੇ। ਹਲੇ ਕੈਨੇਡਾ ਮੈਨੂੰ ਸਮਝ ਆਉਂਦੀ ਕੈਨੇਡਾ ਪਿੱਛੇ ਕਿਉਂ ਰੱਖਿਆ ਗਿਆ। US ਦੇ ਵਿੱਚ ਵੀ ਇਹ ਹੋ ਗਿਆ ਕਿ ਉਹਨਾਂ ਨੇ ਕੀ ਜਾਣੇ ਨੇ। ਔਰ ਜਿਹੜਾ ਕਿਰਾਇਆ ਬੜਾ, ਜੇ ਆਪਾਂ ਕੰਪੈਰੀਜ਼ਨ ਕਰੀਏ ਕਿ ਆਪਾਂ ਕੈਨੇਡਾ ਦੇ ਨਾਲ ਕੰਪੈਰੀਜ਼ਨ ਕਰੀਏ ਤਾਂ ਉਹਨਾਂ ਦਾ ਕਿਰਾਇਆ ਵੀ ਤਕਰੀਬਨ $1900 ਦੇ ਨੇੜੇ ਹੋਏਗਾ। ਜਿਹੜੇ US ਦੇ ਵਿੱਚੋਂ ਜਾਣੇ ਨੇ, ਮੈਂ ਕੈਨੇਡੀ ਡਾਲਰ ਦੇ ਵਿੱਚ ਦੱਸਿਆ, ਤੇ ਜਿਹੜੇ ਯੂਰਪ ਦੇ ਵਿੱਚੋਂ ਜਾਣਾ ਜੀ ਉਹ ਤਕਰੀਬਨ $950 ਬਣਦਾ। ਜਾਣੀ ਕਿ $50,000 ਯੂਰਪ ਦੇ ਵਿੱਚੋਂ ਤੇ ਤਕਰੀਬਨ $1,00,000 ਵਨ ਵੇ ਫਰੋਮ ਨਾਰਥ ਅਮਰੀਕਾ ਬਟ ਨਾਟ ਫਰੋਮ ਕੈਨੇਡਾ। ਇਹਦੇ ਵਾਸਤੇ ਉਹਨਾਂ ਨੇ ਸ਼ੁਰੂ ਕੀਤਾ ਔਰ ਮੇਰੇ ਖਿਆਲ ਚੰਗੀ ਗੱਲ ਆ। ਪਰ ਪਹਿਲੇ ਦਿਨ ਜਿਹੜੀ ਸੈਨ ਫਰਾਂਸਿਸਕੋ ਨੂੰ ਫਲਾਈਟ ਆਉਣੀ ਸੀਗੀ ਉਹ ਸਮੇਂ ਸਿਰ ਆ ਨਹੀਂ ਸਕੀ। ਰੀਜ਼ਨ ਬੀਇੰਗ ਸਾਰੇ ਉੱਥੇ ਉਹਨਾਂ ਨੇ ਜਿੰਨਾ ਵੀ ਉਹਨਾਂ ਦਾ ਕਰੂ ਆ ਉਹਨੂੰ ਚੈੱਕ ਕਰਨਾ ਜੀ, ਉਹਦੇ ਕੋਡ ਤੋਂ ਚੈਕਿੰਗ ਹੋ ਰਹੀ ਹੈ, ਉਹਨਾਂ ਦੀ ਸਮੇਂ ਸਿਰ ਚੈਕਿੰਗ ਨਹੀਂ ਹੋ ਸਕੀ। ਇਸ ਕਰਕੇ ਉਹ ਫਲਾਈਟ ਇੱਕ ਦਿਨ ਡਿਲੇ ਹੋਈ ਹੈ। ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਜੀ ਇਹ ਰਾਜਦੇਵ ਸਾਹਿਬ ਨੇ ਇਨਫੋਰਮੇਸ਼ਨ ਦਿੱਤੀ ਹੈ ਜੀ। ਜਿਹੜੀਆਂ ਫਲਾਈਟਾਂ ਇਹ ਨਵੀਆਂ ਸ਼ੁਰੂ ਹੋਈਆਂ ਸਰ, ਜਿਹੜੀਆਂ ਸ਼ੁਰੂ ਹੋਈਆਂ ਜਿਵੇਂ ਅਸੀਂ ਕਹਿ ਰਹੇ ਸੀ ਕਿ ਜਿਵੇਂ ਏਅਰ ਕੈਨੇਡਾ ਦੀਆਂ ਜਿਹੜੀਆਂ ਫਲਾਈਟਸ ਜਾ ਰਹੀਆਂ ਨੇ ਇਸ ਵਕਤ ਕੈਨੇਡੀਅਨ ਨਾਗਰਿਕਾਂ ਨੂੰ ਲਿਆਉਣ ਲਈ ਉਹ ਖਾਲੀ ਫਲਾਈਟਸ ਜਾ ਰਹੀਆਂ ਨੇ ਇੱਥੋਂ, ਕਿ ਖਾਲੀ ਫਲਾਈਟਸ ਉੱਥੇ ਜਾ ਰਹੀਆਂ ਸੀ ਤੇ ਨਾਗਰਿਕਾਂ ਨੂੰ ਲੈ ਕੇ ਵਾਪਸ ਆ ਰਹੀਆਂ ਸੀ, ਜਿਹਦੇ ਕਰਕੇ ਕਿਰਾਇਆ ਵੀ ਕਾਫੀ ਮਹਿੰਗਾ ਸੀ। ਇਹ ਵੀ ਜਿਹੜਾ ਮੁੱਦਾ ਉੱਠਿਆ ਸੀ। ਹੁਣ ਜਿਹੜੀ ਏਅਰ ਇੰਡੀਆ ਦੀਆਂ ਜਿਹੜੀਆਂ ਫਲਾਈਟਸ ਵੱਖ-ਵੱਖ ਕੰਟਰੀਜ਼ ਜਾਣੀਆਂ ਨੇ, ਜਿਵੇਂ ਸੈਨ ਫਰਾਂਸਿਸਕੋ ਜਾਣੀਆਂ, ਉਸ ਤੋਂ ਬਾਅਦ ਲੰਡਨ UK ਦੇ ਵਿੱਚ ਜਾਣੀਆਂ ਨੇ, ਉਹ ਖਾਲੀ ਨਹੀਂ ਜਾ ਰਹੀਆਂ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਹਨਾਂ ਵਿੱਚ ਕੌਣ ਸਵਾਰ ਹੋ ਸਕਦੇ ਨੇ ਸਰ? ਦੇਖੋ, ਇਹ ਬੜੀ ਚੰਗੀ ਗੱਲ ਹੈਗੀ ਆ। ਖਾਲੀ ਪਲੇਨ ਲਿਜਾਣ ਦਾ ਕੋਈ ਮਤਲਬ ਤਾਂ ਹੈ ਨਹੀਂ, ਪਰ ਪ੍ਰੋਬਲਮ ਇਹ ਹੈ ਜੇ ਕੈਨੇਡਾ ਦੇ ਵਿੱਚੋਂ ਜੇ ਆਪਾਂ ਇੱਥੋਂ ਕਰਨੀਆਂ ਹੁਣ ਤਾਂ ਹੋ ਸਕਦਾ ਇੱਥੋਂ ਇਸ ਵੇਲੇ ਉਹਨੇ ਲੋਕ ਵਾਪਸ ਕੈਨੇਡਾ ਨੂੰ ਨਾ ਜਾਣ ਵਾਲੇ ਹੋਣ ਜਿੰਨੇ ਕਿ ਉੱਥੋਂ ਇੱਥੇ ਨੂੰ ਵਾਪਸ ਆਉਣ ਵਾਲੇ ਆ। ਤੇ ਜਿਹੜੀ ਚਾਰਟਰ ਫਲਾਈਟ ਆ ਨੈਚੁਰਲੀ ਜਿਹੜੀ ਚਾਰਟਰ ਫਲਾਈਟ ਹੋਏਗੀ ਉਹਦੇ ਪੈਸੇ ਵੱਧ ਲੱਗਦੇ ਨੇ। ਤੇ ਜਿਹੜੇ ਇੰਡੀਅਨ ਗਵਰਨਮੈਂਟ ਆ ਇਹਨਾਂ ਨੇ ਜਿਹੜੀ ਸਕੀਮ ਸੋਚੀ ਆ ਇਹ ਬੈਟਰ ਆ ਕਿ ਉਹ ਲਿਮਟਿਡ ਫਲਾਈਟਾਂ ਨੇ ਐਕਚੁਅਲੀ। ਔਰ US ਦੇ ਵਿੱਚੋਂ ਵੈਸੇ ਆਪਣੇ ਸਿਟੀਜ਼ਨ ਕੈਨੇਡਾ ਦੇ ਇੰਡੀਆ ਦੇ ਬਹੁਤ ਰਹਿੰਦੇ ਨੇ, ਜਿਹਨੇ ਕਿ ਮੈਨੂੰ ਲੱਗਦਾ ਹੈ ਆਲਮੋਸਟ ਭਰੀਆਂ ਹੋਈ ਜਾਣਗੀਆਂ। ਉਹਦੇ ਵਿੱਚੋਂ ਉਹ ਚੰਗੀ ਗੱਲ ਹੈਗੀ ਆ, ਦੋਨੇ ਪਾਸੇ ਫਾਇਦਾ। ਤਕਰੀਬਨ ਸਾਹਮਣੇ ਆਪਾਂ ਇੱਥੇ $2700-2800 ਦਿੱਤਾ ਜਾਂਦਾ ਸੀਗਾ ਤੇ ਉੱਥੋਂ ਸਿਰਫ $1900 ਹੈ। ਦੋਨਾਂ ਦਾ 3800 ਬਣ ਜਾਂਦਾ। ਪਰ ਜਿਹੜਾ ਇੱਕ ਪਰਸਨ ਹੈਗਾ ਉਹਨੂੰ ਉਹਦੀ ਜੇਬ ਚੋਂ 1900 ਹੋਈ ਜਾਣਾ, ਉਹਦੇ ਨਾਲ ਇਸ ਗੱਲ ਦਾ ਬਹੁਤ ਫਰਕ ਪੈ ਜਾਏਗਾ ਜੀ। ਸਰ, ਜਿਹੜੇ ਨਾਗਰਿਕਾਂ ਨੇ ਹੁਣ ਜਿਵੇਂ ਵੱਖ-ਵੱਖ ਮੁਲਕਾਂ ਦੇ ਨਾਗਰਿਕ ਜਿਹੜੇ ਇਸ ਵਕਤ ਭਾਰਤ ਵਿੱਚ ਫਸੇ ਹੋਏ ਨੇ, ਜਿਨ੍ਹਾਂ ਨੇ ਹੁਣ ਵਿਦੇਸ਼ਾਂ ਨੂੰ ਜਾਣਾ ਆ, ਜਿੱਥੇ ਫਲਾਈਟਸ ਜਾਣੀਆਂ ਨੇ ਉੱਥੇ ਨੂੰ ਜਾਣਾ, ਕੀ ਉਹਨਾਂ ਦੇ ਲਈ ਯਾਤਰਾ ਕਰਨ ਲਈ ਕੋਈ ਮਾਪਦੰਡ ਵੀ ਰੱਖੇ ਗਏ ਨੇ, ਕੋਈ ਕ੍ਰਾਈਟੇਰੀਆ ਵੀ ਹੈਗਾ ਜਾਂ ਕਿਵੇਂ ਵੇ ਦੇ ਨਾਲ ਉਹ ਟਿਕਟਸ ਬੁੱਕ ਕਰਵਾ ਸਕਦੇ ਨੇ? ਬਿਲਕੁਲ। ਹੁਣ ਜਦੋਂ ਵੀ ਜਿਹਨੇ ਵੀ ਇੰਡੀਆ ਤੋਂ ਮੰਨ ਲਓ US ਨੂੰ ਜਾਣਾ, ਉੱਥੇ ਉਹਨਾਂ ਕੋਲ ਜਾਂ ਤਾਂ ਗ੍ਰੀਨ ਕਾਰਡ ਹੋਣਾ ਚਾਹੀਦਾ, ਉੱਥੇ ਦੇ ਸਿਟੀਜ਼ਨ ਹੋਣੇ ਚਾਹੀਦੇ ਆ, ਜਾਂ ਉੱਥੋਂ ਦਾ ਵੀਜ਼ਾ ਹੋਣਾ ਚਾਹੀਦਾ। ਇਹਨਾਂ ਗੱਲਾਂ ਕਰਕੇ ਹੀ ਆ ਸਕਣ, ਅਦਰਵਾਈਜ਼ ਤਾਂ ਉਹ ਇੰਡੀਆ ਛੱਡ ਨਹੀਂ ਸਕਦੇ। ਇੰਡੀਆ ਦੇ ਜਿੱਥੋਂ ਵੀ ਤੁਸੀਂ ਕਿਸ ਕੰਟਰੀ ਨੂੰ ਜਾਂਦੇ ਹੋ, ਚਾਹੇ ਆਪਣੇ ਕੈਨੇਡਾ ਵਿੱਚੋਂ ਵੀ ਜਾਂਦੇ ਹੋ, ਜਿਹੜੇ ਕੈਨੇਡੀਅਨ ਸਿਟੀਜ਼ਨ ਹੈ, ਜੇ ਉਹ ਇੰਡੀਆ ਨੂੰ ਜਾਣਾ ਚਾਹੁੰਦੇ ਉਹਨਾਂ ਕੋਲ ਜੇ ਇੰਡੀਅਨ ਵੀਜ਼ਾ ਹੈ ਨਹੀਂ ਗਾ ਲਿਆ ਹੋਇਆ ਤਾਂ ਉਹ ਜਾ ਨਹੀਂ ਸਕਦੇ
ਜਿਹੜਾ ਆਨਲਾਈਨ ਵੀ ਕਰਨਾ ਪੈਂਦਾ ਉਹ ਪਹਿਲਾਂ ਕਰਨਾ ਪੈਂਦਾ, ਜਿਹੜਾ ਉੱਥੇ ਜਾ ਕੇ ਤੁਹਾਨੂੰ ਖੜੇ ਪੈਰ ਵੀਜ਼ਾ ਦਿੰਦੇ, ਪਰ ਉਹਦੇ ਵਾਸਤੇ ਅਪਲਾਈ ਤੋਂ ਕਰਕੇ ਜਾਣਾ ਪੈਂਦਾ। ਸੋ ਯੂ ਹੈਵ ਟੂ ਹੈਵ ਸਮ ਕਾਈਂਡ ਆਫ ਪ੍ਰੂਫ ਵੀ ਤੁਹਾਡੇ ਕੋਲ ਵੀਜ਼ਾ ਹੈਗਾ, ਤਾਂ ਹੀ ਉਹ ਤੁਹਾਨੂੰ ਅਲਾਉ ਕਰਨਗੇ। ਅਦਰਵਾਈਜ਼ ਤੁਸੀਂ ਫਲਾਈਟ ਤੇ ਬੋਰਡ ਹੀ ਨਹੀਂ ਕਰ ਸਕਦੇ, ਤੁਸੀਂ ਚੜ੍ਹ ਹੀ ਨਹੀਂ ਸਕਦੇ। ਇਹ ਜਿਹੜੇ ਉੱਥੋਂ ਦੇ ਸਿਟੀਜ਼ਨ, ਗ੍ਰੀਨ ਕਾਰਡ ਹੋਲਡਰ ਐਂਡ ਵੀਜ਼ਾ ਹੋਲਡਰ ਉਹ ਆ ਸਕਦੇ ਆ ਜੀ। ਜੀ, ਇਸ ਤੋਂ ਇਲਾਵਾ ਸਰ ਕੋਈ ਇਹ ਤਾਂ ਨਹੀਂ ਹੈ ਕਿ ਕਰੋਨਾ ਵਾਇਰਸ ਦਾ ਕੋਈ ਟੈਸਟ ਵਗੈਰਾ ਵੀ ਕੀਤਾ ਜਾਏਗਾ ਜੇਕਰ ਕੋਈ ਉੱਥੇ ਜਾ ਰਿਹਾ ਵਾ ਕੋਈ ਨਾਗਰਿਕ ਵਗੈਰਾ? That is a very normal thing ਹੈ, ਕਿਉਂਕਿ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੈਨ ਫਰਾਂਸਿਸਕੋ ਵਾਲੀ ਫਲਾਈਟ ਡਿਲੇ ਹੋਈ ਆ, ਕਿਉਂ ਹੋਈ ਆ? ਕਰੋਨਾ ਦੇ ਟੈਸਟ ਕਰਨੇ ਸੀਗੇ। ਹੁਣ ਜਿਹੜੇ ਉੱਥੋਂ ਦਾ ਕਰੂ ਹੈਗਾ ਉਹਦਾ ਕਰੋਨਾ ਦਾ ਟੈਸਟ ਕੀਤਾ ਗਿਆ, ਤੇ ਇਵੇਂ ਬਿਲਕੁਲ ਜਿਹੜੇ ਉੱਥੋਂ ਯਾਤਰੀ ਵੀ ਜਾਣਗੇ ਉਹਨਾਂ ਦਾ ਵੀ ਟੈਸਟ ਕੀਤਾ ਜਾਏਗਾ। ਜਿਹੜੇ ਕਰੋਨਾ ਪੋਜ਼ਿਟਿਵ ਹੋਣਗੇ ਉਹਨਾਂ ਨੂੰ ਪਲੇਨ ਦੇ ਵਿੱਚ ਚੜ੍ਹਨ ਨਹੀਂ ਦਿੱਤਾ ਜਾਵੇਗਾ। ਰੀਜ਼ਨ ਇਹ ਹੈ, ਇੰਡੀਆ ਦੇ ਵਿੱਚੋਂ ਤਾਂ ਇੱਕ ਬੰਦਾ ਕਰੋਨਾ ਦਾ ਬਾਹਰ ਜਾਂਦਾ, ਉਹਨਾਂ ਦਾ ਕੋਈ ਮਾੜੇ ਉਹ ਚਾਹੁੰਦੇ ਹੋਣਗੇ ਜੇ ਚਲਾ ਜਾਵੇ, ਸੰਭਾਲ ਘੱਟ ਕਰਨੀ ਪਏਗੀ। ਪਰ ਪ੍ਰੋਬਲਮ ਇਹ ਹੈ ਨਾ, ਕਰੋਨਾ ਦਾ ਸਾਡਾ ਹਿਊਮਨਿਟੇਰੀਅਨ ਗਰਾਊਂਡ ਦੇ ਉੱਤੇ ਇਹ ਗੱਲ ਠੀਕ ਨਹੀਂ ਲੱਗਦੀ ਕਿ ਅਸੀਂ ਕਿਤੇ ਹੋਰ ਥਾਂ ਤੇ ਫਲਾਈਏ। ਸੈਕੰਡਲੀ, ਜਿਹੜਾ ਕਰੋਨਾ ਦਾ ਹੈਗਾ ਮਰੀਜ਼ ਹੈਗਾ ਉਹ ਪਲੇਨ ਦੇ ਵਿੱਚ ਬੈਠੇਗਾ, ਜਿਹੜੇ ਹੋਰ ਬੰਦੇ ਬੈਠੇ ਆ ਉਹਨਾਂ ਨੂੰ ਵੀ ਹੋ ਸਕਦਾ ਉਹ ਤੋਂ ਬਿਮਾਰੀ ਹੋ ਜਾਵੇ। ਇਸ ਕਰਕੇ ਕਰੋਨਾ ਦਾ ਟੈਸਟ ਜਿਹੜਾ ਪਾਸ ਕਰੇਗਾ, ਜਿਹੜਾ ਨੈਗੇਟਿਵ ਹੋਏਗਾ, ਉਹ ਹੀ ਉਹਨਾਂ ਫਲਾਈਟ ਤੋਂ ਚੜ੍ਹ ਸਕੇਗਾ, ਅਦਰਵਾਈਜ਼ ਤੁਸੀਂ ਨਹੀਂ ਚੜ੍ਹ ਸਕਦੇ। ਸਰ, ਬਾਈ ਚਾਂਸ ਜਿਵੇਂ ਕਿਸੇ ਦਾ ਕੋਈ ਵੀਜ਼ਾ ਸੀ ਤੇ ਉਹ ਇਸ ਫਲਾਈਟ ਦੇ ਰਾਹੀਂ ਚਲੇ ਜਾਂਦੇ ਆ ਤੇ ਉੱਥੇ ਜਾ ਕੇ ਉਹਨੂੰ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈਂਦਾ ਤੇ ਉਹਨੂੰ ਵਾਪਸ ਆਏਗਾ, ਸੋ ਜੇ ਇਹ ਵਿੱਚ ਵਾਪਸੀ ਦਾ ਜਿਹੜਾ ਪੈਸਾ ਹੋਏਗਾ ਜਾਂ ਉਸ ਤੋਂ ਬਾਅਦ ਕੁਆਰੰਟੀਨ ਦੇ ਵਿੱਚ ਰਹਿਣਾ ਪਏਗਾ, ਇਹ ਸਾਰਾ ਪੈਸਾ ਕੀ ਸਰਕਾਰ ਦੇ ਹਿੱਸੇ ਪਏਗਾ ਜਾਂ ਫਿਰ ਇੱਕ ਯਾਤਰੀ ਨੂੰ ਖੁਦ ਇਹਦੀ ਸਾਰੀ ਪੇਮੈਂਟ ਕਰਨੀ ਪਏਗੀ? ਜਿੰਨੀਆਂ ਆਪਾਂ ਨੂੰ ਖਬਰਾਂ ਮਿਲੀਆਂ ਨੇ ਤਾਂ ਜੀ, ਤਾਂ ਇਹ ਯਾਤਰੀ ਦਾ ਖਰਚਾ ਹੋਵੇਗਾ। ਜੇ ਉੱਥੇ ਉਹਨੂੰ ਕੁਆਰੰਟੀਨ ਕੀਤਾ ਜਾਂਦਾ ਉਹ ਵੀ ਯਾਤਰੀ ਹੋਈ ਦੇਵੇਗਾ। ਜੇ ਉਹਨੂੰ 에ਅਰਪੋਰਟ ਤੋਂ ਵਾਪਸ ਆਉਣਾ ਪੈਂਦਾ, ਜਿੱਥੇ ਕੁਆਰੰਟੀਨ ਕੀਤਾ 14 ਦਿਨਾਂ ਬਾਅਦ ਉਹਨੂੰ ਵਾਪਸ ਆਉਣਾ ਪੈ ਗਿਆ, ਤਾਂ ਉਹ ਖਰਚਾ ਵੀ ਯਾਤਰੀ ਦਾ ਹੀ ਹੋਵੇਗਾ। ਸੋ ਹਰ ਇੱਕ ਬੰਦੇ ਨੂੰ ਇਹ ਜ਼ਰੂਰ ਸੋਚ ਕੇ ਚੱਲਣਾ ਪਏਗਾ ਵੀ ਇਨ ਕੇਸ ਸਮਥਿੰਗ ਹੈਪਨਸ ਦੇ ਆਰ ਰਿਸਪੌਂਸਿਬਲ ਦੈਮਸੈਲਵਸ, ਤੇ ਜਿਹੜਾ ਖਰਚਾ ਉਹ ਉਹਨਾਂ ਦੇ ਪੱਲੇ ਹੋਏਗਾ, ਨਾ ਕਿ ਉੱਥੋਂ ਦੀ ਲੋਕਲ ਸਰਕਾਰ ਦਾ ਹੋਏਗਾ ਜੀ। ਤੇ ਇਹ ਜਿਹੜੀਆਂ 68 ਫਲਾਈਟਸ ਨੇ, ਇਹਨਾਂ ਵਿੱਚੋਂ 12 ਫਲਾਈਟਸ ਜਿਹੜੀਆਂ ਨੇ ਖਾੜੀ ਦੇਸ਼ਾਂ ਲਈ ਵੀ ਚੱਲ ਰਹੀਆਂ ਨੇ, ਜਿਨ੍ਹਾਂ ਨੇ ਹਾਲਾਂਕਿ ਹਜੇ ਕਿਸੇ ਵੀ ਬਾਹਰਲੇ ਨਾਗਰਿਕ ਨੂੰ ਆਪਣੇ ਦੇਸ਼ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਹੈਗੀ। ਸਰ, ਕੁਝ ਇਹ ਵੀ ਸੁਣਨ ਨੂੰ ਆਇਆ ਕਿ ਭਾਰਤ ਵੱਲੋਂ ਵਿਦੇਸ਼ੀ ਨਾਗਰਿਕਾਂ ਦੇ ਕੁਝ ਹੱਦ ਤੱਕ ਵੀਜ਼ੇ ਜਿਹੜੇ ਆ ਉਹ ਰੱਦ ਕਰ ਦਿੱਤੇ ਗਏ ਨੇ, ਕੁਝ ਇੰਪੋਰਟੈਂਟ ਜਿਹੜੇ ਆ ਉਹਨਾਂ ਨੂੰ ਛੱਡ ਕੇ ਬਾਕੀ ਲਗਭਗ ਸਾਰੇ ਵੀਜ਼ੇ ਰੱਦ ਕਰ ਦਿੱਤੇ ਗਏ ਨੇ। ਇਹਦੀ ਜਾਣਕਾਰੀ ਥੋੜੀ ਜਿਹੀ ਜ਼ਰੂਰ ਦਿਓ। ਬਿਲਕੁਲ, ਜਿੰਨੇ ਵੀ ਵੀਜ਼ੇ ਨੇ ਐਕਚੁਅਲੀ ਜਿੰਨਾ ਇੰਡੀਅਨ ਗਵਰਨਮੈਂਟ ਵੱਲੋਂ ਜਿਹੜੇ ਵੀਜ਼ੇ ਦਿੱਤੇ ਗਏ ਸੀ, ਕੁਝ ਨੂੰ ਛੱਡ ਕੇ ਜਿਹੜੀਆਂ ਖਾਸ ਸਰਕਾਰੀ ਤੌਰ ਤੇ ਜਿਨ੍ਹਾਂ ਲੋਕਾਂ ਨੇ ਜਾਣਾ ਉਹਨਾਂ ਨੂੰ ਹਲੇ ਛੋਟ ਹੋਏਗੀ। ਵੈਸੇ ਅਦਰਵਾਈਜ਼ ਆਲਮੋਸਟ ਹਰੇਕ ਹੀ ਜਿਹੜਾ ਵੀਜ਼ਾ ਹੈਗਾ ਉਹ ਈਵਨ IOC ਕਾਰਡ ਹੈਗਾ ਜਿਹੜਾ ਉਹ ਵੀ ਰੱਦ ਕਰ ਦਿੱਤਾ ਗਿਆ ਟੈਂਪਰੇਰੀਲੀ। ਪਰ ਜਿਹੜੇ ਲੋਕ ਇਸ ਵੇਲੇ ਇੰਡੀਆ ਦੇ ਵਿੱਚ ਫਸੇ ਹੋਏ ਨੇ ਤੇ ਉਹਨਾਂ ਦੇ ਵੀਜ਼ੇ ਐਕਸਪਾਇਰ ਹੋ ਗਏ ਨੇ, ਉਹਨਾਂ ਨੂੰ ਸਰਕਾਰ ਉੱਥੇ ਉਹਨਾਂ ਨੂੰ ਐਕਸਟੈਂਸ਼ਨ ਦੇ ਰਹੀ ਹੈ ਕਿਸੇ ਵੀ ਹਿਸਾਬ ਦੇ ਨਾਲ। ਮੇਰੇ ਖਿਆਲ ਮਈ ਦੇ ਐਂਡ ਤੱਕ ਹੈਗਾ ਉਹਨਾਂ ਨੂੰ ਹਲੇ ਐਕਸਟੈਂਸ਼ਨ ਹੈਗੀ ਹੈ, ਜੇ ਮੈਂ ਨਹੀਂ ਭੁੱਲਦਾ ਤਾਂ। ਜਾਣਦੇ ਉਹਨਾਂ ਨੂੰ ਵੀ ਕੋਈ ਐਡੀ ਪ੍ਰੋਬਲਮ ਨਹੀਂ ਹੈ, ਸਰਕਾਰ ਨੇ ਇਹ ਅਲਾਉ ਕੀਤਾ ਹੈਗਾ ਉਹਨਾਂ ਨੂੰ ਟੈਂਪਰੇਰੀ ਵੀਜ਼ਾ, ਬਿਕਾਜ਼ ਦੇ ਆਰ ਇਨ ਇੰਡੀਆ, ਤੇ ਉੱਥੋਂ ਜਾ ਨਹੀਂ ਸਕਦੇ, ਉਹ ਜਾ ਕਿਉਂ ਨਹੀਂ ਸਕਦੇ? ਬਿਕਾਜ਼ ਇੰਡੀਆ ਨੇ ਸਾਰੀਆਂ ਫਲਾਈਟਾਂ ਬੰਦ ਕੀਤੀਆਂ ਹੋਈਆਂ, ਤਾਂ ਉਹਨਾਂ ਨੂੰ ਵੀਜ਼ੇ ਦੀ ਕੋਈ ਪ੍ਰੋਬਲਮ ਨਹੀਂ ਹੈ। ਪਰ ਜਿਹੜੇ ਬਾਹਰੋਂ ਹੈਗੇ ਆ ਉਹਨਾਂ ਨੂੰ ਜਿੰਨਿਆਂ ਨੂੰ ਵੀ ਵੀਜ਼ੇ ਦਿੱਤੇ ਗਏ ਆ ਇਸ ਵੇਲੇ, ਮੰਨ ਲਓ ਇੱਥੋਂ ਮੈਨੂੰ ਆਪਾਂ ਇੱਥੋਂ ਕਿਸੇ ਨੇ ਜਾਣਾ, ਵੀਜ਼ਾ ਉਹਨੇ ਲਿਆ ਹੋਇਆ ਪਰ ਉਹ ਅਲਾਉਡ ਨਹੀਂ ਹੈਗਾ, ਉਹ ਸਾਰੇ ਵੀਜ਼ੇ ਕੈਂਸਲ ਕਰਤੇ ਆ। ਤੁਹਾਨੂੰ ਦੁਬਾਰਾ ਫੇਰ ਅਪਲਾਈ ਕਰਨਾ ਪਵੇਗਾ, ਜਾਂ ਉਹਦੀ ਕੋਈ ਖਾਸ ਕਿਸਮ ਦੀ ਵੀਜ਼ਾ ਤੁਹਾਨੂੰ ਮਿਲਿਆ ਹੋਇਆ ਉਹਦੀ ਐਕਸਟੈਂਸ਼ਨ ਹੋਏਗੀ ਜਾਂ ਰਿਨਿਊਅਲ ਹੋਏਗੀ, ਕੁਛ ਨਾ ਕੁਛ ਕੀਤਾ ਜਾਵੇਗਾ। ਪਰ ਰਾਈਟ ਨਾਓ ਫॉर द ਟਾਈਮ ਬਿੰਗ ਸਾਰੇ ਵੀਜ਼ੇ OCI ਕਾਰਡਸ ਵਗੈਰਾ ਸਾਰੇ ਰੱਦ ਕਰ ਦਿੱਤੇ ਗਏ। ਸਰ, ਇਸ ਗੱਲ ਤੋਂ ਥੋੜੀ ਜਿਹੀ ਹੈਰਾਨੀ ਆ ਕਿ ਕੈਨੇਡਾ ਨੂੰ ਫਸਟ ਫੇਜ਼ ਦੇ ਵਿੱਚੋਂ ਬਾਹਰ ਕਿਉਂ ਰੱਖਿਆ ਗਿਆ, ਕਿਉਂਕਿ ਬਹੁਤ ਹੀ ਵੱਡੀ ਗਿਣਤੀ ਵਿੱਚ ਕਾਫੀ ਭਾਰਤੀ ਜਿਹੜੇ ਨੇ ਇਸ ਵਕਤ ਕੈਨੇਡਾ ਵਿੱਚ ਵੀ ਫਸੇ ਹੋਏ ਨੇ। ਜਿਵੇਂ ਅਸੀਂ US ਦੀ ਗੱਲ ਕਰੀਏ, UK ਦੀ ਗੱਲ ਕਰੀਏ, ਸਿੰਗਾਪੁਰ ਦੀ ਗੱਲ ਕਰੀਏ, ਉੱਥੇ ਇੰਡੀਅਨਸ ਨੂੰ ਵਾਪਸ ਲਿਆਉਣ ਲਈ ਕਦਮ ਚੁੱਕੇ ਜਾ ਰਹੇ ਨੇ। ਸੋ ਕੈਨੇਡਾ ਵਿੱਚ ਵੀ ਕਾਫੀ ਵੱਡੀ ਗਿਣਤੀ ਵਿੱਚ ਜਿਹੜੇ ਭਾਰਤੀ ਰਹਿੰਦੇ ਨੇ ਇਸ ਵਕਤ, ਜਿਹੜੇ ਫਸੇ ਹੋਏ ਨੇ। ਤਰਨ, ਇਹਦੇ ਚ ਕਈ ਗੱਲਾਂ ਹੋ ਸਕਦੀਆਂ ਨੇ। ਇੱਕ ਤਾਂ ਹਜੇ ਵੀ ਮੈਨੂੰ ਲੱਗਦਾ ਜਿਹੜਾ ਇੰਡੀਆ ਦੀ ਸਰਕਾਰ ਹੈ ਤੇ ਜਿਹੜੀ ਕੈਨੇਡਾ ਦੀ ਸਰਕਾਰ ਆ, ਇਹਨਾਂ ਦਾ ਆਪਸ ਵਿੱਚ ਉਸ ਲੈਵਲ ਤੱਕ ਨਹੀਂ ਪਹੁੰਚੇ ਜਿਹੜਾ ਕਿ ਮਿਸਟਰ ਟਰੂਡੋ ਦੇ ਦੌਰੇ ਤੋਂ ਪਹਿਲਾਂ ਤੱਕ ਸੀਗਾ। ਉਸ ਤੋਂ ਪਹਿਲਾਂ ਕੁਝ ਸਾਲ ਤੱਕ ਇੰਡੀਆ ਦਾ ਤੇ ਕੈਨੇਡਾ ਦਾ ਬਹੁਤ ਵਧੀਆ ਸੰਬੰਧ ਰਹੇ ਆ, ਪਰ ਕੁਝ ਦੇਰ ਪਹਿਲਾਂ ਇਹ ਸੰਬੰਧ ਇੰਨੇ ਵਧੀਆ ਨਹੀਂ ਰਹੇ, ਨਾਸਾਜ਼ ਹੋ ਗਏ ਸਨ। ਤੁਹਾਨੂੰ ਪਤਾ ਹੀ ਹੈ, ਜਦੋਂ ਮਿਸਟਰ ਟਰੂਡੋ ਗਏ ਸੀਗੇ ਤੇ ਉਹਨਾਂ ਦੀ ਜਿੰਨੀ ਕਾਓ ਭਗਤ ਕੀਤੀ ਹੈ ਇੰਡੀਅਨ ਗਵਰਨਮੈਂਟ ਨੇ, ਉਹਨਾਂ ਨੇ ਆਪਣਾ
ਬਹੁਤਾ ਇਗਨੋਰ ਕੀਤਾ ਸੀਗਾ ਉਹਨਾਂ ਨੂੰ। ਮੈਨੂੰ ਵੀ ਲੱਗਦਾ ਹਜੇ ਤੱਕ ਵੀ ਉਹ ਗੱਲਾਂ ਹਜੇ ਮੁੱਕੀਆਂ ਨਹੀਂ ਹੈਗੀਆਂ, ਚਲੋ ਦਿਲ 'ਚ ਹੈਗੀਆਂ ਤੇ ਉਮੀਦ ਕਰਦੇ ਹਾਂ ਕਿ ਛੇਤੀ ਹੀ ਜਿਹੜੇ ਆ ਹੁਣ ਕੈਨੇਡਾ ਵੀ ਨੈਕਸਟ ਫੇਸ ਦੇ ਵਿੱਚ, ਜਿਹੜੇ ਕੈਨੇਡਾ ਵਿੱਚ ਭਾਰਤੀ ਫਸੇ ਹੋਏ ਨੇ, ਨੈਕਸਟ ਫੇਸ ਦੇ ਵਿੱਚ ਉਹਨਾਂ ਨੂੰ ਵੀ ਹੁਣ ਛੇਤੀ ਜਿਹੜੀ ਆ ਵਤਨ ਵਾਪਸੀ ਦੀ ਜਿਹੜੀ ਉਡੀਕ ਕਰ ਰਹੇ ਨੇ, ਛੇਤੀ ਵਤਨ ਵਾਪਸੀ ਹੋਵੇ ਉਹਨਾਂ ਦੀ ਵੀ। ਸਰ ਉੱਥੇ ਦੂਜੇ ਪਾਸੇ ਭਾਰਤ ਵਿੱਚ ਜਿਹੜੇ ਕੈਨੇਡੀਅਨਸ ਫਸੇ ਹੋਏ ਸੀ ਉਹਨੂੰ ਲੈ ਕੇ ਤੁਹਾਡੀ ਕੱਲ ਮਿਸਟਰ ਪ੍ਰਭਮੀਤ ਸਰਕਾਰੀਆ ਨਾਲ ਵੀ ਅੱਜ ਗੱਲਬਾਤ ਹੋਈ ਸੀ, ਉਹਨਾਂ ਨੇ ਇਸ ਦੇ ਬਾਰੇ ਕੋਈ ਜਾਣਕਾਰੀ ਦਿੱਤੀ? ਨਹੀਂ, ਦੇਖੋ ਪ੍ਰਭਮੀਤ ਸਰਕਾਰੀਆ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਨੇ, ਕਿਉਂਕਿ ਇਹ ਜਿਹੜੀ ਐਮਪੀਪੀ ਸਾਹਿਬ ਨੇ ਇਹਨਾਂ ਕੋਲੇ ਉਹ ਇਨਫੋਰਮੇਸ਼ਨ ਨਹੀਂ ਹੈ ਜਿਹੜੀ ਕਿ ਐਮਪੀਜ਼ ਦੇ ਕੋਲ ਹੈਗੀ ਆ, ਕਿਉਂਕਿ ਜਿਹੜਾ ਕੈਨੇਡਾ ਦੇ ਵਿੱਚ ਆਉਣਾ ਤੇ ਕੈਨੇਡਾ ਤੋਂ ਜਾਣਾ ਇਸ ਇਨ ਦ ਹੈਂਡਸ ਆਫ ਫੈਡਰਲ ਗਵਰਨਮੈਂਟ। ਇਹ ਫੈਡਰਲ ਗਵਰਨਮੈਂਟ ਨੇ ਜਿਹੜੀ ਆਪਾਂ ਨੂੰ ਮਿਸਟਰ ਸੰਘਾ ਸਾਹਿਬ ਨੇ ਦਿੱਤੀ ਸੀ, ਜਾਂ ਜਿਹੜੇ ਆਪਣੇ ਬਾਕੀ ਦੇ ਮੈਂਬਰ ਪਾਰਲੀਮੈਂਟਸ ਨੇ, ਜਿਹੜੀਆਂ ਨਵੀਆਂ ਫਲਾਈਟਾਂ ਆ ਰਹੀਆਂ ਨੇ, ਮੇਰੇ ਖਿਆਲ ਉਹ 2 ਫਲਾਈਟਾਂ ਉਹਨਾਂ ਚੋਂ ਆ ਚੁੱਕੀਆਂ ਨੇ, ਬਾਕੀ ਰਹਿੰਦੀਆਂ ਨੇ ਅਗਲੇ 25 ਜਾਂ 26 ਤਾਰੀਖ ਤੱਕ। ਮੇਰੇ ਖਿਆਲ 16 ਫਲਾਈਟਾਂ ਟੋਟਲ ਆਉਣੀਆਂ ਨੇ, ਜਿਹੜਾ ਇਹ ਨਵਾਂ ਫੇਜ਼ ਹੈਗਾ ਇੰਡੀਆ ਤੋਂ ਜਿਹੜੇ ਕੈਨੇਡੀਅਨਸ ਨੂੰ ਲੈ ਕੇ ਆਉਣੀਆਂ। ਔਰ ਮੈਂ ਫਿਰ ਨਾਲ ਐਡ ਕਰ ਦਿਆਂ, ਪੀਆਰ ਕੋਈ ਨਹੀਂ ਆ ਰਿਹਾ ਜੀ, ਪੀਆਰ ਕੱਲਾ ਉਹੀ ਆ ਰਿਹਾ ਜੇ ਕੋਈ ਨਾਲ ਕਿਸੇ ਸਿਟੀਜ਼ਨ ਦੀ ਉਹਨਾਂ ਨੇ ਟੇਕ ਕੇਅਰ ਕਰਨੀ ਹੈ, ਅਦਰਵਾਈਜ਼ ਹਲੇ ਸਿਰਫ ਸਿਟੀਜ਼ਨਸ ਹੀ ਆ ਰਹੇ ਆ, ਤੇ ਪੀਆਰ ਦੀ ਵਾਰੀ ਤੇ ਜਿਹੜੇ ਦੂਸਰੇ ਲੋਕਾਂ ਨੂੰ ਵੀਜ਼ੇ ਮਿਲੇ ਹੋਏ ਉਹਨਾਂ ਦੀ ਵਾਰੀ ਬਾਅਦ ਚ ਆਏਗੀ। ਜੀ ਬਿਲਕੁਲ, ਤੇ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ 12 ਮੁਲਕਾਂ ਤੋਂ ਜਿਹੜੇ ਆ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ 에ਅਰ ਇੰਡੀਆ ਦੀਆਂ 68 ਫਲਾਈਟਸ ਜਿਹੜੀਆਂ ਨੇ ਉਹ ਸ਼ੁਰੂ ਹੋਣ ਲੱਗੀਆਂ ਨੇ, ਤੇ ਇਹਨਾਂ ਫਲਾਈਟਸ ਦੇ ਵਿੱਚ ਬੁਕਿੰਗ ਦਾ ਜਿਹੜਾ ਸਿਸਟਮ ਆ ਸਰ, ਯੂਐਸ ਤੋਂ ਜਿਹੜੀ ਬੁਕਿੰਗ ਦੇ ਸਿਸਟਮ ਆ ਉਹ ਵੀ ਸੁਣਿਆ ਜਾ ਰਿਹਾ ਹੈ ਕਿ ਉਹ ਕੰਪਿਊਟਰਾਈਜ਼ਡ ਜਿਹੜੀ ਆ ਉਹ ਮਤਲਬ ਇੱਕ ਤਰ੍ਹਾਂ ਨਾਲ ਜਿਵੇਂ ਕੰਪਿਊਟਰਾਈਜ਼ਡ ਲੋਟਰੀ ਸਿਸਟਮ ਹੁੰਦਾ ਉਵੇਂ ਹੀ ਇਹ ਕਰਨਗੇ, ਸਾਰਾ ਰੈਂਡਮਲੀ ਕੰਪਿਊਟਰਾਈਜ਼ਡ ਪਿਕ ਕਰਨਗੇ ਵੀ ਕਿਹੜਾ ਯਾਤਰੀ ਜਿਹੜਾ ਯਾਤਰਾ ਕਰ ਸਕਦਾ ਆ। ਤਰਨ ਗੱਲ ਹੈ, ਮੈਨੂੰ ਇਉਂ ਲੱਗਦਾ ਕਿ ਯੂਐਸ ਦੇ ਵਿੱਚ ਬਹੁਤ ਜ਼ਿਆਦਾ ਭਾਰਤੀ ਆਏ ਹੋਏ ਨੇ ਜਿਨ੍ਹਾਂ ਨੇ ਕਿ ਵਾਪਸ ਇੰਡੀਆ ਜਾਣਾ, ਔਰ ਇਸੇ ਕਰਕੇ ਲੋਟਰੀ ਸਿਸਟਮ ਹੈ, ਕਿਉਂਕਿ ਲਿਮਿਟਡ ਫਲਾਈਟਸ ਜਾਣੀਆਂ ਨੇ, ਫਰਸਟ ਕਮ ਫਰਸਟ ਸਰਵ ਨਹੀਂ ਹੈ ਮੇਰੇ ਖਿਆਲ। ਜਿਹੜਾ ਕੋਈ ਉਹਦੇ ਚ ਲੋਟਰੀ ਸਿਸਟਮ ਦੇ ਮੁਤਾਬਕ ਜਿਹਦੀ ਵਾਰੀ ਆ ਜਾਏਗੀ, ਸਰਕਾਰ ਉਹਨਾਂ ਸਿਟੀਜ਼ਨਸ ਨੂੰ ਆਪਣਿਆਂ ਨੂੰ ਵਾਪਸ ਲੈ ਕੇ ਜਾਏਗੀ, ਤੇ ਬਾਕੀ ਨੂੰ ਲੱਗੇ ਜਿਹੜੀ ਰੈਗੂਲਰ ਫਲਾਈਟਾਂ ਬਾਅਦ ਚੱਲਣਗੀਆਂ ਉਹਦੇ ਉੱਤੇ ਜਾਣਾ। ਜੀ ਬਿਲਕੁਲ, ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਰਾਜਾ ਸਾਂਸੀ 에ਅਰਪੋਰਟ ਤੋਂ ਬੀਤੀ ਰਾਤ ਜਿਹੜੀ ਆ ਇੱਕ ਕਤਰ 에ਅਰਲਾਈਨਸ ਦੀ ਫਲਾਈਟ 369 ਯਾਤਰੀਆਂ ਨੂੰ ਲੈ ਕੇ ਜਿਹੜੀ ਆ ਉਹ ਰਵਾਨਾ ਹੋਈ ਹੈ, ਜਿਹਦੇ ਵਿੱਚੋਂ 268 ਦੇ ਕਰੀਬ ਜਿਹੜੇ ਕੈਨੇਡੀਅਨ ਨਾਗਰਿਕ ਸਨ। ਸੋ ਲਗਾਤਾਰ ਕੈਨੇਡਾ ਦੀ ਸਰਕਾਰ ਵੀ ਉਪਰਾਲੇ ਕਰ ਰਹੀ ਹੈ, ਤੇ ਸਰ ਅਜੇ ਹੋਰ ਕਦੋਂ ਤੱਕ ਇਹ ਫਲਾਈਟਸ ਜਿਹੜੀਆਂ ਜਾਰੀ ਰਹਿਣਗੀਆਂ, ਇਹਦੇ ਬਾਰੇ ਕੋਈ ਨੌਲੇਜ ਹੋਵੇ? ਪਹਿਲਾਂ ਇੱਕ ਦਰਸ਼ਕ ਦੀ ਅਸੀਂ ਕਾਲ ਲੈ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ, ਮੇਰਾ ਕੁਐਸਚਨ ਇਹ ਆ ਕਿ ਜਿਹੜੀਆਂ ਮਤਲਬ ਹੋਰ ਕੰਟਰੀਜ਼ ਤੋਂ ਫਲਾਈਟ ਚੱਲੀਆਂ, ਪਰ ਕੈਨੇਡਾ ਤੋਂ ਕਦੋਂ ਚੱਲੂਗੀਆਂ ਇੰਡੀਆ ਨੂੰ, ਜਿਹਨਾਂ ਕੋਲ ਇੰਡੀਅਨ ਪਾਸਪੋਰਟ, ਇੰਡੀਅਨ ਸਿਟੀਜ਼ਨ ਜਿਹੜੇ ਵਿਜ਼ਿਟਰ ਆਏ ਹੁੰਦੀ ਇੱਧਰ ਕੈਨੇਡਾ? ਜੀ ਬਿਲਕੁਲ, ਅਸੀਂ ਵੀ ਇਹੀ ਗੱਲਬਾਤ ਕਰ ਰਹੇ ਸੀ। ਆਪਾਂ ਨਾਥ ਜੀ ਤੋਂ ਜਾਣਕਾਰੀ ਲੈਣੇ ਆ, ਕਿਉਂਕਿ ਕੈਨੇਡਾ ਨੂੰ ਹਜੇ ਪਹਿਲੇ ਫੇਸ ਵਿੱਚ ਨਹੀਂ ਰੱਖਿਆ ਗਿਆ, ਜਿਹੜੀਆਂ 12 ਕੰਟਰੀਜ਼ ਦੇ ਨਾਮ ਆਏ ਨੇ ਉਹਦੇ ਵਿੱਚ ਹਜੇ ਕੈਨੇਡਾ ਬਾਹਰ ਹੈ। ਸੋ ਆਪਾਂ ਨਾਥ ਜੀ ਤੋਂ ਇਹਦੇ ਵਧੇਰੇ ਜਾਣਕਾਰੀ ਲੈਣੀ ਆ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਜੀ ਸਰ, ਜਿਹੜਾ ਕੈਨੇਡਾ ਜੀ ਮੇਰੇ ਖਿਆਲ ਤਰਨਜੀਤ ਉਹ ਸੈਕੰਡ ਫੇਜ਼ ਦੇ ਵਿੱਚ ਸ਼ਾਇਦ ਕੈਨੇਡਾ ਦੀ ਵਾਰੀ ਆਏਗੀ, ਕਿਉਂਕਿ ਹਜੇ ਉਹਨਾਂ ਨੇ ਯੂਐਸ ਕੀਤਾ ਜੀ, ਤੇ ਯੂਰਪ ਦੇ ਕੁਝ ਕੰਟਰੀ ਨੇ, ਸਾਰੇ ਕੰਟਰੀ ਨਹੀਂ ਹੈ ਜੀ, ਯੂਕੇ ਹੈਗਾ, ਕੁਝ ਇੱਕ ਜਿਵੇਂ ਬਹਿਰੀਨ ਹੈ, ਮਿਡਲ ਈਸਟਰਨ ਕੰਟਰੀਜ਼ ਹੈਗੇ ਨੇ, ਉੱਥੋਂ ਦੀ ਫਲਾਈਟਾਂ ਸ਼ੁਰੂ ਕੀਤੀਆਂ ਨੇ ਕੈਨੇਡਾ। ਆਈ ਹੋਪਫੁਲੀ ਇੰਡੀਅਨ ਗਵਰਨਮੈਂਟ ਸੈਕੰਡ ਫੇਜ਼ ਦੇ ਵਿੱਚ ਕੈਨੇਡਾ ਨੂੰ ਵੀ ਵਿੱਚ ਰੱਖੇਗੀ। ਜੀ ਬਿਲਕੁਲ, ਕਿਉਂਕਿ ਅਸੀਂ ਵੀ ਇਹੀ ਗੱਲ ਕਰ ਰਹੇ ਸੀ, ਕਿਉਂਕਿ ਵੱਡੀ ਗਿਣਤੀ ਵਿੱਚ ਜਿਹੜੇ ਭਾਰਤੀ ਨਾਗਰਿਕ ਨੇ ਇਸ ਵੇਲੇ ਕੈਨੇਡਾ ਵਿੱਚ ਵੀ ਫਸੇ ਹੋਏ ਨੇ। ਸਰ ਇਸ ਤੋਂ ਇਲਾਵਾ ਅਸੀਂ ਗੱਲ ਕਰੀਏ ਅਮਰੀਕਾ ਦੀ, ਹੁਣ ਅਸੀਂ ਗੱਲ ਕਰਦੇ ਹਾਂ ਤਾਂ ਮਿਸਟਰ ਟਰੰਪ ਦੀ ਕੋਈ ਲੇਟੈਸਟ ਕੋਈ ਬਿਆਨਬਾਜ਼ੀ ਸਾਹਮਣੇ ਆਈ ਹੋਵੇ, ਕਿਉਂਕਿ ਕੋਈ ਨਾ ਕੋਈ ਇਸ ਵਕਤ ਕਰੋਨਾ ਵਾਇਰਸ ਦੇ ਉੱਤੇ ਉਹਨਾਂ ਦਾ ਊਟਪਟਾਂਗ ਬਿਆਨ ਵੀ ਸਾਹਮਣੇ ਆਈ ਜਾ ਰਹੇ ਨੇ। ਦੇਖੋ ਗੱਲ ਹੈ, ਹੁਣ ਟਰੰਪ ਸਾਹਿਬ ਨੇ ਕੁਛ ਨਾ ਕੁਛ ਤਾਂ ਕਹਿਣਾ ਹੁੰਦਾ, ਉਹਨਾਂ ਨੇ ਖਬਰਾਂ ਦੇ ਵਿੱਚ ਵੀ ਰਹਿਣਾ ਹੁੰਦਾ। ਹੁਣ ਉਹਨਾਂ ਨੇ ਇਹ ਨਵਾਂ ਬਿਆਨ ਦਿੱਤਾ, ਉਹ ਬਿਆਨ ਦੇ ਮੁਤਾਬਕ ਮੈਨੂੰ ਤਾਂ ਬਹੁਤ ਚੰਗਾ ਨਹੀਂ ਲੱਗਿਆ। ਕਹਿੰਦੇ ਵੀ ਇਕਨੋਮੀ ਜ਼ਿਆਦਾ ਜ਼ਰੂਰੀ ਹੈ, ਜੇ ਕੁਛ ਮੌਤਾਂ ਹੋ ਵੀ ਜਾਣਗੀਆਂ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਹੈ। ਮੈਂ ਤੁਹਾਨੂੰ ਕੰਪਾਈਲ ਕਰਕੇ ਉਹ ਗੱਲ ਦੱਸ ਦਿੰਦਾ, ਜਿਹੜੀ ਕਿ ਬਹੁਤ ਹੀ ਚੰਗੀ ਗੱਲ ਨਹੀਂ ਹੈ। ਕਿਸੇ ਕੰਟਰੀ ਦਾ ਪ੍ਰਧਾਨ ਹੋਣਾ, ਪ੍ਰਾਈਮ ਮਿਨਿਸਟਰ ਹੋਣਾ, ਤੇ ਇੰਨੀ ਲਾਪਰਵਾਹੀ ਵਾਲਾ ਬਿਆਨ ਦੇਣਾ ਕਿ ਕੋਈ ਨਾ ਜੇ ਕੁਛ ਜਾਨਾਂ ਚਲੀਆਂ ਵੀ ਜਾਂਦੀਆਂ ਨੇ, ਸਾਡੀ ਇਕਨੋਮੀ ਜ਼ਰੂਰ ਹੋਣੀ ਚਾਹੀਦੀ ਹੈ, ਬੈਠਣੀ ਚਾਹੀਦੀ ਹੈ, ਇਹ ਕੋਈ ਬਹੁਤ ਜ਼ਿੰਮੇਵਾਰਾਨਾ ਬਿਆਨ ਨਹੀਂ ਹੈ। ਪਰ ਠੀਕ ਆ, ਉਹ ਬਿਜ਼ਨਸਮੈਨ ਹੈਗੇ ਆ ਜੀ, ਉਹ ਬਿਜ਼ਨਸ ਦੇ ਬੇਸ ਤੇ ਗੱਲਾਂ ਕਰਦੇ ਆ। ਮੈਨੂੰ ਲੱਗਦਾ ਵੀ ਸਾਰੀ ਉਮਰ ਉਹਨਾਂ ਨੇ ਇਹ ਕੋਸ਼ਿਸ਼ ਕੀਤਾ ਵੀ ਕੋਈ ਜਾਨ ਦੀ ਤਾਂ ਉਹਨਾਂ ਨੂੰ ਕੋਈ ਇਹਦਾ ਮਤਲਬ ਕੋਈ ਕੀਮਤ ਨਹੀਂ ਸਮਝਦੇ। ਉਹਦੇ ਮੁਕਾਬਲੇ ਜਿਹੜੀਆਂ ਦੂਸਰੇ ਕੰਟਰੀਜ਼ ਹੈਗੇ ਨੇ, ਚਾਹੇ ਉਹਨਾਂ ਦਾ ਇੱਕ ਵੀ ਜਾਨ ਜਾਂਦੀ ਹੋਵੇ ਜਾਂ ਕੁਛ ਹੋਰ, ਸਾਰੇ ਕੰਟਰੀਆਂ ਦੇ ਲੀਡਰਸ ਜ਼ਰੂਰ ਕੋਸ਼ਿਸ਼ ਕਰਦੇ ਆ ਵੀ ਕੋਈ ਨੁਕਸਾਨ ਜਾਨੀ ਨਹੀਂ ਹੋਣਾ ਚਾਹੀਦਾ, ਚਾਹੇ ਜਿਹੜਾ ਫਾਈਨੈਂਸ਼ੀਅਲ ਕੋਈ ਨੁਕਸਾਨ ਹੋ ਵੀ ਜਾਵੇ, ਕੋਈ ਏਡੀ ਗੱਲ ਨਹੀਂ ਹੈਗੀ। ਪਰ ਟਰੰਪ ਸਾਹਿਬ ਦੀ ਸੋਚਣੀ ਮੇਰੇ ਖਿਆਲ ਟੋਟਲੀ ਡਿਫਰੈਂਟ ਹੈ। ਜੋ ਇਹਨਾਂ ਦੀ ਇਹ ਹੋਣਾ ਵੀ ਕੋਈ ਗੱਲ ਨਹੀਂ, ਜੇ ਥੋੜੀਆਂ ਬਹੁਤੀਆਂ ਜਾਨਾਂ ਚਲੀ ਜਾਂਦੀਆਂ, ਕੋਈ ਏਡੀ ਗੱਲ ਨਹੀਂ।
ਇਕਨੋਮੀ ਚੱਲਣੀ ਚਾਹੀਦੀ ਹੈ। ਜੀ ਬਿਲਕੁਲ, ਤੇ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਹੜੀਆਂ ਫਲਾਈਟਸ ਸ਼ੁਰੂ ਹੋ ਰਹੀਆਂ ਨੇ 에ਅਰ ਇੰਡੀਆ ਦੀਆਂ, ਇਹਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਹੁਣ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਫਲਾਈਟਸ ਕਦੋਂ ਤੋਂ ਸ਼ੁਰੂ ਹੋਣਗੀਆਂ, ਕਿੰਨੀਆਂ ਟੋਟਲ ਫਲਾਈਟਸ ਹੋਣਗੀਆਂ। ਜਿਹੜੇ ਵੀ ਨਾਗਰਿਕ ਇਸ ਵਕਤ ਭਾਰਤ ਵਿੱਚ ਫਸੇ ਹੋਏ ਨੇ ਉਹਨਾਂ ਨੇ ਵੱਖ-ਵੱਖ ਮੁਲਕਾਂ ਵਿੱਚ ਜਾਣਾ। ਫਸਟ ਕਲਾਸ, ਸੈਕੰਡ ਕਲਾਸ ਤੇ ਇਕਨੋਮੀ ਕਲਾਸ ਜਿਹੜੀ ਆ, ਬਿਜ਼ਨਸ ਕਲਾਸ ਤੇ ਇਕਨੋਮੀ ਕਲਾਸ, ਉਹਨਾਂ ਦਾ ਕੀ ਕਿਰਾਇਆ ਹੋਏਗਾ ਉਹ ਤੁਹਾਨੂੰ ਹੁਣੀ ਜਾਣਕਾਰੀ ਦੇ ਰਹੇ ਹਾਂ ਅਸੀਂ। ਦੇਖੋ ਜ਼ਰਾ ਇਹ ਰਿਪੋਰਟ ਤੇ ਫਿਰ ਵਾਪਸ ਆਉਂਦੇ ਹਾਂ ਤੇ ਗੱਲਬਾਤ ਕਰਦੇ ਹਾਂ ਬਾਕੀ ਮੁੱਦਿਆਂ ਉੱਤੇ। 에ਅਰ ਇੰਡੀਆ ਨੇ ਅਮਰੀਕਾ, ਬ੍ਰਿਟੇਨ ਅਤੇ ਸਿੰਗਾਪੁਰ ਲਈ ਟਿਕਟਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਵੰਦੇ ਮਾਤਰਮ ਮਿਸ਼ਨ ਦੇ ਤਹਿਤ ਭਾਰਤ ਤੋਂ ਇਨ੍ਹਾਂ ਦੇਸ਼ਾਂ ਲਈ 8 ਮਈ ਤੋਂ 14 ਮਈ ਤੱਕ ਉਡਾਣਾਂ ਚੱਲਣਗੀਆਂ। 에ਅਰ ਇੰਡੀਆ ਦੇ ਮੁਤਾਬਿਕ ਉਹ ਲੋਕ ਟਿਕਟਾਂ ਬੁੱਕ ਕਰ ਸਕਦੇ ਨੇ ਜੋ ਇਨ੍ਹਾਂ ਦੇਸ਼ਾਂ ਵਿੱਚ ਜਾਣ ਦੀਆਂ ਸ਼ਰਤਾਂ ਨੂੰ ਪੂਰਾ ਕਰਦੇ ਨੇ। ਦੱਸ ਦਈਏ ਕਿ ਅੰਤਰਰਾਸ਼ਟਰੀ ਉਡਾਣਾਂ ਬੰਦ ਹੋਣ ਕਾਰਨ ਕਈ ਯਾਤਰੀ ਭਾਰਤ ਆਏ ਸਨ ਅਤੇ ਇੱਥੇ ਫਸ ਗਏ ਸਨ। 1 ਮਈ ਨੂੰ ਕੇਂਦਰ ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮ ਦੇ ਮੁਤਾਬਿਕ 에ਅਰ ਇੰਡੀਆ ਨੇ ਇਨ੍ਹਾਂ ਸੇਵਾਵਾਂ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਅਸਲ ਦੇ ਵਿੱਚ 에ਅਰ ਇੰਡੀਆ ਨੇ ਵਿਦੇਸ਼ਾਂ ਵਿੱਚ ਫਸੇ ਆਪਣੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ 12 ਦੇਸ਼ਾਂ ਵਿੱਚ 64 ਉਡਾਣਾਂ ਚਲਾਉਣੀਆਂ ਨੇ। ਜਹਾਜ਼ ਖਾਲੀ ਨਾ ਜਾਣ, ਇਸ ਲਈ ਭਾਰਤ ਨੇ ਉਹਨਾਂ ਦੇਸ਼ਾਂ ਦੇ ਯਾਤਰੀ ਲਿਜਾਉਣ ਦਾ ਵੀ ਫੈਸਲਾ ਕੀਤਾ। 에ਅਰਲਾਈਨ ਸਿਰਫ ਉਹਨਾਂ ਦੇਸ਼ਾਂ ਦੇ ਲਈ ਟਿਕਟ ਬੁੱਕ ਕਰ ਰਹੀ ਹੈ ਜੋ ਕਿ ਮੌਜੂਦਾ ਸਮੇਂ ਵਿੱਚ ਯਾਤਰੀਆਂ ਨੂੰ ਆਉਣ ਦੀ ਇਜਾਜ਼ਤ ਦੇ ਰਹੇ ਨੇ। ਕੁੱਲ 64 ਉਡਾਣਾਂ ਵਿੱਚ 12 ਉਡਾਣਾਂ ਖਾੜੀ ਦੇਸ਼ਾਂ ਲਈ ਵੀ ਰੱਖੀਆਂ ਗਈਆਂ ਨੇ, ਪਰ ਇਹ ਦੇਸ਼ ਬਾਹਰ ਦੇ ਕਿਸੇ ਵੀ ਵਿਅਕਤੀ ਨੂੰ ਆਉਣ ਦੀ ਇਜਾਜ਼ਤ ਨਹੀਂ ਦੇ ਰਹੇ। ਇਨ੍ਹਾਂ ਉਡਾਣਾਂ ਦਾ ਮਕਸਦ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਦੇਸ਼ ਵਾਪਸ ਲਿਆਉਣ ਦੇ ਕੰਮ ਨੂੰ ਥੋੜੀ ਰਾਹਤ ਦੇਣਾ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਭਾਰਤ ਸਰਕਾਰ ਨੇ 7 ਮਈ ਨੂੰ ਵਿਦੇਸ਼ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਅਭਿਆਨ ਚਲਾਉਣ ਦਾ ਐਲਾਨ ਕੀਤਾ ਹੈ। 1 ਹਫ਼ਤੇ ਦੌਰਾਨ ਵੱਡੇ ਪੈਮਾਨੇ ਤੇ ਇਨ੍ਹਾਂ ਵਿਸ਼ੇਸ਼ ਉਡਾਣਾਂ ਰਾਹੀਂ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਂਦਾ ਜਾਏਗਾ। ਇਨ੍ਹਾਂ ਟਿਕਟਾਂ ਦੀ ਬੁਕਿੰਗ ਲਈ ਕੁਝ ਸ਼ਰਤਾਂ ਨੇ, ਜਿਨ੍ਹਾਂ ਵਿੱਚ ਯਾਤਰਾ ਕਰਨ ਵਾਲਾ ਉਸ ਦੇਸ਼ ਦਾ ਨਾਗਰਿਕ ਹੋਵੇ, ਜਿਸ ਦੇਸ਼ ਵਿੱਚ ਜਾਣਾ ਹੈ ਉੱਥੋਂ ਦਾ ਘੱਟੋ-ਘੱਟ 1 ਸਾਲ ਦਾ ਵੀਜ਼ਾ ਹੋਵੇ, ਗ੍ਰੀਨ ਕਾਰਡ ਜਾਂ OCI ਕਾਰਡ ਧਾਰਕ ਹੋਵੇ। ਯਾਤਰੀ ਨੂੰ ਇਹ ਵੀ ਯਕੀਨੀ ਬਣਾਉਣਾ ਹੋਏਗਾ ਕਿ ਜਿਸ ਦੇਸ਼ ਵਿੱਚ ਉਹ ਜਾਣਾ ਚਾਹੁੰਦਾ ਹੈ ਉੱਥੋਂ ਦੇ ਹੈਲਥ ਪ੍ਰੋਟੋਕਾਲ ਦੇ ਨਿਯਮਾਂ ਨੂੰ ਪੂਰਾ ਕਰਦੇ ਹੋਣ। ਬੋਰਡਿੰਗ ਦੇ ਵੇਲੇ ਸਾਰੇ ਯਾਤਰੀਆਂ ਦੀ ਥਰਮਲ ਸਕਰੀਨਿੰਗ ਹੋਏਗੀ। ਜਿਹੜੇ ਯਾਤਰੀਆਂ ਵਿੱਚ ਕੋਰੋਨਾ ਦੇ ਲੱਛਣ ਨਹੀਂ ਪਾਏ ਜਾਣਗੇ ਉਹਨਾਂ ਨੂੰ ਹੀ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਏਗੀ। ਕਿਸੇ ਵੀ ਸੂਰਤ ਵਿੱਚ ਡਿਪੋਰਟ ਕੀਤੇ ਜਾਣ ਤੇ ਡਿਪੋਰਟੇਸ਼ਨ ਪੈਨਲਟੀ, ਵਾਪਸੀ ਦਾ ਕਿਰਾਇਆ ਅਤੇ ਕੁਆਰੰਟਾਈਨ ਦੇ ਵਿੱਚ ਖਰਚ ਹੋਣ ਵਾਲੇ ਪੈਸੇ ਯਾਤਰੀ ਨੂੰ ਦੇਣੇ ਹੋਣਗੇ। ਹੁਣ ਜੇ ਇਹਨਾਂ ਫਲਾਈਟਸ ਦੇ ਕਿਰਾਏ ਦੀ ਗੱਲ ਕਰੀਏ ਤਾਂ ਵੱਖ-ਵੱਖ ਕਲਾਸ ਅਤੇ ਵੱਖ-ਵੱਖ ਰੂਟਸ ਦਾ ਕਿਰਾਇਆ ਇਸ ਪ੍ਰਕਾਰ ਹੈ। 8 ਮਈ ਨੂੰ ਮੁੰਬਈ ਤੋਂ ਲੰਡਨ ਦੀ ਉਡਾਨ ਲਈ ਸਭ ਤੋਂ ਸਸਤਾ ਕਿਰਾਇਆ 62,960 ਰੁਪਏ ਹੈ। ਬਿਜ਼ਨਸ ਕਲਾਸ ਲਈ 1,75,922 ਰੁਪਏ ਤੇ ਫਸਟ ਕਲਾਸ ਲਈ 2,30,018 ਰੁਪਏ ਹੈ। ਜਦਕਿ 8 ਮਈ ਨੂੰ ਦਿੱਲੀ ਤੋਂ ਸੈਨ ਫਰਾਂਸਿਸਕੋ ਲਈ 에ਅਰ ਇੰਡੀਆ ਇਕਨੋਮੀ ਕਲਾਸ ਦਾ ਕਿਰਾਇਆ 1,04,155 ਰੁਪਏ ਹੈ। ਬਿਜ਼ਨਸ ਕਲਾਸ ਲਈ 3,03,553 ਰੁਪਏ, ਜਦਕਿ ਫਸਟ ਕਲਾਸ ਲਈ 4,01,553 ਰੁਪਏ ਹੈ। ਇਸ ਤੋਂ ਇਲਾਵਾ ਵਧੇਰੇ ਜਾਣਕਾਰੀ ਲਈ 에ਅਰ ਇੰਡੀਆ ਦੀ ਵੈਬਸਾਈਟ ਤੇ ਦੇਖਿਆ ਜਾ ਸਕਦਾ ਹੈ। ਉੱਥੇ ਦੂਜੇ ਪਾਸੇ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿੱਚ ਫਸੇ ਭਾਰਤੀਆਂ ਨੂੰ ਵਤਨ ਵਾਪਸ ਲਿਆਉਣ ਲਈ ਸ਼ਨੀਵਾਰ ਤੋਂ ਹੀ ਫਲਾਈਟਾਂ ਸ਼ੁਰੂ ਹੋਣਗੀਆਂ। ਇਸ ਲਈ ਅਜੇ 7 ਫਲਾਈਟਾਂ ਚਲਾਈਆਂ ਜਾ ਰਹੀਆਂ ਨੇ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਫਲਾਈਟਸ ਰਾਹੀਂ ਕਿਹੜੇ ਯਾਤਰੀ ਸਫ਼ਰ ਕਰਨਗੇ ਉਹਨਾਂ ਦੇ ਨਾਮ ਕੰਪਿਊਟਰ ਡਰਾ ਰਾਹੀਂ ਕੱਢੇ ਜਾਣਗੇ, ਕਿਉਂਕਿ 7 ਜਹਾਜ਼ਾਂ ਵਿੱਚ ਸੀਟਾਂ ਸੀਮਿਤ ਹੀ ਹੋਣਗੀਆਂ। ਬਿਊਰੋ ਇਸੇ ਜੀ ਕਿ ਜਿਹੜੇ ਇਸ ਵਕਤ ਵਿਦੇਸ਼ੀ ਨਾਗਰਿਕ ਨੇ ਉਹ ਕਿੰਨੇ ਕਿਰਾਇਆ ਦੇ ਕੇ ਜਿਹੜਾ ਹੈ ਆਪਣੇ ਮੁਲਕਾਂ ਨੂੰ ਵਾਪਸ ਜਾ ਸਕਦੇ ਨੇ। 에ਅਰ ਇੰਡੀਆ ਵੱਲੋਂ ਜਿਹੜੀ ਫਲਾਈਟਸ ਸ਼ੁਰੂ ਕਰ ਦਿੱਤੀਆਂ ਗਈਆਂ ਨੇ, ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਉੱਥੇ ਦੱਸੀਏ ਕਿ ਆਸਟ੍ਰੇਲੀਆ ਦੇ ਵਿੱਚ ਵੀ ਭਾਰਤੀ ਹਾਈ ਕਮਿਸ਼ਨ ਵੱਲੋਂ ਸਾਰੇ ਭਾਰਤੀਆਂ ਨੂੰ ਜਿਹੜੇ ਉੱਥੇ ਫਸੇ ਹੋਏ ਨੇ ਉਹਨਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਲਈ ਕਿਹਾ ਹੈ ਕਿ ਜਿੰਨੀ ਛੇਤੀ ਹੋ ਸਕੇ ਭਾਰਤੀ ਹਾਈ ਕਮਿਸ਼ਨ ਦੇ ਵਿੱਚ ਆਪਣੀ ਰਜਿਸਟ੍ਰੇਸ਼ਨ ਜ਼ਰੂਰ ਕਰਵਾਈ ਜਾਵੇ। ਹਾਲਾਂਕਿ ਹਜੇ ਆਸਟ੍ਰੇਲੀਆ ਤੋਂ ਫਲਾਈਟ ਚਲਾਉਣ ਦੇ ਬਾਰੇ ਵਿੱਚ ਕੋਈ ਵਧੇਰੇ ਜਾਣਕਾਰੀ ਨਹੀਂ ਮਿਲੀ ਹੈ, ਹਜੇ ਇਸ ਦੇ ਬਾਰੇ ਵਿੱਚ ਗੱਲਬਾਤ ਸ਼ੁਰੂ ਨਹੀਂ ਹੋ ਪਾਈ ਹੈ, ਪਰ ਜਿਵੇਂ ਹੀ ਗੱਲਬਾਤ ਸ਼ੁਰੂ ਹੋਏਗੀ ਸੋ ਰਜਿਸਟ੍ਰੇਸ਼ਨ ਕਰਵਾਉਣੀ ਬਹੁਤ ਜ਼ਰੂਰੀ ਹੈ। 10 ਮਈ 2020 ਤੱਕ ਰਜਿਸਟ੍ਰੇਸ਼ਨ ਜਿਹੜੀ ਕਰਵਾਈ ਜਾ ਸਕਦੀ ਹੈ। ਨਾਜੀ ਹੁਣ ਜੇ ਰੁਖ ਕਰੀਏ ਆਪਾਂ ਕੈਨੇਡਾ ਦਾ, ਤਾਂ ਅੱਜ ਫੈਡਰਲ ਸਰਕਾਰ ਨੇ $3 ਬਿਲੀਅਨ ਦਾ ਜਿਹੜਾ ਪੈਕੇਜ ਐਲਾਨਿਆ ਵਾ ਐਸੈਂਸ਼ੀਅਲ ਵਰਕਰਸ ਦੇ ਲਈ। ਉਹਦੇ ਬਾਰੇ ਵਿੱਚ ਜਾਣਕਾਰੀ ਜ਼ਰੂਰ ਦਿਓ। ਇਹ ਬੜੀ ਚੰਗੀ ਗੱਲ ਕੀਤੀ ਹੈ ਜੀ, ਕਿਉਂਕਿ ਜਿਹੜੇ ਐਸੈਂਸ਼ੀਅਲ ਵਰਕਰਸ ਨੇ ਔਰ ਕਈ ਤਰ੍ਹਾਂ ਐਸੇ ਨੇ ਜਿਹੜੇ ਦੇ ਆਰ ਅਰਨਿੰਗ ਲੈਸ ਦੈਨ $2,500 ਅ ਮੰਥ, ਉਹਨਾਂ ਵਾਸਤੇ ਖਾਸ ਕਰਕੇ ਇਹ ਪੈਕੇਜ। ਔਰ ਇਹ ਪੈਕੇਜ ਇੱਕ ਸਰਕਾਰ ਨਹੀਂ ਸੀ ਦੇ ਸਕਦੀ, ਇਹਨਾਂ ਨੂੰ ਕਿਸੇ ਨਾ ਕਿਸੇ ਢੰਗ ਦੇ ਜਿਹੜੇ ਪ੍ਰੋਵਿੰਸ਼ੀਅਲ ਸਰਕਾਰਾਂ ਉਹਨਾਂ ਦੇ ਨਾਲ ਕੋਈ ਨਾ ਕੋਈ ਸਮਝੌਤਾ ਕਰਨਾ ਪੈਣਾ ਸੀਗਾ। ਸੋ ਅੱਜ ਜਿਹੜੇ ਪ੍ਰੋਵਿੰਸ਼ੀਅਲ ਸਰਕਾਰਾਂ ਤੇ ਸਾਡੀ ਫੈਡਰਲ ਸਰਕਾਰ ਆ, ਇਹਨਾਂ ਨੇ ਆਪਸ ਵਿੱਚ ਸਮਝੌਤਾ ਕਰ ਲਿਆ ਵੀ ਕਿੰਨੇ ਪਰਸੈਂਟ ਦੇ ਵਿੱਚ ਅਸੀਂ ਇੱਕ ਦੂਜੇ ਦੇ ਦੋਨਾਂ ਨੇ ਰਲ ਕੇ ਹਿੱਸਾ ਪਾਉਣਾ, ਤੇ ਜਿਹੜੇ ਐਸੈਂਸ਼ੀਅਲ ਸਰਵਿਸਿਜ਼ ਵਾਲੇ ਲੋਕ ਕੰਮ ਕਰਦੇ ਨੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਗਿਆ ਆਏਗਾ। ਮੇਰੇ ਖਿਆਲ ਹੈ ਬਹੁਤ ਵਧੀਆ ਗੱਲ ਕੀਤੀ ਹੈ, ਵੈਲ ਡਿਜ਼ਰਵਡ ਥਿੰਗ ਹੈ। ਜਿਹੜੇ ਲੋਕ ਆਪਣੀ ਜਾਨ ਜੋਖਮ ਤੇ ਪਾ ਕੇ
ਦਿਨ ਰਾਤ ਕੰਮ ਕਰ ਰਹੇ ਨੇ, ਰਿਸਕ ਲੈ ਰਹੇ ਨੇ, ਉਹਨਾਂ ਵਾਸਤੇ ਜੇ ਅਸੀਂ ਹੋਰ ਨਹੀਂ ਤਾਂ ਫਾਈਨੈਂਸ਼ਲੀ ਤਾਂ ਸਾਨੂੰ ਕੁਝ ਕਰਨਾ ਚਾਹੀਦਾ। ਜਿਹੜੀ ਸਾਡੀ ਹੌਸਲਾ ਅਫਜ਼ਾਈ ਸਾਡੀ ਦੇਣਾ ਉਹ ਤਾਂ ਸਾਡਾ ਫਰਜ਼ ਬਣਦਾ ਹੀ ਬਣਦਾ। ਅੱਜ ਪ੍ਰਭੂ ਸਰਕਾਰੀ ਸਾਹਿਬ ਨਾਲ ਮੇਰੀ ਇਹ ਗੱਲ ਹੋਈ ਸੀਗੀ ਰਿਗਾਰਡਿੰਗ, ਕੱਲ ਆਪਾਂ ਗੱਲ ਕੀਤੀ ਸੀਗੀ ਜਿਹੜੇ 에어ਪੋਰਟ ਤੇ ਟੈਕਸੀ ਲਿਮੋ ਡਰਾਈਵਰਸ ਦੀ ਜਿਹੜੀ ਤਕਰੀਬਨ 10 ਜਾਨਾਂ ਚਲੀ ਟੈਕਸੀ ਡਰਾਈਵਰਸ ਦੀ ਕਾਫੀ ਲੰਬੇ ਸਮੇਂ ਤੋਂ ਇਹ ਮੰਗ ਸੀ ਸਰ ਕਿ ਉਹਨਾਂ ਦੇ ਲਈ ਕੁਝ ਨਹੀਂ ਕੀਤਾ ਜਾ ਰਿਹਾ, ਕਿਉਂਕਿ ਉਹਨਾਂ ਦੀਆਂ ਕਾਫੀ ਜ਼ਿਆਦਾ ਮਤਲਬ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਸਾਰੀ ਸਿਚੁਏਸ਼ਨ 'ਚ। ਬਿਲਕੁਲ ਤਰਨ, ਉਹਦੇ ਵਿੱਚ ਉਹਨਾਂ ਨੇ ਅੱਜ ਆਪਣੇ ਨਾਲ ਵਾਅਦਾ ਕੀਤਾ ਕਿ ਉਹ ਜ਼ਰੂਰ ਇਸ ਮਾਮਲੇ ਨੂੰ ਦੇਖਣਗੇ, ਇਸ ਮਾਮਲੇ ਦੇ ਵਿੱਚ ਜ਼ਰੂਰ ਦੇ ਵੱਲ ਪੂਰੀ ਅਟੈਂਸ਼ਨ ਦੇਣਗੇ, ਕਿਉਂਕਿ ਈਵਨ ਜਿਹੜੀ ਮੈਂ ਗੱਲ ਕਰਦਾ ਸੀਗਾ ਮੇਰੀ ਗੱਲ ਦੇ ਵਿੱਚ ਉਹਨਾਂ ਨੇ ਜਿਹੜਾ ਮੈਂ ਸੈਕੰਡ ਕੁਐਸਚਨ ਕਰਨਾ ਸੀਗਾ ਉਹਨਾਂ ਨੇ ਉਸ ਦਾ ਜਵਾਬ ਮੈਨੂੰ ਪਹਿਲੇ ਦੇ ਵਿੱਚ ਹੀ ਦੇ ਦਿੱਤਾ। ਇੰਸ਼ੋਰੈਂਸ ਇੰਡਸਟਰੀ ਦੇ ਬੜੀ ਵੱਡੀ ਪ੍ਰੋਬਲਮ ਆਈ ਹੋਈ ਆ, ਕਿਉਂਕਿ ਇਸ ਵੇਲੇ ਜਿਹੜੀਆਂ ਟੈਕਸੀ ਇੰਡਸਟਰੀ ਦੇ ਵਿੱਚ ਕਾਰਾਂ ਘਰੇ ਖੜੀਆਂ ਨੇ ਕਿਉਂਕਿ ਕੰਮ ਹੈ ਨਹੀਂਗਾ, ਪਰ ਉਹਦਾ ਇੰਸ਼ੋਰੈਂਸ ਕਿਉਂਕਿ ਫ੍ਰੀ ਇੰਸ਼ੋਰੈਂਸ ਹੋਣ ਕਰਕੇ ਸਾਰੇ ਡਰਾਈਵਰਸ ਇੰਸ਼ੋਰੈਂਸ ਦੇ ਰਹੇ ਨੇ ਤਕਰੀਬਨ ਜਿਹੜੀ ਕਿ $600-700 ਐਟਲੀਸਟ ਇੰਨਾ ਜ਼ਰੂਰ ਆ, ਇਹ ਤੋਂ ਵੱਧ ਹੀ ਹੋਏਗਾ, ਇੰਨੀ ਇੰਸ਼ੋਰੈਂਸ ਪਰ ਮੰਥ ਦੇ ਰਹੇ ਨੇ ਔਰ ਕਾਰ ਖੜੀ ਹੈ ਬਿਨਾਂ ਗੱਲੋਂ ਉਹ ਪੈਸੇ ਜਾ ਰਹੇ ਨੇ ਉਹਨਾਂ ਦੇ। ਉਹਦੇ ਬਾਰੇ ਮੈਂ ਉਹਨਾਂ ਨਾਲ ਗੱਲ ਕੀਤੀ ਸੀ ਕਿ ਤੇ ਮੇਰੇ ਖਿਆਲ ਜੇ ਆਪਣੇ ਕੋਲ ਉਹਨਾਂ ਦੀ ਫੁਟੇਜ ਹੈਗੀ ਆ ਤਾਂ ਮੈਂ ਜ਼ਰੂਰ ਆਪਣੇ ਰੂਪੀ ਹੁਣ ਨੂੰ ਕਹਾਂਗਾ ਕਿ ਜੇ ਉਹ ਫੁਟੇਜ ਚਲਾ ਸਕਣ ਜੀ। obviously ਬਹੁਤ ਸੈਡ ਸਿਚੁਏਸ਼ਨ ਆਪਾਂ ਨੇ ਸਾਹਮਣੇ ਆਈ ਹੈਗੀ ਆ, ਜੋ ਇਵਨ ਕੁਝ ਦਿਨ ਪਹਿਲਾਂ ਸਾਡੇ ਕਮਿਊਨਿਟੀ ਦੇ ਬਹੁਤ ਹੀ ਅਸੀਂ ਕਹਿ ਸਕਦੇ ਹਾਂ ਕਮਿਊਨਿਟੀ ਦੇ ਹਰ ਇੱਕ ਕੰਮ ਅੱਗੇ ਲਾ ਕੇ ਕਰਨ ਵਾਲੇ ਸਾਡੇ ਪੁਨੀਆ ਸਾਹਿਬ ਜੋ ਅਕਾਲ ਚਲਾਣਾ ਕਰ ਗਏ ਸੀ, ਸੋ ਅਸੀਂ ਉਹਨਾਂ ਦੇ ਪਰਿਵਾਰ ਨੂੰ ਵੀ ਆਪਣੇ ਵੱਲੋਂ ਜੋ ਸਾਡਾ ਇਸ ਸਮੇਂ ਦੇ ਵਿੱਚ ਕਾਫੀ ਟਫ ਪੀਰੀਅਡ ਜਾ ਰਿਹਾ ਸੀ ਉਹਨਾਂ ਦੇ ਨਾਲ ਆਪਣੇ ਥਾਟਸ ਐਂਡ ਪ੍ਰੇਅਰਸ ਰੱਖਦੇ ਹਾਂ। ਪਰ ਇਸ ਇੰਡਸਟਰੀ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਹੈਗਾ ਵੀ ਕਾਫੀ ਮੁਸ਼ਕਿਲਾਂ ਆ ਰਹੀਆਂ ਕਿਉਂਕਿ ਉਹਦੇ ਵਿੱਚ ਸੋਸ਼ਲ ਡਿਸਟੈਂਸਿੰਗ ਰੱਖੀ ਨਹੀਂ ਜਾ ਸਕਦੀ, ਤੇ ਜਦੋਂ ਪਹਿਲੇ ਸ਼ੁਰੂਆਤ ਦੇ ਵਿੱਚ ਇੱਥੇ ਕੰਮ ਹੁੰਦਾ ਸੀਗਾ ਉਹਦੇ ਵਿੱਚ ਰਿਸਕ ਬਹੁਤ ਵੱਧ ਗਿਆ ਸੀਗਾ ਤੇ ਆਪਣੇ ਕਈ ਜੋ ਟੈਕਸੀ ਲੈਮੋ ਇੰਡਸਟਰੀ ਦੇ ਵਿੱਚ ਸੀਗੀ ਉਹਨਾਂ ਨੂੰ ਇੰਪੈਕਟ ਪਿਆ ਇਸ ਚੀਜ਼ ਦਾ। ਸੋ ਅਸੀਂ ਇਸ ਦਾ ਜਿੱਥੇ ਵੀ ਅਸੀਂ ਆਪਣੇ ਵੱਲੋਂ ਕੋਈ ਹੈਲਥ ਦੇ ਤੌਰ ਤੋਂ ਜਾਂ ਹੋਰ ਅਸੀਂ ਸਪੋਰਟ ਕਰ ਸਕਦੇ ਇਸ ਇੰਡਸਟਰੀ ਦੇ ਵਿੱਚ ਕਾਫੀ ਹੁਣ ਇੰਸ਼ੋਰੈਂਸ ਦਾ ਇਸ਼ੂ ਵੀ ਆ ਚੁੱਕਾ ਸੀਗਾ, ਜਿਸ ਦੇ ਵਿੱਚ ਜਿਹੜੇ ਕਈ ਫਲੀਟ ਇੰਸ਼ੋਰੈਂਸ ਦੇ ਉੱਤੇ ਜਿਨ੍ਹਾਂ ਨੂੰ ਗੱਡੀਆਂ ਹੈਗੀਆਂ ਇਸ ਵਕਤ ਉਹਨਾਂ ਨੂੰ ਕਈ ਇਸ਼ੂ ਆ ਰਹੇ ਕਿਉਂਕਿ ਉਹਨਾਂ ਦੀ ਇੰਸ਼ੋਰੈਂਸ ਜਿਹੜੀ ਫਾਇਰ ਐਂਡ ਥੈਫਟ ਤੱਕ ਨਹੀਂ ਹੋ ਸਕੀ। ਕਈ ਜਿਹੜੇ ਟੈਕਸੀ ਕੰਪਨੀ ਇੰਸ਼ੋਰੈਂਸ ਵਾਲੇ ਹੈਗੇ ਉਹਨਾਂ ਨੇ ਫਾਇਰ ਐਂਡ ਥੈਫਟ ਦੇ ਉੱਤੇ ਕਰ ਦਿੱਤਾ, ਪਰ ਕਈ ਜਿਹੜੇ ਰਿਸਟ੍ਰਿਕਸ਼ਨਸ ਕੀਤੇ ਜਾਂਦੇ ਆ ਇੰਸ਼ੋਰੈਂਸ ਕੰਪਨੀਆਂ ਵੱਲੋਂ ਸਾਡੇ ਵੱਲੋਂ ਪ੍ਰੋਵਿੰਸ ਨੇ ਜਿਹੜੇ ਰੈਗੂਲੇਸ਼ਨਸ ਹੈਗੇ ਆ ਉਹ ਈਜ਼ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਜਿਸ ਦੇ ਵਿੱਚ ਉਹ ਰੀਬੇਟ ਹੋਣ, ਚਾਹੇ ਉਹ ਪਰਸਨਲ ਇੰਸ਼ੋਰੈਂਸ ਦੇ ਉੱਤੇ ਹੋਣ ਚਾਹੇ ਉਹ ਕਮਰਸ਼ੀਅਲ ਇੰਸ਼ੋਰੈਂਸ ਦੇ ਉੱਤੇ ਹੋਣ, ਉਹ ਹੋ ਸਕਣ। ਸੋ ਈਵਨ ਪਿਛਲੇ ਵੀਕ ਤੱਕ ਸਾਡੀਆਂ ਗੱਲ ਚੱਲ ਰਹੀਆਂ ਸੀਗੀਆਂ ਆਪਣੇ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਵੀ ਜਿੱਥੇ ਸਾਡੇ ਲੈਮੋ ਡਰਾਈਵਰ ਜਿਨ੍ਹਾਂ ਨੂੰ ਇਸ ਵਕਤ ਕਾਫੀ ਹਾਈ ਪ੍ਰੀਮੀਅਮ ਪੇ ਕਰਨੇ ਪਏ, ਉੱਥੇ ਤਕਰੀਬਨ ਸਾਰੀਆਂ ਹੀ ਟੈਕਸੀਆਂ ਇਸ ਵਕਤ ਰੋਕ ਲੱਗੀ ਪਈ ਕਿਉਂਕਿ ਸਾਡੀ ਇੰਟਰਨੈਸ਼ਨਲ ਜੋ ਫਲਾਈਟਸ ਹੈਗੀਆਂ ਉਹ ਨਹੀਂ ਚੱਲ ਰਹੀਆਂ। ਉਸ ਦੇ ਵਿੱਚ ਅਸੀਂ ਚਾਹੁੰਦੇ ਹੈਗੇ ਆ ਵੀ ਉਹ ਕਿਸੇ ਤਰੀਕੇ ਨਾਲ ਉਹਨਾਂ ਦੀ ਵੀ ਸਪੋਰਟ ਕੀਤੀ ਜਾਏ। ਸੋ ਇਸ ਵਕਤ ਅਸੀਂ ਹਮੇਸ਼ਾ ਇਸ ਚੀਜ਼ ਦਾ ਮਾਨਿਟਰ ਸੋ ਇਹ ਸਨ ਜੀ ਪ੍ਰਭਮੀਤ ਸਰਕਾਰੀਆ ਜਿਨ੍ਹਾਂ ਨੇ ਕਿ ਹਮਦਰਦ ਟੀਵੀ ਨਾਲ ਖਾਸ ਗੱਲਬਾਤ ਕੀਤੀ, ਜਿਵੇਂ ਕਿ ਅਸੀਂ ਕਹਿੰਦੇ ਹਾਂ ਕਿ ਅਸੀਂ ਤੁਹਾਡੇ ਮੁੱਦੇ ਜਿਹੜੇ ਅੱਗੇ ਤੱਕ ਪਹੁੰਚਾਉਂਦੇ ਹਾਂ। ਸੋ ਇੱਕ ਦਰਸ਼ਕ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ, ਫਲਾਈਟਸ ਦੇ ਬਾਰੇ ਵਿੱਚ ਕੋਈ ਜਾਣਕਾਰੀ ਚਾਹੁੰਦੇ ਨੇ, ਉਹਨਾਂ ਨਾਲ ਅਸੀਂ ਵੈਲਕਮ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਪੰਜਾਬ ਤੋਂ ਬੋਲਦਾ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਯੂਐਸ ਸਿਟੀਜ਼ਨ ਹਾਂ, ਮੈਂ ਵਾਪਸ ਜਾਣਾ ਸੀਗਾ ਤੇ ਮੈਂ ਰਜਿਸਟਰ ਤਾਂ ਕਰਦਾ ਕੀਤਾ ਪਰ ਮੈਨੂੰ ਬੈਸੀ ਵੱਲੋਂ ਈਮੇਲ ਆਈ ਸੀਗੀ ਕੱਲ ਤੇ ਉਹ ਕਹਿੰਦੇ ਸੀ ਜਿਹੜੀਆਂ ਦੀਆਂ ਫਲਾਈਟਸ ਜਿੱਦਾਂ ਸ਼ੁਰੂ ਹੋ ਗਈਆਂ ਤੇ ਵੈਬਸਾਈਟ ਤੇ ਜਾ ਕੇ ਦੇਖ ਲਓ। ਉਹਨਾਂ ਨੂੰ ਵੈਬਸਾਈਟ ਤੋਂ ਲਿੰਕ ਵੀ ਭੇਜਿਆ ਸੀ, ਜਦ ਮੈਂ ਉੱਥੇ ਗਿਆ ਪਰ ਉਹ ਸ਼ੋ ਨਹੀਂ ਸੀ ਹੁੰਦੀ ਕੋਈ ਵੀ ਫਲਾਈਟ ਤੇ ਮੈਂ ਅੱਜ ਦੁਬਾਰਾ ਵੀ ਦੇਖਿਆ ਤੇ ਨਹੀਂ ਸੀ ਸ਼ੋ ਹੁੰਦੀ। ਮੈਨੂੰ ਲੱਗਦਾ ਹੁਣ ਇਹ ਨਹੀਂ ਪਤਾ ਕਿ ਏਜੰਟਸ ਕੋਲੋਂ ਲੈਣੀਆਂ ਪੈਣੀਆਂ ਜਾਂ ਸਿੱਧੀਆਂ ਜਾਂ ਸਿੱਧੀ ਤਾਂ ਆਉਂਦੀ ਨਹੀਂ ਕਿ ਵੈਬਸਾਈਟ ਤੇ। ਜੀ ਬਿਲਕੁਲ, ਆਪਾਂ ਨੱਤ ਜੀ ਤੋਂ ਇਹਦੇ ਬਾਰੇ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ। ਤੁਸੀਂ ਕਾਲ ਕੀਤੀ ਉਹਦੇ ਲਈ ਸਰ ਬਹੁਤ ਬਹੁਤ ਧੰਨਵਾਦ। ਟੀਵੀ ਸਕਰੀਨ ਤੇ ਤੁਸੀਂ ਆਨਸਰ ਸੁਣ ਸਕਦੇ ਹੋ। ਨੱਤ ਜੀ ਇਹਨਾਂ ਨੇ ਜਿਹੜੀ ਗੱਲ ਕੀਤੀ ਹੈ ਨਾ ਉਹ ਠੀਕ ਹੈ ਕਿਉਂਕਿ ਇਹਨਾਂ ਨੂੰ ਇਨਫੋਰਮੇਸ਼ਨ ਨਹੀਂ ਮਿਲ ਰਹੀ। ਰੀਜ਼ਨ ਬੀਇੰਗ ਜਿਵੇਂ ਪਹਿਲੀ ਫਲਾਈਟ ਹੀ ਡਿਲੇ ਹੋ ਗਈ ਉਹਦੇ ਕਰਕੇ ਸਾਰਾ ਸਕੈਜੂਲ ਮੈਨੂੰ ਲੱਗਦਾ ਮੈਸਅਪ ਹੋ ਗਿਆ। ਜਿਵੇਂ ਜਿਵੇਂ ਫਲਾਈਟਾਂ ਹੌਲੀ ਹੌਲੀ ਚੱਲਣਗੀਆਂ ਸਾਰੇ ਦਾ ਸਾਰਾ ਰੀਸਕੈਜੂਲ ਕੀਤਾ ਜਾਵੇਗਾ। ਉਹ ਇਸੇ ਕਾਰਨ ਹੈਗਾ ਵੀ ਉਹ ਕੁਛ ਕਿਉਂਕਿ ਇਹ ਫਲਾਈਟਾਂ ਨੇ ਸਕੈਜੂਲਡ ਫਲਾਈਟਸ ਨਹੀਂ ਹੈ, ਇਹਦੇ ਵਿੱਚ ਜ਼ਰੂਰ ਮਾੜੀ ਮੋਟੀ ਡਿਲੇ ਆਉਂਦੀ ਹੋਈ ਹੈ, ਕੋਈ ਏਡੀ ਵੱਡੀ ਗੱਲ ਹੈ ਨਹੀਂ। ਪਰ ਨਾਲ ਦੀ ਨਾਲ ਇਹਨਾਂ ਨੂੰ ਜ਼ਰੂਰ ਜਿਹੜੀ ਵੈਬਸਾਈਟ ਆ ਉੱਥੇ ਜਾ ਕੇ ਚੈੱਕ ਕਰਨਾ ਪਵੇਗਾ ਤੇ ਜਿਵੇਂ ਆਪਾਂ ਗੱਲ ਕਹੀ ਹੈ ਇਹ ਲੋਟਰੀ ਸਿਸਟਮ ਹੈ ਉਹਦੇ ਮੁਤਾਬਕ ਕੋਈ ਇਹਨਾਂ ਦੀਆਂ ਸੀਟਾਂ ਬੁੱਕ ਹੋਣਗੀਆਂ। ਸੋ ਦੇ ਹੈਵ ਟੂ ਬੀ ਵੈਰੀ ਕੇਅਰਫੁਲ। ਜੀ ਬਿਲਕੁਲ, ਇੱਕ ਹੋਰ ਦਰਸ਼ਕ ਜੁੜ ਚੁੱਕੇ ਨੇ। ਹੈਲੋ ਹਾਂਜੀ
ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਮ, ਕਿੱਥੋਂ ਬੋਲ ਰਹੇ ਹੋ? ਹਾਂਜੀ, ਅਸੀਂ ਵੈਨਕੂਵਰ ਤੋਂ ਬੋਲ ਰਹੇ ਹਾਂ। ਮੈਮ ਥੋੜਾ ਜਿਹਾ ਟੀਵੀ ਸਕਰੀਨ ਦੀ ਆਵਾਜ਼ ਨੂੰ ਪਲੀਜ਼ ਘੱਟ ਕਰ ਦਿਓ। ਹਾਂਜੀ ਹਾਂਜੀ, ਦੱਸੋ ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ, ਅਸੀਂ ਆਪਣਾ ਪਤਾ ਕਰਨਾ ਸੀਗਾ ਕੈਨੇਡਾ ਤੋਂ ਵੈਨਕੂਵਰ ਤੋਂ ਇੰਡੀਆ ਕਦੋਂ ਜਾਣੀਆਂ ਟਿਕਟਾਂ? ਵੈਨਕੂਵਰ ਤੋਂ ਇੰਡੀਆ ਕਦੋਂ ਤੋਂ ਸਟਾਰਟ ਹੋਏਗੀ ਸਰ? ਮੈਮ ਕਰਦਾ ਯਾਰ ਜੀ ਬਿਲਕੁਲ, ਹਜੇ ਤੱਕ ਤਾਂ ਕੈਨੇਡਾ ਇਸ ਫੇਸ ਦੇ ਵਿੱਚ ਆਇਆ ਨਹੀਂ। ਫਸਟ ਫੇਸ ਦੇ ਵਿੱਚ ਜਿਹੜੇ 12 ਕੰਟਰੀਜ਼ ਨੇ ਉਹ 'ਚ ਹਜੇ ਕੈਨੇਡਾ ਸ਼ਾਮਿਲ ਨਹੀਂ ਹੈਗਾ। ਬਾਕੀ ਕਦੋਂ ਸ਼ਾਮਿਲ ਹੁੰਦਾ ਵਾ ਨਾਜੀ ਤੋਂ ਜਾਣਕਾਰੀ ਲੈਣੇ ਆ। ਥੈਂਕ ਯੂ ਸੋ ਮਚ, ਤੁਸੀਂ ਕਾਲ ਕੀਤੀ ਆ ਜੀ ਸਰ। ਜਦੋਂ ਅਜੇ ਤਾਂ ਵਾਰੀ ਆਈ ਨਹੀਂ ਹੈ ਕੈਨੇਡਾ ਦੀ, ਜਦੋਂ ਕੈਨੇਡਾ ਦੀ ਵਾਰੀ ਆਏਗੀ ਉਦੋਂ ਬਾਅਦ ਹੀ ਜਾ ਸਕਣਗੇ। ਤੇ ਸੈਕੰਡਲੀ ਜਿਹੜੀਆਂ ਰੈਗੂਲਰ ਸਕੇਜੂਲਡ ਫਲਾਈਟਾਂ ਨੇ ਉਹ ਤਾਂ ਬੰਦ ਨੇ। ਰੀਜ਼ਨ ਬੀਇੰਗ ਇਜ਼ ਇੰਡੀਆ ਬੰਦ ਆ ਜੀ, ਉਹ ਫਲਾਈਟ ਤਾਂ ਹਲੇ ਕੋਈ ਜਾ ਹੀ ਨਹੀਂ ਰਹੀ। ਜਿਹੜੀ ਸਪੈਸ਼ਲ ਫਲਾਈਟਸ ਆਉਣਗੀਆਂ ਜਦ ਤੱਕ ਇੰਡੀਆ ਖੁੱਲ੍ਹਦਾ ਨਹੀਂ ਹੈਗਾ ਉਨੀ ਦੇਰ ਤੱਕ ਸਪੈਸ਼ਲ ਫਲਾਈਟਸ 'ਤੇ ਜਾਣਾ ਪਵੇਗਾ। ਜਦੋਂ ਸਪੈਸ਼ਲ ਫਲਾਈਟਸ ਆਪਣੇ ਕੈਨੇਡਾ ਦੇ ਉੱਤੇ ਸ਼ੁਰੂ ਹੋਣਗੀਆਂ ਆਪਾਂ ਜ਼ਰੂਰ ਸ਼ੇਅਰ ਕਰਾਂਗੇ। ਆਪਣੇ ਜਿੰਨੇ ਵੀ ਹੈਗੇ ਦਰਸ਼ਕ ਹੈਗੇ, ਵੀ ਲਵ ਟੂ ਸ਼ੇਅਰ ਆਲ ਦਾ ਇਨਫੋਰਮੇਸ਼ਨ ਜਿੰਨੀ ਸਾਡੇ ਕੋਲ ਹੁੰਦੀ ਹੈ ਜੀ। ਜਿਵੇਂ ਜਿਵੇਂ ਇਨਫੋਰਮੇਸ਼ਨ ਆਏਗੀ ਅਸੀਂ ਰਾਈਟ ਵਿਦ ਜੀ, ਜਿਨ੍ਹਾਂ ਮੁਲਕਾਂ ਦੀ ਗੱਲ ਹੋ ਰਹੀ ਹੈ ਇਸ ਵਕਤ ਜਿੱਥੋਂ ਭਾਰਤੀ ਨਾਗਰਿਕ ਲਿਆਂਦੇ ਜਾਣਗੇ, ਉਹਨਾਂ ਮੁਲਕਾਂ ਦਾ ਜੇ ਜ਼ਿਕਰ ਕਰੀਏ ਤਾਂ ਉਹ ਮੁਲਕ ਹਨ ਬਹਿਰੀਨ, ਬੰਗਲਾਦੇਸ਼, ਕੁਵੈਤ, ਮਲੇਸ਼ੀਆ, ਫਿਲੀਪੀਨਸ, ਕਤਰ, ਸਾਊਦੀ ਅਰੇਬੀਆ, ਸਿੰਗਾਪੁਰ, USA, UK ਇਹ ਅਤੇ UAE। ਇਹ ਦੇਸ਼ ਨੇ ਜਿਨ੍ਹਾਂ ਤੋਂ ਹਜੇ ਇੰਡੀਅਨ ਜਿਹੜੇ ਨਾਗਰਿਕ ਫਸੇ ਹੋਏ ਨੇ ਉਹਨਾਂ ਨੂੰ ਲੈ ਕੇ ਆਉਣਾ। ਹਜੇ ਇਹਦੇ ਵਿੱਚ ਕੈਨੇਡਾ ਜਿਹੜਾ ਸ਼ਾਮਿਲ ਨਹੀਂ ਹੋਇਆ। ਜਿਵੇਂ ਹੀ ਕੈਨੇਡਾ, ਉਮੀਦ ਕੀਤੀ ਜਾ ਰਹੀ ਹੈ ਕਿ ਜਦੋਂ ਸੈਕਿੰਡ ਫੇਸ ਨੂੰ ਸ਼ੁਰੂ ਕੀਤਾ ਜਾਵੇਗਾ, ਸੈਕਿੰਡ ਫੇਸ 'ਚ ਭਾਰਤੀ ਨਾਗਰਿਕ ਕੱਢਣੇ ਸ਼ੁਰੂ ਹੋਣਗੇ ਤਾਂ ਉਹਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਕੈਨੇਡਾ ਵੀ ਸ਼ਾਮਿਲ ਹੋਏਗਾ ਤੇ ਇੱਥੋਂ ਵੀ ਜਿਹੜੇ ਆ ਕੱਢੇ ਜਾਣਗੇ ਛੇਤੀ ਤੋਂ ਛੇਤੀ ਨਾਗਰਿਕ। ਸਰ, ਗੱਲਬਾਤ ਕਰ ਸੀ ਪ੍ਰਭਮੀ ਸਰਕਾਰੀਆ ਦੀ, ਤੇ ਜਿਹੜੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਟੈਕਸੀ ਡਰਾਈਵਰਸ ਦੇ ਲਈ ਵੀ ਕੁਝ ਨਾ ਕੁਝ ਕੀਤਾ ਜਾਏਗਾ। ਤੁਹਾਨੂੰ ਲੱਗ ਰਿਹਾ ਕਿ ਇਹ ਜਿਹੜੀ ਹੁਣ ਫੈਡਰਲ ਸਰਕਾਰ ਤੱਕ ਆਵਾਜ਼ ਪਹੁੰਚੇਗੀ? ਦੇਖੋ, ਇਹ ਗੱਲ ਆਪਾਂ ਜਿਹੜੇ ਕੱਲ ਆਪਾਂ ਜਿਹੜੀ ਆਪਣੇ ਰੂਬੀ ਸੋਤਾ ਜੀ ਨੇ ਉਹਨਾਂ ਨਾਲ ਵੀ ਆਪਾਂ ਮੁਲਾਕਾਤ ਕੀਤੀ ਸੀ। ਉਹਨਾਂ ਦੀ ਆਪਾਂ ਵੈਬਸਾਈਟ ਦੇ ਉੱਤੇ ਉਹਨਾਂ ਨਾਲ ਜਿਹੜੀ ਇੰਟਰਵਿਊ ਹੈਗੀ ਹੈ ਜੀ, ਉਹਨਾਂ ਨੇ ਵੀ ਇਸ ਗੱਲ ਦਾ ਭਰੋਸਾ ਦਵਾਇਆ। ਕਿਉਂਕਿ ਹੁਣ ਜਿਹੜੀ ਇਹ ਗੱਲ ਹੈ ਕਿ ਜਦ ਤੱਕ ਅਸੀਂ ਗੱਲ ਕਰਦੇ ਨਹੀਂ ਉਹ ਤਾਂ ਗੱਲ ਅੱਗੇ ਜਾਂਦੀ ਨਹੀਂ ਹੈ। ਪਰ ਇਸ ਵੇਲੇ ਜੇ ਥੋੜੇ ਜਿਹੇ ਥਾਂ ਦੇ ਉੱਤੇ ਠੀਕ ਹੈ, ਹੋਰਾਂ ਥਾਵਾਂ ਤੇ ਬਹੁਤ ਨੁਕਸਾਨ ਹੋਇਆ। ਕਈ ਹੈਲਥ ਵਰਕਰਸ ਦੀ ਡੈਥ ਹੋਈ ਆ, ਕਈ ਥਾਵਾਂ ਤੇ ਜਿਵੇਂ ਓਲਡ ਏਜ ਹੋਮਸ ਆ ਉੱਥੇ ਜ਼ਿਆਦਾ ਡੈਥਸ ਹੋਈਆਂ ਨੇ। ਪਰ ਜਿਹੜੀ ਟੈਕਸੀ ਇੰਡਸਟਰੀ ਆ, ਖਾਸ ਕਰਕੇ 에ਅਰਪੋਰਟ ਦੀ ਆ, ਸਿਟੀ ਦੇ ਵਿੱਚ ਅਜੇ ਏਡੀ ਗੱਲ ਹੋਈ ਨਹੀਂ ਹੈ ਕਿਉਂਕਿ ਲੋਕ ਬਾਹਰੋਂ ਨਹੀਂ ਆਉਂਦੇ। ਲੋਕਲ ਟਰੈਵਲਰਸ ਹੈਗੇ ਜੇ ਥੋੜੇ ਬਹੁਤੇ ਜਾਂਦੇ ਸੀਗੇ। ਜਿਹੜੇ 에ਅਰਪੋਰਟ ਤੇ ਆ ਰਹੇ ਨੇ ਪਤਾ ਨਹੀਂ ਕਿੱਥੋਂ ਆ ਰਿਹਾ ਬੰਦਾ, ਉਹ ਕੋਡ ਲੈ ਕੇ ਆ ਰਿਹਾ ਜਾਂ ਨਹੀਂ ਲੈ ਕੇ ਆ ਰਿਹਾ। ਇਸੇ ਕਰਕੇ 에ਅਰਪੋਰਟ ਦੇ ਡਰਾਈਵਰਸ ਦਾ ਨੁਕਸਾਨ ਬਹੁਤ ਹੋ ਗਿਆ। ਤਕਰੀਬਨ 10 ਮੌਤਾਂ ਹੋ ਚੁੱਕੀਆਂ। ਬਹੁਤ ਵੱਡਾ ਨੰਬਰ ਹੈ ਜੀ ਸੋਚਿਆ ਜਾਵੇ ਉੱਥੇ। ਔਰ ਇਹ ਮੇਰਾ ਖਿਆਲ ਆ ਕਿ ਜ਼ਰੂਰ ਸਾਡੀ ਫੈਡਰਲ ਸਰਕਾਰ ਨੂੰ, ਜਿਹੜੀ ਸਾਡੀ ਪ੍ਰੋਵਿੰਸ਼ੀਅਲ ਸਰਕਾਰ ਆ, ਇਹਨਾਂ ਨੂੰ, ਕਿਉਂਕਿ ਪ੍ਰੋਵਿੰਸ਼ੀਅਲ ਸਰਕਾਰ ਨੇ ਤਾਂ $4 ਪ੍ਰਤੀ ਘੰਟਾ ਇਹਨਾਂ ਨੇ ਜਿਹੜੇ ਐਸੈਂਸ਼ੀਅਲ ਵਰਕਰਸ ਨੇ ਉਹਨਾਂ ਦੇ ਰੇਜ਼ ਦਿੱਤੀ ਆ। ਐਂਡ ਅਨਦਰ $250 ਐਵਰੀ 4 ਵੀਕਸ ਇਹਨਾਂ ਨੂੰ ਲੰਪ ਸਮ ਦੇਣ ਦਾ ਵਾਅਦਾ ਕੀਤਾ। ਤੇ ਜਿਹੜੀ ਟੈਕਸੀ ਇੰਡਸਟਰੀ ਆ ਉਹ ਹੁਣ ਤੱਕ ਬਿਲਕੁਲ ਪਿੱਛੇ ਪਈ ਆ ਇਸ ਮਾਮਲੇ ਦੇ ਵਿੱਚ, ਉਹਦਾ ਕੋਈ ਖਿਆਲ ਨਹੀਂ ਕੀਤਾ ਗਿਆ। ਔਰ ਮੈਂ ਹੋਪਫੁਲੀ ਮੈਂ ਨਾਲ ਟਰੱਕ ਇੰਡਸਟਰੀ ਦੀ ਗੱਲ ਵੀ ਕੀਤੀ ਸੀ ਕਿ ਜਿਹੜੇ ਸਾਡੇ ਟਰੱਕਾਂ ਦੇ ਉੱਤੇ ਇਕੱਲੇ ਆਪਣੇ ਲੋਕ ਨਹੀਂ, ਟਰੱਕਿੰਗ ਇੰਡਸਟਰੀ ਇੰਨੀ ਵੱਡੀ ਆ। ਔਰ ਇਹ ਟਰੱਕਿੰਗ ਇੰਡਸਟਰੀ ਹੋਈ ਆ ਇਸ ਵੇਲੇ ਜਿਹਦੇ ਕਰਕੇ ਸਾਡੇ ਟੇਬਲਸ ਤੇ ਫੂਡ ਆ ਰਿਹਾ। ਉਹਨਾਂ ਦੇ ਵਾਸਤੇ ਵੀ ਕੁਝ ਇਹੋ ਜਿਹੀ ਗੱਲ ਨਹੀਂ ਹੈ। ਮੈਂ ਉਹਨਾਂ ਨੂੰ ਇਹ ਵੀ ਰਿਕੁਐਸਟ ਕੀਤੀ ਸੀ ਵੀ ਕੁਝ ਸਾਡੀ ਜਿਹੜੀ ਟਰੱਕਿੰਗ ਇੰਡਸਟਰੀ ਆ ਇਹਦੇ ਬਾਰੇ ਵੀ ਜ਼ਰੂਰ ਸੋਚਿਆ ਜਾਵੇ ਤਾਂ ਕਿ ਜਿਹੜੇ ਟਰੱਕਰ ਆ ਇੰਨਾ ਰਿਸਕ ਲੈ ਰਹੇ ਨੇ ਉਹ ਵੀ ਫਰੰਟ ਜਿਹੜੇ ਰੋ ਜਿਹੜੇ ਹੈਗੇ ਲੋਕ ਨੇ ਜਿਹੜੇ ਕਿ ਰਿਸਕ ਦੇ ਵਿੱਚ ਹੈਗੇ ਨੇ ਉਹਨਾਂ ਦਾ ਵੀ ਖਿਆਲ ਰੱਖਿਆ ਜਾਂਦਾ। ਬਿਲਕੁਲ ਜੀ, ਨਾਲ ਹੀ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਤੁਸੀਂ ਟੀਵੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਸੈਂਟਰ ਵਿੱਚ ਅਸੀਂ ਚਾਰਟ ਲਗਾਇਆ ਹੋਇਆ ਜਿਹਦੇ ਵਿੱਚ ਡਿਸਪਲੇ ਹੋ ਰਿਹਾ ਟਾਈਮਿੰਗਸ, ਫਲਾਈਟਸ ਨੂੰ ਲੈ ਕੇ ਕੀ ਟਾਈਮਿੰਗਸ ਹੋਣਗੀਆਂ, ਕਦੋਂ ਰਵਾਨਾ ਹੋਣਗੀਆਂ ਤੇ ਕੀ ਕੀਮਤ ਹੋ ਸਕਦੀ ਆ। ਸੋ ਤੁਸੀਂ ਇਸ ਨੂੰ ਧਿਆਨ ਨਾਲ ਦੇਖ ਸਕਦੇ ਹੋ। ਜਿਨ੍ਹਾਂ ਨੇ ਤੁਸੀਂ ਟਿਕਟਸ ਬੁੱਕ ਕਰਵਾਉਣੀਆਂ ਨੇ, ਤੁਸੀਂ ਇਸ ਚਾਰਟ ਨੂੰ ਧਿਆਨ ਨਾਲ ਜ਼ਰਾ ਤੁਸੀਂ ਗੌਰ ਨਾਲ ਦੇਖ ਲਿਓ। ਇੱਕ ਦਰਸ਼ਕ ਹੋਰ ਜੁੜ ਚੁੱਕੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਰਵਿੰਦਰ ਸਿੰਘ ਸਿਡਨੀ ਆਸਟ੍ਰੇਲੀਆ ਤੋਂ ਬੋਲ ਰਿਹਾ ਜੀ। ਬਹੁਤ ਬਹੁਤ ਸਵਾਗਤ ਹੈ ਸਰ ਪ੍ਰੋਗਰਾਮ ਦੇ ਵਿੱਚ। ਹਾਂਜੀ ਦੱਸੋ। ਥੈਂਕ ਯੂ ਜੀ। ਮੇਰਾ ਕੁਐਸਚਨ ਇਹ ਸੀਗਾ ਜੀ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਫਲਾਈਟ ਆਪਸ ਵਿੱਚ ਚੱਲ ਰਹੀਆਂ ਆ, ਜਿਹੜੀ ਇਹਦੀ ਪੇਮੈਂਟ ਹੈ ਜੀ ਆਨਲਾਈਨ ਸਟੇਟ ਵਿੱਚ ਉਸੇ ਟਾਈਮ ਕਰਨੀ ਹੁੰਦੀ ਜਾਂ ਕੁਝ ਪੇਮੈਂਟ ਅਸੀਂ ਵਾਪਸ ਆ ਕੇ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਕਿਸੇ ਵੀ ਕੰਟਰੀ 'ਚ ਕਰ ਸਕਦੇ ਹੁਣ? ਜਿਸ ਤਰ੍ਹਾਂ 5 ਮੈਂਬਰ ਆ, ਜੇ $10,000 ਬਣਦਾ ਸਾਡੇ ਕੋਲ $5,000 ਆ, ਬਿਲਕੁਲ, ਕਿ ਅਸੀਂ ਉਹਦੀ ਪੇਮੈਂਟ ਆ ਕੇ ਕੈਨੇਡਾ ਕਰ ਸਕਦੇ ਹਾਂ ਜਾਂ ਸਾਨੂੰ ਉੱਥੇ ਅਰੇਂਜਮੈਂਟ ਕਰਨਾ ਪਊਗਾ ਪੈਸੇ ਦਾ? ਜੀ ਬਿਲਕੁਲ, ਤੁਹਾਡਾ ਪ੍ਰਸ਼ਨ ਹੈ ਕਿ ਜਿਹੜੀ ਪੇਮੈਂਟ ਹੈ ਪਹਿਲਾਂ ਟਿਕਟ ਬੁੱਕ ਕਰਵਾਉਣ ਤੇ ਨਾਲ ਹੀ ਕਰਨੀ ਪੈਣੀ ਹੈ ਜਾਂ ਉਹਨੂੰ ਅਸੀਂ ਬਾਅਦ ਵਿੱਚ ਆ ਕੇ ਹਾਫ ਪੇਮੈਂਟ ਪਹਿਲਾਂ ਹਾਫ ਬਾਅਦ ਚੋਂ ਕਰ ਦਈਏ? ਜੀ ਥੈਂਕ ਯੂ ਸੋ ਮਚ ਜੀ। ਆਪਾਂ ਟੀਵੀ ਸਕਰੀਨ ਤੇ ਡਿਸਕਸ ਕਰਦੇ ਹਾਂ। ਵਧੀਆ ਜਾਇਜ਼ ਕੁਐਸਚਨ ਹੈ। ਇਹਦੇ ਵਿੱਚ ਡਿਪੈਂਡ ਕਰਦਾ ਵੀ ਕਿਹੜੀ 에ਅਰਲਾਈਨ ਕਿਵੇਂ ਡੀਲ ਕਰਦੀ ਹੈ। ਮੈਂ ਆਪਣੇ ਕੈਨੇਡਾ ਦੀ ਗੱਲ ਦੱਸ ਦਿੰਦਾ। ਕੈਨੇਡਾ ਦੇ ਵਿੱਚ
ਲੋਨ ਸਰਕਾਰ ਦੇ ਰਹੀ ਆ, $5000 ਤੱਕ ਦਾ ਲੋਨ ਦੇ ਰਹੀ ਆ, ਜਿਹਦੇ ਨਾਲ ਕਿ ਪੈਸੇ ਤੁਹਾਨੂੰ ਆਪੇ ਕਰਨੇ ਪੈਣਗੇ, ਅਰੇਂਜ ਆਪੇ ਕਰਨਾ ਪਵੇਗਾ। ਬਾਅਦ ਵਿੱਚ ਸਰਕਾਰ ਤੁਹਾਨੂੰ ਲੋਨ ਦਿੰਦੀ ਹੈ ਕਿ ਤੁਸੀਂ ਜੇ ਪੱਲਿਓਂ ਪੈਸੇ ਨਹੀਂ ਦੇ ਸਕਦੇ ਤਾਂ ਤੁਹਾਨੂੰ ਲੋਨ ਮਿਲੇਗਾ। ਆਸਟ੍ਰੇਲੀਆ ਦਾ ਮੈਨੂੰ ਪਤਾ ਨਹੀਂ ਹੈ ਜੀ, ਤੇ ਉੱਥੋਂ ਦੀ ਜਿਹੜੀ 에ਅਰ ਇੰਡੀਆ ਦੇ ਨਾਲ ਉਹਨਾਂ ਦੀ ਕੀ ਡੀਲ ਹੋਵੇਗੀ ਜੀ ਸਰ ਇੱਕ ਦਰਸ਼ਕ ਪਹਿਲਾਂ ਜੀ 1 ਮਿੰਟ ਸਰ, ਇੱਕ ਦਰਸ਼ਕ ਜੁੜ ਗਏ ਨੇ, ਪਹਿਲਾਂ ਆਪਾਂ ਇਹਨਾਂ ਨੂੰ ਵੇਟ ਕਰਵਾ ਰਹੇ ਹਾਂ ਕਾਫੀ ਟਾਈਮ ਤੋਂ। ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਕਿੱਥੋਂ ਬੋਲ ਰਹੇ ਹੋ ਸਰ? ਅਸੀਂ ਬ੍ਰਹਮਪੁਰ ਤੋਂ ਬੋਲ ਰਹੇ ਹਾਂ। ਹਾਂਜੀ ਸਰ ਦੱਸੋ ਕੀ ਪੁੱਛਣਾ ਤੁਸੀਂ? ਹਾਂਜੀ ਉਹ ਮੈਂ ਤੁਹਾਡਾ ਰੋਜ਼ ਦੇਖ ਰਿਹਾ ਹਾਂ ਸ਼ੋਅ ਵਗੈਰਾ, ਥੈਂਕ ਯੂ ਤੇ ਸਰ। ਉਹ ਤੁਸੀਂ ਮਤਲਬ ਕਿ 에어ਪੋਰਟ ਦੇ ਟੈਕਸੀ ਵਾਲਿਆਂ ਦੀ ਗੱਲ ਕੀਤੀ ਨਾ ਵੀ ਗਵਰਨਮੈਂਟ ਨੂੰ ਮਤਲਬ ਕਿ ਹੈਲਪ ਕਰਨੀ ਚਾਹੀਦੀ ਹੈ ਜੀ। ਉਹ ਆ ਜੀ। ਉਹਨਾਂ ਨਾਲ ਮਤਲਬ ਕਿ ਰੇਟ ਮਤਲਬ ਕਿ ਹੈਗੇ ਜਿਹੜੇ ਟਰੱਕਾਂ ਵਾਲੇ ਰਸਤੇ ਕੰਮ ਕਰ ਰਹੇ ਆ, ਸਟੋਰਾਂ ਵਿੱਚ ਗਰੋਸਰੀ ਪਹੁੰਚਾ ਰਹੇ ਆ, ਉਹਨਾਂ ਦੇ ਬਾਰੇ ਮਤਲਬ ਕਿ ਕੋਈ ਗਵਰਨਮੈਂਟ ਇਸ਼ੂ ਆਵਾਜ਼ ਉਠਾਉਂਦੀ ਨਹੀਂ ਨਾ ਤੁਸੀਂ ਕਰ ਰਹੇ ਨਾ ਜੀ ਸਰ, ਦੇਖੋ ਦੇਖੋ ਤੁਸੀਂ ਹੁਣੀ ਮਰਗਿੰਨਾ ਜੀ ਦੀ ਵੀ ਗੱਲ ਸੁਣੀ ਹੋਣੀ ਆ, ਤੇ ਅਸੀਂ ਹਰ ਰੋਜ਼ ਅਸੀਂ ਟਰੱਕ ਡਰਾਈਵਰਸ ਨਾਲ ਵੀ ਗੱਲਬਾਤ ਕਰਦੇ ਹਾਂ ਜੀ। ਆਵਾਜ਼ ਹੌਲੀ ਕੀਤੀ ਤਾਂ ਮੈਂ ਪੂਰੀ ਸੁਣ ਨਹੀਂ ਸਕਿਆ। ਜੀ ਜੀ ਬਿਲਕੁਲ ਨਹੀਂ ਸਰ, ਡਰਾਈਵਰਸ ਦੀ ਵੀ ਅਸੀਂ, ਚਾਹੇ ਉਹ ਟੈਕਸੀ ਡਰਾਈਵਰਸ ਨੇ ਚਾਹੇ ਉਹ ਟਰੱਕ ਡਰਾਈਵਰਸ ਨੇ, ਸਭ ਦਾ ਅਸੀਂ ਹਰ ਰੋਜ਼ ਧੰਨਵਾਦ ਵੀ ਕਰਦੇ ਹਾਂ ਤੇ ਇਹਨਾਂ ਦੇ ਮੁੱਦੇ ਅੱਗੇ ਤੱਕ ਵੀ ਪਹੁੰਚਾਉਂਦੇ ਹਾਂ। ਸਾਨੂੰ ਕਾਲਸ ਕਰਦੇ ਆ, ਜੋ ਪਰੇਸ਼ਾਨੀਆਂ ਸਾਹਮਣੇ ਆ ਰਹੀਆਂ ਨੇ, ਜਿਹੜੀਆਂ MP ਲੈਵਲ ਤੱਕ ਹੁੰਦੀਆਂ ਨੇ ਕਰਨ ਵਾਲੀਆਂ, ਉਹਨਾਂ ਦੀ MP ਲੈਵਲ ਤੱਕ ਅਸੀਂ ਗੱਲਬਾਤ ਕਰਦੇ ਹਾਂ। ਜਿਹੜੀਆਂ MPP ਲੈਵਲ ਯਾਨੀ ਕਿ ਪ੍ਰੋਵਿੰਸ਼ੀਅਲ ਲੈਵਲ ਤੱਕ ਕਰਨ ਵਾਲੀਆਂ ਹੁੰਦੀਆਂ, ਤੁਸੀਂ ਦੇਖ ਸਕਦੇ ਹੋ ਕਿ ਨਾਥ ਜੀ ਨੇ ਅੱਜ ਪ੍ਰਵੀਨ ਸਰਕਾਰੀਆ ਜੀ ਨਾਲ ਗੱਲਬਾਤ ਕੀਤੀ ਹੈ ਤੇ ਉਹ ਮੁੱਦੇ ਚੁੱਕੇ ਨੇ। ਹਾਂਜੀ ਬਹੁਤ ਵਧੀਆ ਮਤਲਬ ਕਿ ਇਹਨਾਂ ਦੇ ਸਵਾਲ ਹੁੰਦੇ ਆ। ਮੈਂ ਵੈਰੀ ਐਪਰੀਸ਼ੀਏਟ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਜੀ, ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ। ਤੁਹਾਨੂੰ ਤੁਸੀਂ ਮੁੱਦੇ ਨਹੀਂ ਚੱਕ ਰਹੇ, ਦੱਸੋ। ਹੁਣੇ ਗੱਲ ਕੀਤੀ ਸੀ ਆਪਾਂ, ਮੇਰੇ ਖਿਆਲ 2 ਮਿੰਟ ਪਹਿਲਾਂ ਗੱਲ ਕੀਤੀ ਸੀ ਕਿ ਸਰਕਾਰੀ ਸਾਹਿਬ ਨੇ ਜਿਹੜੀ ਆਪਾਂ ਅੱਜ ਇੰਟਰਵਿਊ ਕੀਤੀ ਹੈ, ਉਹਦੇ ਵਿੱਚ ਮੈਂ ਟਰੱਕਿੰਗ ਇੰਡਸਟਰੀ ਦਾ ਵੀ ਜ਼ਿਕਰ ਕੀਤਾ ਵੀ ਟਰੱਕਿੰਗ ਇੰਡਸਟਰੀ ਨੂੰ ਕੀ ਪ੍ਰੋਬਲਮਸ ਆ ਰਹੀਆਂ ਨੇ। ਜਿਹੜੀ ਸਾਰੀ ਦੀ ਸਾਰੀ ਇੰਟਰਵਿਊ ਆਪਣੀ ਵੈਬਸਾਈਟ ਦੇ ਉੱਤੇ ਹੈਗੀ ਜੀ, ਪਲੀਜ਼ ਤੁਹਾਨੂੰ ਦੇਖਣੀ ਚਾਹੀਦੀ ਹੈ। ਤੇ ਡੂ ਕਮੈਂਟਸ, ਜੇ ਕੁਝ ਰਹਿ ਜਾਂਦਾ ਤਾਂ ਸਾਨੂੰ ਕਮੈਂਟ ਕਰੋ। ਵੀ ਵਿਲ ਜਦੋਂ ਅਗਲੀ ਵਾਰੀ ਅਸੀਂ ਇੰਟਰਵਿਊ ਕਰਾਂਗੇ, ਅਸੀਂ ਸਾਰੀਆਂ ਗੱਲਾਂ ਕਰਾਂਗੇ। ਉਹ ਟਰੱਕਿੰਗ ਇੰਡਸਟਰੀ ਦੀ ਉਹਨਾਂ ਨੇ ਮੈਨੂੰ ਇੱਕ ਗੱਲ ਇਹ ਵਾਅਦਾ ਜ਼ਰੂਰ ਦਵਾਇਆ, ਮੈਂ ਕਿਹਾ ਵੀ ਹਜੇ ਵੀ ਪ੍ਰੋਬਲਮ ਹੈਗੀ ਆ, ਰਾਹ ਦੇ ਵਿੱਚ ਵਾਸ਼ਰੂਮ ਦੀ ਪ੍ਰੋਬਲਮ ਹੈ ਸਾਡੇ ਡਰਾਈਵਰਸ ਨੂੰ, ਕਿੱਥੇ ਜਾਣ ਬੜੀ ਮੁਸ਼ਕਲ ਹੈਗੀ ਆ। ਪਰ ਉਹਨਾਂ ਨੇ ਦੱਸਿਆ ਕਿ ਜਿਹੜੀ ਟਿਮ ਹੋਰਟਨਸ ਕਾਰਪੋਰੇਸ਼ਨ ਹੈਗੀ ਆ, ਉਹਦੇ ਨਾਲ ਸਰਕਾਰ ਨੇ ਜ਼ਰੂਰ ਗੱਲਬਾਤ ਕੀਤੀ ਆ ਕਿ ਜਿਹੜੇ ਜ਼ਿਆਦਾ ਟਿਮ ਹੋਰਟਨਸ ਖੋਲੇ ਜਾਣ ਤੇ ਉੱਥੇ ਜਾ ਕੇ ਡਰਾਈਵਰਸ ਨੂੰ ਇਹ ਵਾਸ਼ਰੂਮ ਦੀ ਸਹੂਲਤ ਜ਼ਰੂਰ ਦਿੱਤੀ ਜਾਵੇ। ਅੱਜ ਦੀ ਆਪਣੀ ਜਿਹੜੀ ਇੰਟਰਵਿਊ ਸਰਕਾਰੀਆ ਸਾਹਿਬ ਨੇ ਇਸ ਗੱਲ ਦਾ ਵਾਅਦਾ ਕੀਤਾ। ਵੈਸੇ ਚੰਗੀ ਗੱਲ ਆ, ਆਪਣੇ ਜੇ ਦਰਸ਼ਕ ਆਪਾਂ ਨੂੰ ਰਿਮਾਈਂਡ ਕਰਾਉਂਦੇ ਆ, ਬਹੁਤ ਵਧੀਆ ਗੱਲ ਹੈ। ਸਾਨੂੰ ਤੁਸੀਂ ਰਿਮਾਈਂਡ ਕਰਾਓ ਤੇ ਅਸੀਂ ਅੱਗੇ ਗੱਲ ਜ਼ਰੂਰ ਕਰਾਂਗੇ ਸਰ। ਬਿਲਕੁਲ ਜੀ, ਤੇ ਦਰਸ਼ਕਾਂ ਨੂੰ ਵੀ ਇਹੀ ਅਪੀਲ ਹੈ ਕਿ ਜਿਹੜੇ ਵੱਖ-ਵੱਖ ਖੇਤਿਆਂ ਨਾਲ ਤੁਸੀਂ ਸੰਬੰਧਿਤ ਹੈਗੇ ਹੋ, ਜਿਹੜੀਆਂ ਤੁਹਾਨੂੰ ਪਰੇਸ਼ਾਨੀਆਂ ਆ ਰਹੀਆਂ ਨੇ, ਸਾਡੇ ਨਾਲ ਜ਼ਰੂਰ ਸਾਂਝਾ ਕਰੋ ਉਹਨਾਂ ਪਰੇਸ਼ਾਨੀਆਂ ਦੇ ਬਾਰੇ ਵਿੱਚ, ਤਾਂ ਕਿ ਜਿਹੜੇ ਰਿਪਰੈਜ਼ੈਂਟੇਟਿਵਸ ਨੇ ਜਿਹੜੇ ਕਿ ਸਾਡੇ ਕੋਲ ਵੋਟਾਂ ਮੰਗਣ ਆਉਂਦੇ ਨੇ, ਇਸ ਸਮੇਂ ਦੌਰਾਨ ਤੁਹਾਨੂੰ ਕੀ ਪਰੇਸ਼ਾਨੀਆਂ ਆ ਰਹੀਆਂ ਨੇ ਉਹਨਾਂ ਦੇ ਕੰਨੀ ਜ਼ਰੂਰ ਪਵੇ, ਤਾਂ ਕਿ ਇਸ ਚੀਜ਼ ਦਾ ਹੱਲ ਕੱਢਿਆ ਜਾ ਸਕੇ। ਸਰ ਤੁਸੀਂ ਟਿਮ ਹਾਰਟਨਸ ਦੀ ਜਿਵੇਂ ਗੱਲ ਕੀਤੀ ਆ, ਤਾਂ ਟਿਮ ਹਾਰਟਨਸ ਕਰਮਚਾਰੀਆਂ ਦਾ ਵੀ ਇਹੀ ਕਹਿਣਾ ਹੈ ਕਿ ਬਾਈ ਚਾਂਸ ਕੋਈ ਨਾ ਕੋਈ ਡਰਾਈਵਰ ਜੇਕਰ ਉਹ ਕਰੋਨਾ ਪੀੜਿਤ ਹੁੰਦਾ ਆ, ਨਹੀਂ ਪਤਾ ਲੱਗਦਾ ਤੇ ਉਹਨਾਂ ਦੇ ਵਾਸ਼ਰੂਮਸ ਨੂੰ ਯੂਜ਼ ਕਰਦਾ, ਬਾਅਦ ਚੋਂ ਸਟਾਫ ਨੂੰ ਉਹ ਚੀਜ਼ ਕਲੀਨ ਕਰਨੀ ਪੈਂਦੀ ਆ। ਤਾਂ ਕਰਕੇ ਕਈ ਥਾਵਾਂ ਤੇ ਇਹ ਹੈ ਕਿ ਟਿਮ ਹਾਰਟਨਸ ਵਾਲੇ ਜਿਹੜੇ ਡਰਾਈਵਰਸ ਨੂੰ ਨਹੀਂ ਅਲਾਉ ਕਰ ਰਹੇ ਹੈਗੇ ਕਿ ਵਾਸ਼ਰੂਮਸ ਯੂਜ਼ ਕੀਤੇ ਜਾਣ। ਟਿਮ ਹੋਰਟਨਸ ਦੀ ਗੱਲ ਪਤਾ ਕੀ ਹੈ ਤਰਨਜੀਤ, ਜਿਹੜੇ ਮੋਸਟਲੀ ਦੇ ਆਰ ਓਨਡ ਬਾਈ ਇੰਡੀਵਿਜੂਅਲਸ। ਉਹ ਜਿਹੜੀ ਕੰਪਨੀ ਆ ਉਹਨੇ ਫਰੈਂਚਾਈਜ਼ ਆਪਦੀ ਵੇਚੀ ਹੋਈ ਆ ਤੇ ਇੰਡੀਵਿਜੂਅਲ ਉਹਨੂੰ ਓਨ ਕਰਦਾ। ਹਰੇਕ ਇੰਡੀਵਿਜੂਅਲ ਦਾ ਵੱਖਰਾ ਵੱਖਰਾ ਫੈਸਲਾ ਜਿਵੇਂ ਉਹ ਕਰਨਾ ਚਾਹੁੰਦੇ ਹੈਗੇ, ਮੇਰੇ ਖਿਆਲ ਇਹ ਗੱਲ ਹੈਗੀ ਆ। ਪਰ ਫਿਰ ਵੀ ਸਾਡਾ ਮਨੁੱਖਤਾ ਦੇ ਤੌਰ ਤੇ ਇਹ ਬਣਦਾ, ਜਿਹੜੇ ਲੋਕ ਸਾਡੇ ਇੰਨਾ ਕੰਮ ਕਰ ਰਹੇ ਨੇ ਉਹਨਾਂ ਵਾਸਤੇ ਜੇ ਅਸੀਂ ਵਾਸ਼ਰੂਮ ਨਹੀਂ ਖੋਲ ਸਕਦੇ ਤਾਂ ਸਾਡੀ ਅੱਛਾ ਉਹਨਾਂ ਦੀ ਸਪਲਾਈ ਕਿਵੇਂ ਹੁੰਦੀ ਹੈ? ਟਰੱਕਰ ਦੀ ਲੈ ਕੇ ਆਉਂਦੇ। ਬਿਲਕੁਲ ਸਰ, ਇੱਕ ਦਰਸ਼ਕ ਹੋਰ ਜੁੜ ਗਏ ਨੇ, ਪਹਿਲਾਂ ਉਹਨਾਂ ਦੇ ਅਸੀਂ ਵਿਚਾਰ ਜਾਣ ਲਈਏ। ਹੈਲੋ ਹੈਲੋ, ਹਾਂਜੀ ਮੇਰਾ ਨਾਮ ਕੁਲਵੀਰ ਸਿੰਘ ਹੈ ਜੀ। ਬਹੁਤ ਬਹੁਤ ਸਵਾਗਤ ਹੈ ਕੁਲਵੀਰ ਜੀ, ਕਿੱਥੋਂ ਬੋਲ ਰਹੇ ਹੋ ਤੁਸੀਂ? ਮੈਂ ਬ੍ਰਹਮਪੁਰ ਤੋਂ ਬੋਲਦਾ ਜੀ। ਹਾਂਜੀ ਸਰ ਦੱਸੋ ਕੀ ਕਹਿਣਾ ਚਾਹੁੰਦੇ ਹੋ? ਜਿੱਦਾਂ ਮੇਰੀ ਵਾਈਫ ਇੱਥੋਂ ਇੰਡੀਆ ਗਈ ਹੋਈ ਹੈ ਕੈਨੇਡਾ ਦੀ ਟਿਕਟ ਲੈ ਕੇ, ਉਹਦੀ ਮਈ 3 ਦੀ ਫਲਾਈਟ ਵਾਪਸ ਸੀਗੀ ਹੈ ਨਾ ਜੀ, ਤੇ ਉਹ ਤਾਂ ਮਿਸ ਹੋ ਗਈ। ਹੁਣ ਮਤਲਬ 3 ਮਈ ਨੂੰ ਤਾਂ ਚੱਲੀ ਨਹੀਂ ਹੈ ਨਾ। ਹੈਲੋ ਹਾਂਜੀ ਹਾਂਜੀ ਸਰ, ਹਾਂ ਤੁਹਾਡਾ ਸਵਾਲ ਅਸੀਂ ਸੁਣ ਰਹੇ ਹਾਂ, ਦੱਸੋ ਜੀ। ਤੇ ਉਹ ਤੋਂ ਬਾਅਦ ਹੁਣ ਉਹ ਫਲਾਈਟ ਚੱਲੂਗੀ ਰੈਗੂਲਰ ਕਿ ਨਹੀਂ ਚੱਲੂਗੀ? ਜੀ ਤੁਸੀਂ ਪੁੱਛਣਾ ਚਾਹੁੰਦੇ ਹੋ ਕਿ ਜਿਹੜੀਆਂ ਰੈਗੂਲਰ ਫਲਾਈਟਸ ਸੀਗੀਆਂ ਉਹਨਾਂ ਵਿੱਚ 3 ਮਈ ਦੀ ਉਹਨਾਂ ਦੀ ਵਾਪਸੀ ਸੀ ਤੇ ਉਹ ਅਜੇ ਮਿਸ ਹੋ ਚੁੱਕੀ ਹੈ, ਅਜੇ ਉਹ ਫਲਾਈਟ ਨਹੀਂ ਚੱਲ ਰਹੀ ਹੈਗੀ। ਹਾਂਜੀ ਜੀ ਬਿਲਕੁਲ, ਆਪਾਂ ਨਾਜੀ ਤੋਂ ਜਾਣਦੇ ਹਾਂ ਕਿ ਕਦੋਂ ਤੱਕ ਜਿਹੜੀਆਂ ਰੈਗੂਲਰ ਫਲਾਈਟਸ ਨੇ ਉਹਨਾਂ ਦੇ ਚੱਲਣ ਦੀ ਸੰਭਾਵਨਾ ਹੈਗੀ ਹੈ। ਤੁਸੀਂ ਕਾਲ ਕੀਤੀ ਉਹਦੇ ਲਈ ਸਰ ਬਹੁਤ ਬਹੁਤ ਧੰਨਵਾਦ ਜੀ। ਸਰ ਦੇਖੋ ਜੀ, ਇਟ ਆਲ ਡਿਪੈਂਡਸ ਔਨ ਗਵਰਨਮੈਂਟ ਆਫ ਇੰਡੀਆ, ਉਹ ਕਦੋਂ ਖੋਲਣਾ ਚਾਹੁੰਦਾ। ਹਜੇ ਤੱਕ ਇੰਡੀਆ ਦੀ ਕੋਈ ਆਪਾਂ ਇਹ ਗੱਲ ਸੁਣੀ ਨਹੀਂ ਹੈ ਕਿ ਕਿਹੜੀ ਤਾਰੀਖ ਨੂੰ ਖੋਲਿਆ ਜਾ ਰਿਹਾ। ਜਿਹੜੀਆਂ ਫਲਾਈਟਾਂ ਮਿਸ ਹੋ ਗਈਆਂ ਨੇ ਉਹ ਸਭ ਨੂੰ ਰੀਸਕੈਜੂਲ ਕਰਨੀ ਪਵੇਗੀ। ਜਿਹੜਾ ਉਹਨਾਂ ਦਾ ਟਰੈਵਲ ਏਜੰਟ ਆ, ਈਦਰ ਦੇ ਹੈਵ ਟੂ ਪਰਸਨ ਔਰ ਕਾਲ ਦ 에ਅਰਲਾਈਨ ਇਟਸੈਲਫ, ਤਾਂ ਉਹਨਾਂ ਨੂੰ ਦੁਬਾਰਾ ਰੀਸਕੈਜੂਲ ਕਰਨੀ ਪੈਣੀ। ਜੀ ਬਿਲਕੁਲ ਜੀ, ਇੱਕ ਦਰਸ਼ਕ ਹੋਰ ਜੁੜ ਚੁੱਕੇ ਨੇ। ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਅਸੀਂ ਬ੍ਰੈਂਪਟਨ ਤੋਂ ਬੋਲ ਰਹੇ ਹਾਂ। ਹਾਂਜੀ ਸਰ, ਦੱਸੋ ਕੀ ਪੁੱਛਣਾ ਚਾਹੁੰਦੇ ਹੋ? ਆਪਾਂ ਇਹ ਪੁੱਛਣਾ ਸੀ ਤੇ ਜਿਵੇਂ ਨਾ 에ਅਰ ਇੰਡੀਆ ਦੀਆਂ ਆਪਾਂ ਦਿੱਲੀੋਂ, ਬੰਬੇੋਂ ਤੇ ਢਾਕਾ ਤੋਂ, ਇਹ ਅੰਮ੍ਰਿਤਸਰ ਤੋਂ ਕੋਈ ਨਹੀਂ 에ਅਰ ਇੰਡੀਆ ਦੀ ਫਲਾਈਟ ਅੰਮ੍ਰਿਤਸਰੋਂ? ਸਰ ਕਿਸ ਲਈ ਤੁਸੀਂ ਕਹਿ ਰਹੇ ਹੋ 에ਅਰ ਇੰਡੀਆ ਦੀ ਫਲਾਈਟਸ ਜਿਹੜੇ ਉੱਥੋਂ ਦੇ ਨਾਗਰਿਕਾਂ ਨੂੰ ਲੈ ਕੇ ਜਾਣ ਲਈ ਤੁਸੀਂ ਕਹਿ ਰਹੇ ਹੋ ਵੱਖ-ਵੱਖ ਥਾਵਾਂ ਤੇ? ਹਾਂਜੀ ਹਾਂਜੀ, ਇੰਡੀਆ ਤੋਂ ਜੀ। ਇੰਡੀਆ ਤੋਂ ਜੀ ਬਿਲਕੁਲ ਅਲੱਗ-ਅਲੱਗ ਤੁਸੀਂ ਦੇਖ ਸਕਦੇ ਹੋ ਸਰ। ਅਸੀਂ ਪਿੱਛੇ ਸਾਡੇ ਸਕਰੀਨ ਦੇ ਸੈਂਟਰ ਦੇ ਵਿੱਚ ਫਲਾਈਟਸ ਦਾ ਇੱਕ ਚਾਰਟ ਲਗਾਇਆ ਹੋਇਆ ਜਿਹਦੇ ਵਿੱਚ ਪੂਰੀ ਡਿਟੇਲ ਹੈ ਕਿ ਕਿੱਥੋਂ ਫਲਾਈਟਸ ਤੁਰਨੀਆਂ ਨੇ। ਇੱਕ ਵਾਰੀ ਉਹਨਾਂ ਤੇ ਤੁਸੀਂ ਜ਼ਰੂਰ ਨਜ਼ਰ ਮਾਰੋ ਤੇ ਨਾਲ ਦੀ ਨਾਲ ਆਪਾਂ ਨਾਚੀ ਨਾਲ ਵੀ ਗੱਲਬਾਤ ਕਰਦੇ ਹਾਂ। ਥੈਂਕ ਯੂ ਸੋ ਮਚ ਤੁਸੀਂ ਕਾਲ ਕੀਤੀ ਜੀ। ਨਾਚ ਜੀ ਤਰਨ, ਇਹਨਾਂ ਨੇ ਕੁਐਸਚਨ ਕੀ ਸੀਗਾ ਵੀ Sir, ਇੰਡੀਆ ਤੋਂ ਜਾਣ ਵਾਲੀਆਂ? ਸਰ ਉਹ ਇੰਡੀਆ ਤੋਂ ਜਿਹੜੀਆਂ 에ਅਰ ਇੰਡੀਆ ਦੀਆਂ ਫਲਾਈਟਸ ਚੱਲਣੀਆਂ ਨੇ ਨਾਗਰਿਕਾਂ ਨੂੰ ਲੈ ਕੇ ਆਉਣ ਲਈ, ਕਿ ਉਹ ਅੰਮ੍ਰਿਤਸਰ ਤੋਂ ਕਿਉਂ ਨਹੀਂ ਚੱਲ ਰਹੀਆਂ ਹੈਗੀਆਂ? ਕਿ ਅੰਮ੍ਰਿਤਸਰ ਤੋਂ ਕੋਈ ਫਲਾਈਟ ਚੱਲੇਗੀ? ਉਹਨਾਂ ਦਾ ਇੱਕ ਕੁਐਸਚਨ ਸੀ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਤਰਨਜੀਤ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ, ਕਿੱਥੋਂ ਬੋਲ ਰਹੇ ਹੋ ਮੈਮ? ਹਾਂਜੀ, ਮੈਂ ਬ੍ਰੈਂਪਟਨ ਤੋਂ ਰਜਿੰਦਰ ਬੋਲਦੀ ਹਾਂ ਜੀ। ਹਾਂਜੀ ਰਜਿੰਦਰ ਜੀ, ਕੀ ਸਵਾਲ ਹੈ ਤੁਹਾਡਾ? ਮੈਂ ਉਹ ਗੱਲ ਕਰਨੀ ਸੀ, ਮੇਰੇ ਹਸਬੰਡ ਵੀ ਯੂਐਸਏ ਨੂੰ ਜਾਂਦੇ ਆ, ਰਾਈਟ, ਟਰੱਕ ਚਲਾਉਂਦੇ ਆ ਜੀ ਤੇ ਕਿੰਨਾ ਉਹ ਰਿਸਕ ਲੈ ਕੇ ਜਾਂਦੇ ਆ, Of ਰਾਈਟ। course. ਉਹਨਾਂ ਨੂੰ ਹੈਲਪ ਤਾਂ ਕੀ ਕਰਨੀ ਆ, ਉਹਨਾਂ ਦੀ ਕੰਪਨੀ ਨੇ 1 ਮਾਈਲੇਜ ਤੇ ਮਗਰ 5% ਉਹਨਾਂ ਦੇ ਘਟਾ ਦਿੱਤੇ ਆ। ਯਾਨੀ ਕਿ ਉਹਨਾਂ ਦੀ ਵੇਜਸ ਘਟਾ ਦਿੱਤੇ ਗਏ ਨੇ। ਹਾਂਜੀ, 1 ਮਾਈਲੇਜ ਪਿੱਛੇ 5% ਘਟਾਤੇ, ਹਜੇ ਕਹਿੰਦੇ 5 ਹੋਰ ਘਟਾ ਦੇਣੇ ਆ। ਕਿ ਇੱਕ ਪਾਸੇ ਸਰਕਾਰ ਐਸੈਂਸ਼ੀਅਲ ਵਰਕਰਸ ਦੀ ਤਨਖਾਹ ਵਧਾਉਣ ਲਈ ਸਰਕਾਰਾਂ ਨੂੰ ਬਿਲੀਅਨਸ ਆਫ ਡਾਲਰਸ ਦੇ ਰਹੀ ਹੈ ਤੇ ਦੂਜੇ ਪਾਸੇ ਐਸੈਂਸ਼ੀਅਲ ਵਰਕਰਸ ਵਿੱਚ ਡਰਾਈਵਰ ਵੀ ਆਉਂਦੇ ਨੇ ਤੇ ਉਹਨਾਂ ਦੀ ਸਰ ਸੈਲਰੀ ਘਟਾਈ ਜਾ ਰਹੀ ਹੈ। ਦੇਖੋ ਤਰਨ, ਇਹ ਤਾਂ ਬਿਲਕੁਲ ਮੈਮ, ਇਹ ਤੁਹਾਡਾ ਅਸੀਂ ਸਵਾਲ ਜ਼ਰੂਰ ਨੋਟ ਕਰ ਲਿਆ ਤੇ ਇਹ ਜ਼ਰੂਰ ਅਸੀਂ ਇਸ ਬਾਰੇ ਵਿੱਚ ਗੱਲਬਾਤ ਜਿਹੜੀ ਅੱਗੇ ਤੱਕ ਪਹੁੰਚਾਵਾਂਗੇ ਜ਼ਰੂਰ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਇਸ ਵੇਲੇ ਇਹ ਬਣਦਾ ਨਹੀਂ ਹੈ। ਚੰਗੀ ਗੱਲ ਨਹੀਂ ਹੈ ਕਿ ਜਿਹੜਾ ਲੋਕ ਇੰਨੀ ਮਿਹਨਤ ਕਰ ਰਹੇ ਨੇ ਤੁਸੀਂ ਉਹਨਾਂ ਦੇ ਵੇਜਸ ਕੱਟ ਰਹੇ ਹੋ। ਐਸੇ ਵੇਜ ਲੋਕ ਤਾਂ ਵੇਜਸ ਵਧਾ ਰਹੇ ਨੇ। ਜਿਵੇਂ ਤੁਸੀਂ ਗੱਲ ਕੀਤੀ ਸੀਗੀ, ਜਿਹੜੇ ਲੋਕ ਰਿਸਕ ਲੈ ਰਹੇ ਨੇ, ਇੰਨਾ ਕੁਝ ਕਰ ਰਹੇ ਨੇ, ਉਹਨਾਂ ਦੇ ਵੇਜਸ ਚਲੋ ਉਨੇ ਹੀ ਰਹਿਣ ਦਿਓ, ਘਟਾਓ ਤਾਂ ਨਾ। ਇਹ ਚੰਗੀ ਗੱਲ ਨਹੀਂ ਹੈ। ਪਰ ਪ੍ਰੋਬਲਮ ਇਹ ਹੈ ਤਰਨ, ਇਹ ਪ੍ਰਾਈਵੇਟ ਮਾਮਲਾ, ਇਹ ਉਹਨਾਂ ਦੀ ਕੰਪਨੀ ਦਾ ਤੇ ਡਰਾਈਵਰ ਦੇ ਵਿੱਚ ਮਾਮਲਾ ਹੈਗਾ। ਇਹਦੇ ਵਿੱਚ ਜਿਹੜੇ ਵੀ ਕਿਸਮ ਦਾ ਕੰਟਰੈਕਟ ਪਹਿਲਾਂ ਸਾਈਨ ਹੋਏ ਨੇ ਉਹਦੇ ਚ ਹੋ ਸਕਦਾ ਇੱਕ ਕਲੌਜ਼ ਹੋਵੇ ਵੀ ਕਿਸੇ ਵੇਲੇ ਜਾਂ ਘਟਾ ਸਕਦੇ ਜਾਂ ਵਧਾ ਸਕਦੇ। ਦੇयर ਆਰ ਕਲੌਜ਼ਸ, ਸੋ ਇਟ ਮਸਟ ਬੀ ਅਕੋਰਡਿੰਗ ਟੂ ਜਿਹੜੀਆਂ ਕੰਪਨੀਆਂ ਕਰਦੀਆਂ ਨੇ ਉਹ ਪਹਿਲਾਂ ਹੱਥ ਵਧਾ ਲੈਂਦੀਆਂ ਨੇ। ਮੋਸਟਲੀ ਜਿਹੜੇ ਪੈਸੇ ਹੁੰਦੇ ਆ ਉਹਨਾਂ ਦੇ ਹੱਕ ਦੇ ਵਿੱਚ ਹੁੰਦੇ ਆ, ਉਹਨਾਂ ਨੇ ਪਹਿਲਾਂ ਆਪਦੇ ਹੱਕ ਦੇ ਵਿੱਚ ਸਾਈਨ ਕਰਵਾਏ ਹੁੰਦੇ ਨੇ। ਇਹਦਾ ਆਈ ਡੋਂਟ ਨੋ ਇਹਦਾ ਕੀ ਇਲਾਜ ਹੋ ਸਕਦਾ। ਜਿਹੜੀ ਅੰਮ੍ਰਿਤਸਰ ਵਾਲੀ ਫਲਾਈਟ ਹੈ, ਇਟਸ ਆਲ ਅਪ ਟੂ ਦਾ ਗਵਰਨਮੈਂਟ ਆਫ ਇੰਡੀਆ। ਉਹ ਜਿਵੇਂ ਚਾਹੇਗੀ ਉਹ ਉਵੇਂ ਕਰਨਗੇ ਜੀ। ਜੇ ਉਹ ਦਿੱਲੀ ਤੋਂ ਫਲਾਈਟਾਂ ਭੇਜਣੀਆਂ ਹੈਗੀਆਂ ਤਾਂ ਉੱਥੋਂ ਜਾਣੀਆਂ ਜੀ, ਜੇ ਉਹ ਅੰਮ੍ਰਿਤਸਰ ਤੋਂ ਚਾਹਣਗੇ ਤਾਂ ਉੱਥੋਂ ਜਾਣਗੀਆਂ। ਕਿਉਂਕਿ ਇੰਡੀਆ ਦੇ ਵਿੱਚ ਕੱਲਾ ਅਸੀਂ ਸਮਝਦੇ ਹਾਂ ਅਸੀਂ ਪੰਜਾਬ 'ਚ ਪੰਜਾਬੋਂ ਤੇ ਸਾਰੇ ਫਲਾਈਟਾਂ ਪੰਜਾਬ ਨੂੰ ਹੀ ਜਾਣੀਆਂ ਚਾਹੀਦੀਆਂ। ਸਾਰੇ ਇੰਡੀਆ 'ਚੋਂ ਲੋਕ ਆਉਂਦੇ ਨੇ ਜਿਹੜੇ ਕਿ ਆ ਕੇ ਥਾਂ ਥਾਂ ਤੇ ਜਾਂਦੇ ਨੇ। ਸੋ ਫਲਾਈਟਾਂ ਨੇ ਉਸੇ ਹਿਸਾਬ ਦੇ ਵਿੱਚ ਜਾਣਗੀਆਂ ਜੀ। ਬਿਲਕੁਲ ਸਰ, ਜਿਵੇਂ ਤੁਸੀਂ ਫਲਾਈਟਸ ਦੀ ਗੱਲ ਕੀਤੀ, ਅਸੀਂ ਟਿਮ ਹਾਰਟਨਸ ਦੀ ਗੱਲ ਕਰਦੇ ਸੀ। ਇਹਦੇ ਨਾਲ ਇੱਕ ਮਿਲਦਾ ਜੁਲਦਾ ਅਮਰੀਕਾ ਦੇ ਵਿੱਚ ਮਾਮਲਾ ਸਾਹਮਣੇ ਆਇਆ। ਬਹੁਤ ਔਖਾ ਹੁੰਦਾ ਅਜਿਹੇ ਸਮੇਂ ਵਿੱਚ ਲੋਕਾਂ ਨੂੰ ਕੰਟਰੋਲ ਕਰਨਾ ਜਿਹੜੇ ਅੰਦਰ ਤੱਕ ਜਾ ਕੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨੇ। ਇੱਕ ਔਰਤ ਜਿਹੜੀ ਨਿਯਮਾਂ ਦੀ ਧੱਜੀ ਉਡਾਉਣ ਲੱਗੀ ਸੀ ਤੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਗੋਲੀ ਤੱਕ ਚੱਲ ਗਈ। ਮੈਂ ਚਾਹੂੰਗੀ ਸਾਡੇ ਦਰਸ਼ਕਾਂ ਨੂੰ ਇਸ ਦੇ ਬਾਰੇ ਵਿੱਚ ਜ਼ਰੂਰ ਦੱਸਿਓ। ਇਹ ਬੜੀ ਓਕਲਾਹੋਮਾ ਦੇ ਵਿੱਚ ਹੋਈ ਹੈ ਜੀ ਇਹ ਗੱਲ। ਇਹ ਤਰਨ ਗੱਲ ਫਿਰ ਉੱਥੇ ਆ ਜਾਂਦੀ ਹੈ ਵੀ ਤੁਹਾਨੂੰ ਕਿੰਨਾ ਈਜ਼ੀ ਐਕਸੈਸ ਆ ਹਥਿਆਰ। ਸਾਡੀ ਇੱਥੋਂ ਦੀ ਸਰਕਾਰ ਨੇ 1500 ਕਿਸਮ ਦੇ ਹਥਿਆਰ ਬੰਦ ਕੀਤੇ ਨੇ, ਪਰ ਜਿਹੜੇ ਲੀਗਲ ਗਨ ਓਨਰਸ ਨੇ ਉਹਨਾਂ ਨੂੰ ਇਸ ਗੱਲ ਦੀ ਬਹੁਤ ਇੱਥੇ ਪ੍ਰੋਬਲਮ ਆਈ ਹੈ। ਉਹ ਕਹਿੰਦੇ ਵੀ ਇਹ ਬੰਦ ਹੋਣੇ ਨਹੀਂ ਚਾਹੀਦੇ। ਦੈਟਸ ਫਾਈਨ, ਠੀਕ ਹੈ। ਵੈਸੇ ਮੈਂ ਹਥਿਆਰਾਂ ਦੇ ਹੱਕ 'ਚ ਨਹੀਂ ਹਾਂ, ਪਰ ਜਿਹੜੀ ਇਹ ਗੱਲ ਉੱਥੇ ਹੋਈ ਹੈ ਓਕਲਾਹੋਮਾ ਦੇ ਵਿੱਚ, ਕਿਉਂ ਹੋਈ ਆ? ਉੱਥੇ ਅਲਾਉਡ ਹੈ ਗਨ ਕੈਰੀ ਕਰਨੀ। ਜੇ ਅਲਾਉਡ ਹੈ ਨਹੀਂ ਤਾਂ ਇਹ ਗੱਲ ਨਾ ਹੁੰਦੀ। ਲੀਗਲ ਗਨ ਹੈ ਉਹਦੇ ਕੋਲੇ, ਉਹਨੂੰ ਰੋਕਿਆ ਗਿਆ ਮੈਕਡੋਨਲਡ ਦੇ ਵਿੱਚ ਜਾਣ ਤੋਂ ਤੇ ਉਹਦੇ ਚ ਉਹਦੇ ਗਨ ਕੱਢੀ, ਗੋਲੀ ਮਾਰਤੀ, 4 ਬੰਦੇ ਜ਼ਖਮੀ ਹੋ ਗਏ। ਬਿਲਕੁਲ, ਇਹ ਖਬਰ ਬਾਰੇ ਡਿਸਕਸ ਕਰਾਂਗੇ ਸਰ। ਇੱਕ ਦਰਸ਼ਕ ਹੋਰ ਜੁੜ ਚੁੱਕੇ ਨੇ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਰ ਕਿੱਥੋਂ ਬੋਲ ਰਹੇ ਹੋ ਤੁਸੀਂ? ਵੀਜ਼ੇ ਮੁਅੱਤਲ ਕਰਤੇ ਨੇ ਜਿਹੜੇ ਆਲਰੇਡੀ ਇੰਡੀਆ ਗਏ ਨੇ, ਉਹਨਾਂ ਦੇ ਵੀਜ਼ੇ ਵੀ ਮੁਅੱਤਲ ਹੋ ਗਏ ਨੇ। ਸਰ ਕਿ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਜਿਹੜੇ ਉੱਥੇ ਪਹੁੰਚ ਚੁੱਕੇ ਨੇ ਕੀ ਉਹਨਾਂ ਦੇ ਵੀ ਵੀਜ਼ੇ ਮੁਅੱਤਲ ਕਰ ਦਿੱਤੇ ਗਏ ਨੇ? ਜਿਹੜੇ ਆਲਰੇਡੀ ਉੱਥੇ ਇੰਡੀਆ ਦੇ ਵਿੱਚ ਹੈ ਕਿ ਉਹਨਾਂ ਦੇ ਵੀਜ਼ੇ ਵੀ ਮੁਅੱਤਲ ਹੋ ਗਏ ਨੇ? ਜੀ ਉਹਨਾਂ ਦੇ ਤਾਂ ਨਹੀਂ ਹੋਏ ਹੈਗੇ। ਬਾਕੀ ਵਧੇਰੇ ਜਾਣਕਾਰੀ ਆਪਾਂ ਨਾਚੀ ਤੋਂ ਲੈਣੇ ਆ। ਤੁਸੀਂ ਕਾਲ ਕੀਤੀ ਹੈ ਸਰ ਉਹਦੇ ਲਈ। ਨਹੀਂ ਸਰ, ਜਿਹੜੇ ਇਹ ਤਾਂ ਹੋ ਹੀ ਨਹੀਂ ਸਕਦਾ। ਜਿਹੜੇ ਪਹੁੰਚ ਚੁੱਕੇ ਆ ਉਹਨਾਂ ਦੇ ਮੁਅੱਤਲ ਹੋਣ। ਜਿਹੜੇ ਹਜੇ ਤੱਕ ਜਿਨ੍ਹਾਂ ਨੇ ਜਾਣਾ ਆ, ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਸੀ, ਜਿਨ੍ਹਾਂ ਦੇ ਹੈਗੇ ਆ, ਉਹਨਾਂ ਦੇ ਮੁਅੱਤਲ ਹੋਏ ਨੇ। ਸੋ ਬਾਕੀ ਦੀ ਜਾਣਕਾਰੀ ਡਿਟੇਲ ਦੇ ਵਿੱਚ ਅਸੀਂ ਨਾਚੀ ਤੋਂ ਲੈਣੇ ਆ। ਤੁਸੀਂ ਕਾਲ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ। ਨਾਚੀ
ਤਰਨ ਆਪਾਂ ਅੱਗੇ ਵੀ ਗੱਲ ਕਰਕੇ ਹਟੇ ਹਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ, ਸ਼ੋ ਹੋ ਸਕਦਾ ਇਹਨਾਂ ਨੂੰ ਸਵਾਲ ਨਾ ਕੀਤਾ, ਮੈਂ ਦੁਬਾਰਾ ਰਿਪੀਟ ਕਰ ਦਿੰਦਾ। ਜਿਹੜੇ ਵੀ ਲੋਕ ਇਸ ਵੇਲੇ ਇੰਡੀਆ ਦੇ ਵਿੱਚ ਹੈਗੇ ਨੇ ਔਰ ਇੰਡੀਆ ਦੀ ਫਲਾਈਟਾਂ ਬੰਦ ਹੈਗੀਆਂ ਨੇ, ਜੇ ਉਹਨਾਂ ਦੇ ਵੀਜ਼ੇ ਇੰਡੀਆ ਦੇ ਵਿੱਚ ਐਕਸਪਾਇਰ ਹੋ ਗਏ ਨੇ ਤਾਂ ਇੰਡੀਅਨ ਗਵਰਨਮੈਂਟ ਨੇ ਉਹਨਾਂ ਦਾ ਇੰਤਜ਼ਾਮ ਕੀਤਾ ਹੋਇਆ ਉਹ ਵੀਜ਼ਿਆਂ ਦੀ ਐਕਸਟੈਂਸ਼ਨ ਹੈਗੀ ਆ। ਹਰ ਇੱਕ ਨੂੰ ਉਹ ਵੀਜ਼ੇ ਐਕਸਟੈਂਸ਼ਨ ਮਿਲੇਗੀ, ਇਹਦੇ ਵਿੱਚ ਕੋਈ ਐਸੀ ਦੂਜੀ ਰਾਏ ਨਹੀਂ ਹੈ ਕਿ ਉਹਨਾਂ ਨੂੰ ਨਹੀਂ ਮਿਲੇਗੀ, ਇਹ 'ਚ ਕੋਈ ਸ਼ੱਕ ਨਹੀਂ। ਜੀ ਬਿਲਕੁਲ, ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਮੈਮ? ਅਸੀਂ ਸੈਸਕੈਟੂਨ ਤੋਂ ਬੋਲ ਰਹੇ ਹਾਂ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ ਦੱਸੋ ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ, ਥੈਂਕ ਯੂ ਜੀ। ਤੇ ਮੈਂ ਸਿਰਫ ਇੱਕ ਕੁਐਸਚਨ ਸੀਗਾ ਮੇਰਾ ਕਿ ਇਟਸ ਨਾਟ ਰਿਲੇਟਡ ਟੂ 에ਅਰ ਇੰਡੀਆ, ਤੇ ਜਿਵੇਂ ਆਪਣੇ ਕੈਨੇਡਾ ਤੋਂ ਕਮਰਸ਼ੀਅਲ ਫਲਾਈਟਸ ਜਾ ਰਹੀਆਂ ਨੇ ਕੈਨੇਡੀਅਨ ਸਿਟੀਜ਼ਨ ਨੂੰ ਲੈਣ ਦੇ ਲਈ, ਤੇ ਇਸ ਦੇ ਏਜੰਡੇ ਦੇ ਵਿੱਚ ਕੁਝ ਇਸ ਤਰ੍ਹਾਂ ਹੈਗਾ ਜਿਨ੍ਹਾਂ ਨੂੰ COPR ਜਿਨ੍ਹਾਂ ਨੂੰ ਪਰਮਨੈਂਟ ਰੈਜ਼ੀਡੈਂਸੀ ਵੀਜ਼ਾ ਰਿਸਟ੍ਰਿਕਸ਼ਨਸ ਲਾਉਣ ਤੋਂ ਪਹਿਲਾਂ ਮਿਲ ਚੁੱਕੇ ਸੀਗੇ, ਬਟ ਉਹਨਾਂ ਨੇ ਹਜੇ ਲੈਂਡ ਨਹੀਂ ਕੀਤਾ ਹੈਗਾ ਫਸਟ ਟਾਈਮ ਕੈਨੇਡਾ ਦੇ ਵਿੱਚ, ਤੇ ਉਹਨਾਂ ਦੇ ਲਈ ਕੁਝ ਪ੍ਰੋਗਰਾਮ ਉਹਦੇ ਵਿੱਚ ਹੈਗਾ ਵਾ ਵੀ ਇਨ ਫਿਊਚਰ ਦੇ ਵਿੱਚ ਕਮਿੰਗ ਮੰਥ ਦੇ ਵਿੱਚ ਵੀ ਉਹਨਾਂ ਨੂੰ ਵੀ ਲਿਆਂਦਾ ਜਾਊਗਾ ਕਮਰਸ਼ੀਅਲ ਫਲਾਈਟਸ ਦੇ ਵਿੱਚ ਜਾਂ ਨਹੀਂ? ਤੁਹਾਡੇ ਕਹਿਣ ਦਾ ਮਤਲਬ ਹੈ ਜਿਨ੍ਹਾਂ ਨੇ ਹਜੇ ਫਸਟ ਟਾਈਮ ਲੈਂਡ ਕਰਨਾ ਕਿ ਉਹ ਕਦੋਂ ਤੱਕ ਇੱਥੇ ਆ ਸਕਦੇ ਨੇ? ਹਾਂਜੀ, ਜਿਨ੍ਹਾਂ ਨੂੰ ਵੀਜ਼ਾ ਗ੍ਰਾਂਟ ਹੋ ਚੁੱਕਿਆ ਹੈ 17 ਮਾਰਚ ਤੋਂ ਪਹਿਲਾਂ, ਰਿਸਟ੍ਰਿਕਸ਼ਨ ਹਟਣ ਤੋਂ ਪਹਿਲਾਂ, ਬਟ ਉਹ ਲੈਂਡ ਨਹੀਂ ਕਰ ਪਾ ਰਹੇ ਹੁਣ ਇੰਡੀਆ ਤੋਂ। ਬਿਲਕੁਲ ਜੀ, ਹਾਂਜੀ ਬਿਲਕੁਲ ਮੈਮ। ਫਸਟ ਹਜੇ ਪ੍ਰਾਇੋਰਟੀ ਜਿਹੜੀ ਆ ਉਹ ਸਿਟੀਜ਼ਨਸ ਨੇ, ਬਾਕੀ ਇਹ ਕਦੋਂ ਤੱਕ ਪਹੁੰਚਦੇ ਆ ਆਪਾਂ ਨਾਥੀ ਤੋਂ ਪੁੱਛਦੇ ਹਾਂ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਜੀ ਨਾਥ ਜੀ, ਆਪਕਾ ਕੱਲ ਹੋਈ ਰੂਬੀ ਸੋਤ ਉਹਨਾਂ ਨਾਲ ਗੱਲ ਹੋਈ ਸੀ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਨੇ ਬ੍ਰੈਂਪਟਨ ਨਾਰਥ ਦੇ ਵਿੱਚੋਂ, ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਕਿ ਹਜੇ ਜਿਹੜੇ ਜੋ ਕੁਝ ਵੀ ਵੀਜ਼ੇ ਜਿਨ੍ਹਾਂ ਨੂੰ ਇਸ਼ੂ ਹੋਏ ਨੇ ਕੈਨੇਡਾ ਨੂੰ ਆਉਣ ਵਾਸਤੇ, everything is on hold right now. The priority is the citizens and citizens only. Citizens ਤੋਂ ਬਾਅਦ ਉਹਨਾਂ ਨੇ ਜਿਹੜੇ PR ਨੇ ਉਹਨਾਂ ਦੇ ਬਾਰੇ ਗੱਲਬਾਤ ਸੋਚੀ ਜਾਵੇਗੀ, ਤੇ ਉਸ ਤੋਂ ਬਾਅਦ ਜਿਹੜੇ ਸਟੂਡੈਂਟਸ ਨੂੰ ਵੀ ਵੀਜ਼ੇ ਮਿਲੇ ਹੋਏ ਨੇ ਜਿਨ੍ਹਾਂ ਨੇ ਆਉਣਾ ਸੀਗਾ, ਜਿਹੜੇ ਫਰਸਟ ਟਾਈਮ ਐਜ਼ ਲੈਂਡਡ ਇਮੀਗ੍ਰੈਂਟ ਆ ਰਹੇ ਨੇ ਉਹਨਾਂ ਦੇ ਵੀ everything is on hold right now. ਬਿਲਕੁਲ ਜੀ। ਤੇ ਜਿਵੇਂ ਲਗਭਗ ਹਰ ਕੋਈ ਇਨਫੋਰਮੇਸ਼ਨ ਆਏਗੀ ਜੀ ਤੇ ਆਪਾਂ ਉਵੇਂ ਦੀ ਉਹਦੇ ਨਾਲ ਅਪਡੇਟ ਉਹੀ ਹੈ ਕਿ ਹਰ ਦੇਸ਼ ਦੀ ਸਭ ਤੋਂ ਪਹਿਲਾਂ ਪ੍ਰਾਇੋਰਟੀ ਇਹੀ ਹੁੰਦੀ ਹੈ ਕਿ ਆਪਦੇ ਨਾਗਰਿਕਾਂ ਨੂੰ ਸਭ ਤੋਂ ਪਹਿਲੇ ਪਹਿਲ ਦੇ ਆਧਾਰ ਤੇ ਕੱਢਿਆ ਜਾਵੇ, ਉਸ ਤੋਂ ਬਾਅਦ ਬਾਕੀਆਂ ਨੂੰ ਜਿਹੜਾ ਆ ਉਹ ਦੇਖਿਆ ਜਾਵੇ। ਅਸੀਂ ਗੱਲਬਾਤ ਕਰ ਰਹੇ ਸੀ ਸਰ, ਜਿਵੇਂ ਕਿ ਉੱਥੇ ਮੈਕਡੋਨਲਡ ਦੇ ਵਿੱਚ ਗੋਲੀਬਾਰੀ ਦੀ ਘਟਨਾ ਹੋਈ ਕਿ ਸਿਰਫ ਉਸ ਨੂੰ ਲੇਡੀ ਨੂੰ ਸਿਰਫ ਇਸ ਲਈ ਰੋਕਿਆ ਗਿਆ ਸੀ ਕਿਉਂਕਿ ਅੱਗੇ ਸ਼ੀਲਡ ਲੱਗੀ ਹੋਈ ਸੀ, ਤੇ ਉਸ ਤੋਂ ਅੱਗੇ ਕਰੋਨਾ ਵਾਇਰਸ ਦੇ ਕਰਕੇ ਜੋ ਗਾਈਡਲਾਈਨਸ ਜਾਰੀ ਕੀਤੀਆਂ ਨੇ ਤੁਸੀਂ ਉਸ ਤੋਂ ਅੱਗੇ ਜਾ ਨਹੀਂ ਸਕਦੇ। ਉਹ ਜ਼ਬਰਦਸਤੀ ਅੰਦਰ ਐਂਟਰ ਹੋਣ ਦੀ ਕੋਸ਼ਿਸ਼ ਕਰ ਰਹੇ ਸੀ, ਤੇ ਜਦੋਂ ਉਹਨਾਂ ਨੂੰ ਚੁੱਕ ਕੇ ਬਾਹਰ ਕੀਤਾ ਗਿਆ ਉੱਥੋਂ ਦੇ ਗਾਰਡਸ ਬੰਨਿਓ ਤਾਂ ਉਹਨਾਂ ਨੇ ਗੋਲੀ ਤੱਕ ਚਲਾ ਦਿੱਤੀ। ਦਿਸ ਇਜ਼ ਗਰਮੀ ਹੋਈ ਜ਼ਿਆਦਾ ਜੀ, ਹੋਰ ਤਾਂ ਕੁਝ ਨਹੀਂ ਹੈ। ਲੋਕਾਂ ਨੂੰ ਕੀ ਗੁੱਸਾ ਹੀ ਇੰਨਾ ਚੜਦਾ, ਕੰਟਰੋਲ ਨਹੀਂ ਹੁੰਦਾ। ਉਹੀ ਮੈਂ ਗੱਲ ਕਰਨ ਲੱਗਿਆ ਸੀ ਵੀ ਜੇ ਇਨ ਕੇਸ ਉਹਦੇ ਕੋਲ ਗਨ ਨਾ ਹੁੰਦੀ ਤਾਂ ਇਹ ਗੱਲ ਨਾ ਹੁੰਦੀ, ਇੱਥੇ ਤੱਕ ਗੱਲ ਨਾ ਜਾਂਦੀ। ਇਹ ਸਾਡੇ ਜਿਹੜੇ ਕੈਨੇਡੀਅਨਸ ਗਨ ਓਨਰਸ ਨੇ ਉਹਨਾਂ ਨੂੰ ਅਜਿਹੀਆਂ ਗੱਲਾਂ ਜ਼ਰੂਰ ਦੇਖਣੀਆਂ ਚਾਹੀਦੀਆਂ, ਸੋਚਣੀਆਂ ਚਾਹੀਦੀਆਂ ਕਿ ਜੇ ਕਾਰਨ ਹੋਇਆ ਤਾਂ ਗੋਲੀ ਕਿਉਂ ਚੱਲੀ ਹੈ ਕਿ ਗਨ ਸੀਗੀ, ਜੇ ਗਨ ਨਾ ਹੁੰਦੀ ਤਾਂ ਗੱਲ ਨਹੀਂ ਸੀ ਹੋਣੀ। ਸੋ ਵਿੱਚ ਬੜੀ ਮੰਦਭਾਗੀ ਘਟਨਾ ਵਾਪਰੀ ਹੈ, ਔਰ ਅਜਿਹੇ ਹਜੇ ਬਹੁਤ US ਦੇ ਵਿੱਚ ਤਾਂ ਤਰਨ ਮੈਂ ਆਮ ਜਿਹੜੇ ਆਪਣੇ ਡਰਾਈਵਰਸ ਲੋਕ ਜਾਂਦੇ ਨੇ ਟਰੱਕਿੰਗ ਦੇ ਵਿੱਚ ਜਾਂਦੇ ਨੇ, ਉਹ ਵੀ ਜੇ ਤੁਸੀਂ ਵਿਜ਼ਿਟ ਕਰ ਜਾਂਦੇ ਹੋ, ਮੈਂ ਆਮ ਹਰੇਕ ਨੂੰ ਇਹ ਕਹਿਣਾ ਹੁੰਦਾ ਇਨਕਲੂਡਿੰਗ ਮੀ, ਮੈਂ ਵੀ ਇਹੀ ਕਰਦਾ, ਕਿਸੇ ਨਾਲ ਉੱਥੇ ਪੰਗਾ ਨਹੀਂ ਲੈਣਾ, ਕਿਸੇ ਨਾਲ ਟੇਲ ਗੇਟਿੰਗ ਨਹੀਂ ਕਰਨੀ, ਕਿਸੇ ਨੂੰ ਮਿਡਲ ਫਿੰਗਰ ਸਲੂਟ ਨਹੀਂ ਕਰਨਾ, ਕੁਝ ਨਹੀਂ ਕਰਨਾ। ਤੁਸੀਂ ਜਾਣਾ ਗੇੜਾ ਦੇ ਕੇ ਵਾਪਸ ਆ ਜਾਣਾ, ਇਹ ਨਹੀਂ ਪਤਾ ਕਿਹਦੇ ਕੋਲ ਉੱਥੇ ਕਰਨਾ। ਬਿਲਕੁਲ ਜੀ, ਉਹ ਕਹਿੰਦੇ ਨੇ ਹੁੰਦੇ ਜਿਹੜੇ ਹਥਿਆਰ ਨੇ ਉਹ ਬਾਰਡਰ ਤੇ ਹੀ ਸ਼ੋਭਾ ਦਿੰਦੇ ਨੇ, ਘਰਾਂ ਵਿੱਚ ਇਹਨਾਂ ਦਾ ਕੋਈ ਯੂਜ਼ ਨਹੀਂ ਹੁੰਦਾ। ਇੱਕ ਐਵੇਂ ਦੀ ਇੱਕ ਸਰ ਖਬਰ ਹੋ ਰਿਹਾ US ਤੋਂ, ਜਿੱਥੇ ਰਿਸਰਚਰ ਦੀ ਮੌਤ ਜਿਹੜੀ ਸਵਾਲਾਂ ਦੇ ਘੇਰੇ ਵਿੱਚ ਆ ਚੁੱਕੀ ਹੈ। ਅਜਿਹੇ ਸਵਾਲ ਕਿਉਂ ਉੱਠੇ ਜਾ ਰਹੇ ਨੇ ਕਿ ਮੌਤ ਹੈ, ਮਰਡਰ ਹੈ, ਜਾਂ ਫਿਰ ਇਹ ਇੱਕ ਨੈਚੁਰਲ ਡੈਥ ਹੈ? ਇਹ ਜਿੰਨੀ ਕੁ ਹੁਣ ਖਬਰ ਮੈਂ ਲੇਟਲੀ ਪੜ੍ਹ ਕੇ ਹਟਿਆ ਜੀ, ਇਹ ਮਰਡਰ ਵੀ ਹੈ ਤੇ ਸੁਸਾਈਡ ਵੀ ਹੈ ਜੀ। ਇਹਦੇ 'ਚ ਜਿਹੜੇ ਡਾਕਟਰ ਉਹਨਾਂ ਦੀ ਮੌਤ ਹੋਈ ਹੈ ਜੀ, ਇਹ ਪਹਿਲਾਂ ਤਾਂ ਕਰੋਨਾ ਵਾਇਰਸ ਦੇ ਉੱਤੇ ਖੋਜ ਕਰ ਰਹੇ ਸੀਗੇ, ਐਂਡ ਦੇ ਵਰ ਸੇਇੰਗ ਕਿ ਹੀ ਵਾਸ ਵੈਰੀ ਕਲੋਜ਼ ਟੂ ਫਾਈਂਡਿੰਗ ਅ ਵੈਕਸੀਨ। ਕਲੋਜ਼ ਤਾਂ ਬਹੁਤ ਸਾਰੇ ਨੇ ਇਸ ਵੇਲੇ, ਜਿਹੜਾ ਕਲੋਜ਼ ਹੁੰਦਾ, ਕਲੋਜ਼ ਦੀ ਡੈਫੀਨੇਸ਼ਨ ਪਤਾ ਨਹੀਂ ਕਿਹੜੀ ਕਲੋਜ਼ ਹੈ, ਠੀਕ ਆ, ਪਰ ਇਹਨਾਂ ਦੀ ਜਿਹੜੀ ਇਹਨਾਂ ਦੀ ਬੋਡੀ ਲੱਭੀ ਆ ਉਸ ਤੇ ਗੋਲੀਆਂ ਦੇ ਨਿਸ਼ਾਨ ਸੀਗੇ, ਪਰ ਉਸ ਤੋਂ ਥੋੜੀ ਦੂਰ ਪਰੇ ਜਾ ਕੇ ਇੱਕ ਕਾਰ ਦੇ ਵਿੱਚ ਇੱਕ ਹੋਰ ਬੋਡੀ ਲੱਭੀ ਆ। ਉਹ ਬੋਡੀ ਜਿਹੜੀ ਲੱਭੀ ਆ ਉਹਨੂੰ ਸੈਲਫ ਇਨਫਲਿਕਟਡ ਵੂਨਡਸ ਕਹਿੰਦੇ ਆ, ਕਿ ਉਹ ਬੰਦੇ ਨੇ ਆਪਦੇ ਆਪ ਨੂੰ ਕੋਈ ਨੁਕਸਾਨ ਕੀਤਾ ਤੇ ਉਹਦੀ ਇਸ ਤਰ੍ਹਾਂ ਮੌਤ ਹੋਈ ਆ। ਹੁਣ ਇਹਨਾਂ ਦੋਨਾਂ ਨੂੰ ਰਲਾ ਕੇ ਦੇਖਿਆ ਜਾ ਰਿਹਾ ਕਿ ਪਹਿਲਾਂ ਉਹ ਕਤਲ ਕਰਕੇ ਗਿਆ ਬੰਦਾ,
ਤੇ ਸੈਕੰਡ ਕਤਲ ਡਾਕਟਰ ਦਾ ਕਰਕੇ ਗਿਆ ਤੇ ਸੈਕੰਡ ਬਾਅਦ ਜਾ ਕੇ ਉਹਨੇ ਆਪਦੇ ਆਪ ਨੂੰ ਕਤਲ ਕੀਤਾ। ਹੋ ਸਕਦਾ ਕੋਈ ਇਹਨਾਂ ਦੀ ਆਪਸ ਵਿੱਚ ਪਰਸਨਲ ਰੰਜਿਸ਼ ਹੋਵੇ ਜੀ ਬਿਲਕੁਲ। ਆਪਣੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਜਿਹੜੇ ਇਸ ਵਕਤ ਭਾਰਤ ਵਿੱਚ ਹੈਗੇ ਨੇ ਤੇ ਉਹਨਾਂ ਨੇ US UK ਜਾਂ ਕਿਸੇ ਹੋਰ ਕੰਟਰੀਜ਼ ਦੇ ਲਈ 에ਅਰ ਇੰਡੀਆ ਦੀ ਫਲਾਈਟ ਬੁੱਕ ਕਰਵਾਉਣੀ ਆ ਤਾਂ ਬੁਕਿੰਗ ਦੇ ਲਈ ਉਹ www.airindia.in ਤੇ ਜਾ ਕੇ ਉੱਥੇ ਸਰਚ ਮਾਰ ਸਕਦੇ ਨੇ ਤੇ ਉੱਥੇ ਜਾ ਕੇ ਜਿਹੜੀ ਆਪਣੀ ਟਿਕਟਸ ਬੁੱਕ ਕਰਵਾ ਸਕਦੇ ਨੇ। ਜਿਵੇਂ ਵਧੇਰੇ ਜਾਣਕਾਰੀ ਮਿਲੂਗੀ ਅਸੀਂ ਨੈਕਸਟ ਐਪੀਸੋਡ ਦੇ ਵਿੱਚ ਅਗਲੀ ਵਾਰੀ ਉਸ ਦੇ ਬਾਰੇ ਵਿੱਚ ਵਧੇਰੇ ਜਾਣਕਾਰੀ ਤੁਹਾਨੂੰ ਦੇਵਾਂਗੇ। ਸਰ ਅਗਲੀ ਇੱਕ ਖਬਰ ਹੈ ਜਿਹੜੀ ਨੋਵਾ ਸਕੋਸ਼ੀਆ ਦੇ ਵਿੱਚ ਇੱਕ ਬੱਚਾ ਜਿਹੜਾ ਗੁੰਮ ਹੋ ਗਿਆ। ਉਹ ਬੱਚੇ ਦੇ ਗੁੰਮਣ ਦੀ ਬਹੁਤ ਜ਼ਿਆਦਾ ਇਸ ਵਕਤ ਕਾਫੀ ਖਬਰ ਫੈਲ ਚੁੱਕੀ ਹੈ। ਤਰਨ ਆਪਣਾ ਪ੍ਰੋਗਰਾਮ ਸ਼ੁਰੂ ਹੋਣ ਵੇਲੇ ਤੱਕ ਅਜੇ ਤੱਕ ਉਸ ਦੇ ਬਾਰੇ ਕੋਈ ਪਤਾ ਨਹੀਂ ਸੀਗਾ ਕੱਲ ਦਾ ਬੱਚਾ ਗੁੰਮ ਹੋਇਆ ਹੈ ਔਰ ਜਿਹੜੀ ਜਗ੍ਹਾ ਤੇ ਬੱਚਾ ਗੁੰਮ ਹੋਇਆ ਉਹ ਆਪਦੀ ਗ੍ਰੈਂਡਮਦਰ ਕੋਲ ਸੀਗਾ। ਉਹਦੀ ਗ੍ਰੈਂਡਮਦਰ ਗੱਲ ਇਹ ਕਹਿੰਦੀ ਮੈਂ ਬਸ ਇੱਕ ਦੂਜੇ ਪਾਸੇ ਨੂੰ ਮੂੰਹ ਕੀਤਾ ਤੇ ਅੱਖ ਦੇ ਫੋਰ ਦੇ ਵਿੱਚ ਬੱਚਾ ਪਤਾ ਨਹੀਂ ਕਿੱਥੇ ਚਲ ਗਿਆ। ਅਜੇ ਤੱਕ ਬੱਚਾ ਲੱਭੇ ਨਹੀਂ। ਉਹਦੇ ਕੱਲੇ ਸ਼ੂਜ਼ ਲੱਭੇ ਨੇ, ਬੱਚਾ ਅਜੇ ਲੱਭਿਆ ਨਹੀਂ ਆ। ਹੋਪਫੁਲੀ ਆਈ ਹੋਪ ਕਿ ਬੱਚਾ ਜਿਉਂਦਾ ਜਾਗਦਾ। ਜੀ ਬਿਲਕੁਲ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਮੇਰਾ ਇੱਕ ਸਵਾਲ ਹੋਰ ਹੈ ਜਿਹੜਾ ਤੁਸੀਂ ਆ ਸਕੇਡਿਊਲ ਦਿਖਾ ਰਹੇ ਹੋ ਫਲਾਈਟਾਂ ਦਾ ਉੱਥੇ ਡਿਪਾਰਚਰ ਜਿਹੜਾ ਦਿਖਾ ਰਹੇ ਹੋ ਦਿੱਲੀ ਤੋਂ ਦਿਖਾ ਰਹੇ ਜਾਂ ਬੰਬੇ ਤੋਂ ਦਿਖਾ ਰਹੇ ਜਾ ਰਹੀਆਂ ਫਲਾਈਟਾਂ ਸਿੰਗਾਪੁਰ ਜਾਂ ਲੰਡਨ ਜਾਂ ਸੈਨ ਫਰਾਂਸਿਸਕੋ ਜਾ ਰਹੀਆਂ ਨੇ ਜੀ ਤਾਂ ਬੰਦੇ ਤਾਂ ਇੱਥੋਂ ਲੈ ਕੇ ਜਾਣੇ ਨੇ ਲੰਡਨ ਤੋਂ ਲੈ ਕੇ ਉਹਨਾਂ ਨੇ ਆਣੇ ਸਰ ਇਹ ਜਿਹੜੀਆਂ ਫਲਾਈਟਸ ਸਰ ਇਹ ਕਨਫਿਊਜ਼ਨ ਐਦਾਂ ਹੈ ਕਿ ਜਿਹੜੀਆਂ ਫਲਾਈਟਸ 에ਅਰ ਇੰਡੀਆ ਦੀਆਂ ਅਲੱਗ-ਅਲੱਗ ਕੰਟਰੀਜ਼ ਨੂੰ ਜਾਣੀਆਂ ਨੇ ਉਹ ਫਲਾਈਟਸ ਜਿਹੜੀਆਂ ਖਾਲੀ ਨਹੀਂ ਜਾਣਗੀਆਂ ਉਹਨਾਂ ਕੰਟਰੀਜ਼ ਦੇ ਵਿੱਚ ਜਾਣ ਵਾਲੇ ਵਸਨੀਕਾਂ ਨੂੰ ਨਾਲ ਲੈ ਕੇ ਜਾਣਗੀਆਂ। ਜੇ ਉੱਥੇ ਕੋਈ ਅਮਰੀਕਾ ਦਾ ਨਾਗਰਿਕ ਫਸਿਆ ਹੋਇਆ ਤਾਂ ਅਮਰੀਕਾ ਦੇ ਨਾਗਰਿਕ ਉੱਥੇ 에ਅਰ ਇੰਡੀਆ ਦੀਆਂ ਫਲਾਈਟਸ ਰਾਹੀਂ ਸੈਨ ਫਰਾਂਸਿਸਕੋ ਜਾ ਸਕਦੇ ਨੇ। ਸੋ ਉੱਥੋਂ ਨਾਗਰਿਕਾਂ ਨੂੰ ਲੈ ਕੇ ਉਹਨਾਂ ਦੇ ਮੁਲਕਾਂ ਨੂੰ ਜਾਣਗੀਆਂ ਤਾਂ ਕਿ ਖਾਲੀ ਨਾ ਜਾਣ। ਜਿਵੇਂ ਇੱਥੋਂ 에ਅਰ ਕੈਨੇਡਾ ਦੀਆਂ ਜਿਵੇਂ ਫਲਾਈਟਸ ਖਾਲੀ ਜਾ ਰਹੀਆਂ ਨੇ ਇੰਡੀਆ ਉੱਥੇ ਲੈ ਕੇ ਆ ਰਹੇ ਨੇ। ਸੋ ਇਹ ਖਾਲੀ ਨਹੀਂ ਭੇਜ ਰਹੇ ਹੈਗੇ ਜਿਹੜੇ ਯਾਤਰੀ ਫਸੇ ਹੋਏ ਨੇ। ਵੈਰੀ ਗੁੱਡ। ਇਹਨਾਂ ਦਾ ਬੜਾ ਅਕਲਮੰਦੀ ਵਾਲਾ ਕੰਮ ਕੀਤਾ ਇਹਨਾਂ ਨੇ ਵਧੀਆ ਕੰਮ ਕੀਤਾ। ਜੀ ਜੀ ਬਿਲਕੁਲ ਆ ਜਾਣਗੇ ਇਧਰੋਂ ਲੈ ਜਾਣਗੇ ਬੰਦੇ। ਬਿਲਕੁਲ ਜੀ ਜੀ। ਜਿਹੜੇ ਦੇਸ਼ ਜਿਹੜੇ ਦੇਸ਼ ਇਜਾਜ਼ਤ ਦੇ ਰਹੇ ਨੇ ਉਹਨਾਂ ਦੇਸ਼ਾਂ ਦੇ ਨਾਗਰਿਕ ਭੇਜੇ ਜਾ ਰਹੇ ਨੇ ਨਾਲ ਦੀ ਨਾਲ। ਜੀ ਨਾਲ ਜੀ ਅਸੀਂ ਗੱਲਬਾਤ ਕਰ ਰਹੇ ਸੀ ਇੱਕ ਪਹਿਲਾਂ ਦਰਸ਼ਕ ਜੁੜ ਗਏ ਨੇ ਹੋਰ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤਾਰਨ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਕੌਣ ਤੇ ਕਿੱਥੋਂ ਬੋਲ ਰਹੇ ਹੋ ਮੈਮ? ਮੈਂ ਇੱਥੋਂ ਬ੍ਰਹਮਪੁਰ ਤੋਂ ਸਿੰਦਰ ਕੌਰ ਬੋਲ ਰਹੀ ਹਾਂ। ਬਹੁਤ ਬਹੁਤ ਸਵਾਗਤ ਹੈ ਜੀ। ਆ ਜਿਹੜਾ ਤੁਸੀਂ ਲਿਖਿਆ ਆ 에ਅਰ ਇੰਡੀਆ ਵੱਲੋਂ ਭਾਰਤ ਤੋਂ ਲਿਆਉਣ ਲਈ ਟਿਕਟਾਂ ਦੀ ਬੁਕਿੰਗ ਹੈ ਇਹ ਕਦੋਂ ਤੋਂ ਸ਼ੁਰੂ ਆ? ਇਹ ਮੈਡਮ ਸ਼ੁਰੂ ਹੋ ਚੁੱਕੀ ਹੈ ਜੀ। ਇਹ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ ਬਟ ਦਾ ਥਿੰਗ ਇਜ਼ ਇਹ ਕੈਨੇਡਾ ਲਈ ਨਹੀਂ ਹੈ ਅਜੇ। ਇਹ ਜਿਹੜੇ 12 ਕੰਟਰੀਜ਼ ਨੇ ਉਹਨਾਂ ਦੇ ਲਈ ਹੈ। ਹਜੇ 12 ਕੰਟਰੀਆਂ ਦਾ ਪਹਿਲਾ ਫੇਸ ਜਾਰੀ ਕੀਤਾ ਗਿਆ ਜਿਹਦੇ ਵਿੱਚ ਹਜੇ ਕੈਨੇਡਾ ਦਾ ਨਾਮ ਨਹੀਂ ਆਇਆ ਹੈਗਾ। ਹਾਂਜੀ ਕੈਨੇਡਾ ਦਾ ਨਾਮ ਨਹੀਂ ਆਇਆ। ਹਾਂਜੀ ਹਜੇ ਕੈਨੇਡਾ ਦਾ ਨਾਮ ਨਹੀਂ ਆਇਆ। ਜਿਵੇਂ ਹੀ ਕੈਨੇਡਾ ਦਾ ਨਾਮ ਆਏਗਾ ਸੈਕੰਡ ਫੇਸ ਖੁੱਲੇਗਾ ਤਾਂ ਉਹਦੇ ਬਾਰੇ ਵਿੱਚ ਵੀ ਅਸੀਂ ਨਾਲ ਦੀ ਨਾਲ ਜਾਣਕਾਰੀ ਦੇ ਦਾਂਗੇ। ਠੀਕ ਹੈ ਥੈਂਕ ਯੂ ਸੋ ਮਚ ਜੀ। ਜੀ ਸਰ ਸਾਡੀ ਕੋਸ਼ਿਸ਼ ਹੈ ਜੀ ਜਦੋਂ ਵੀ ਕੋਈ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕਿਉਂਕਿ ਦੇਖੋ ਆਪਣਾ ਜਿਹੜਾ ਚੈਨਲ ਹੈ 24 ਆਵਰਸ ਹੈ ਅਸੀਂ ਆਲਵੇਜ਼ ਅਪਡੇਟ ਕਰਦੇ ਤੁਰੇ ਜਾਂਦੇ ਹਾਂ। ਜਿਹੜਾ ਹੁਣ 6 ਤੋਂ 7 ਵਾਲਾ ਆਪਣਾ ਪ੍ਰੋਗਰਾਮ ਹੈ ਇਹਦੇ 'ਚ ਆਪਾਂ ਜਿਹੜੀਆਂ ਸਾਰੀਆਂ ਖਬਰਾਂ ਹੁੰਦੀਆਂ ਉਹਦੋਂ ਬਾਰੇ ਡਿਸਕਸ਼ਨ ਕਰਦੇ ਹਾਂ ਪਰ ਡਿਊਰਿੰਗ ਦਾ ਡੇ ਸਾਡੇ ਬੁਲੇਟਿਨਸ ਨਾਲ ਦੀ ਨਾਲ ਆਉਂਦੇ ਆ। ਕੋਈ ਵੀ ਬ੍ਰੇਕਿੰਗ ਨਿਊਜ਼ ਆਉਂਦੀ ਆ ਅਸੀਂ ਉਹਨੂੰ ਜਦੇ ਨਸ਼ਰ ਕਰਦੇ ਹਾਂ ਜੀ। ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਿੰਨੇ ਵੀ ਸਾਡੇ ਦਰਸ਼ਕ ਆ ਉਹ ਹਰ ਸਮੇਂ ਖਬਰਾਂ ਦੇ ਉੱਤੇ ਅਖੀਰਲੀ ਖਬਰ ਤੱਕ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਜੀ। ਸਰ ਅੱਗੇ ਮੈਡੀਸਿਨਸ ਦੀ ਜਾਂ ਵੈਕਸੀਨਸ ਦੀ ਕੋਈ ਨਿਕਲਦੀ ਸੀ ਨਵੀਂ ਜਦੋਂ ਇਜਾਦ ਹੁੰਦੀ ਸੀ ਤਾਂ ਉਹਦਾ ਜਿਹੜਾ ਐਕਸਪੈਰੀਮੈਂਟ ਕੀਤਾ ਜਾਂਦਾ ਸੀ ਮੋਸਟਲੀ ਰੈਟਸ ਦੇ ਉੱਤੇ ਕੀਤਾ ਜਾਂਦਾ ਸੀ। ਕਰੋਨਾ ਵਾਇਰਸ ਦੀ ਗੱਲ ਹੋ ਰਹੀ ਹੈ ਤਾਂ ਇਸ ਵਾਰੀ ਮੰਕੀਸ ਨੂੰ ਜਿਹੜਾ ਕਰੋਨਾ ਵਾਇਰਸ ਦਾ ਟੈਸਟ ਮੰਕੀਸ ਦੇ ਉੱਤੇ ਕੀਤਾ ਜਾ ਰਿਹਾ ਹੈ। ਕੀ ਨਵੀਂ ਸਾਰੀ ਸਟੋਰੀ ਹੈ? ਇਹ ਆਕਸਫੋਰਡ ਯੂਨੀਵਰਸਿਟੀ ਇੰਗਲੈਂਡ ਦੀ ਯੂਨੀਵਰਸਿਟੀ ਬੜੀ ਮਸ਼ਹੂਰ ਬੜੀ ਪੁਰਾਣੀ ਯੂਨੀਵਰਸਿਟੀ ਹੈ ਤਾਂ ਉਸ ਜਗ੍ਹਾ ਦੇ ਉੱਤੇ ਮੰਕੀਜ਼ ਦੇ ਉੱਤੇ ਕੀਤਾ ਜਾ ਰਿਹਾ। ਵੈਸੇ ਮੰਕੀਜ਼ ਦੇ ਉੱਤੇ ਹੋਰ ਬੜੇ ਤਜਰਬੇ ਹੁੰਦੇ ਨੇ। ਜ਼ਰੂਰੀ ਨਹੀਂ ਸਾਰੇ ਰੈਟਸ ਦੇ ਨਹੀਂ ਹੁੰਦੇ। ਐਕਚੁਅਲੀ ਪਿਗਸ ਦੇ ਉੱਤੇ ਵੀ ਬੜੇ ਹੁੰਦੇ ਨੇ। ਵੈਸੇ ਮੰਕੀ ਵਾਜ਼ ਪਹਿਲਾਂ ਤੋਂ ਸੀਗਾ। ਪਹਿਲਾਂ ਡੌਗ ਗਿਆ ਸੀਗਾ ਮੰਕੀ ਉਸ ਤੋਂ ਬਾਅਦ ਗਿਆ ਸੀਗਾ ਸਪੇਸ ਦੇ ਵਿੱਚ। ਮੰਕੀਜ਼ ਨੂੰ ਅਸੀਂ ਸਮਝਦੇ ਵੀ ਸ਼ਾਇਦ ਕੁਝ ਮਨੁੱਖ ਦੇ ਨਾਲ ਰਲਦਾ ਹਾਲਾਂਕਿ ਪਿਗ ਜ਼ਿਆਦਾ ਰਲਦਾ ਸਾਡਾ ਜਿਹੜਾ ਸਿਸਟਮ ਦੇ ਹੈਗਾ। ਮੰਕੀ ਦੇ ਉੱਤੇ ਉਹਨਾਂ ਨੇ ਤਜਰਬਾ ਕੀਤਾ ਜੀ। ਮੰਕੀ ਦੇ ਉੱਤੇ ਜਿਹੜਾ ਇਹ ਕਾਮਯਾਬ ਹੋਇਆ ਕਰੋਨਾ ਦਾ ਜਿਹੜਾ ਵੈਕਸੀਨ ਤਿਆਰ ਕੀਤਾ ਹੋਇਆ ਪਰ ਉਹ ਹਲੇ ਜ਼ਰੂਰੀ ਨਹੀਂ ਹੈ ਕਿ ਜੇ ਮੰਕੀ ਤੇ ਕਾਮਯਾਬ ਹੋਇਆ ਤਾਂ ਇਨਸਾਨ ਤੇ ਵੀ ਹੋਵੇਗਾ। ਚਾਂਸਸ ਹੁੰਦਾ ਕਿ ਸ਼ਾਇਦ ਹੋਵੇਗਾ। ਹਾਲੇ ਤੱਕ ਪਹਿਲੀ ਸਟੇਜ ਹੈ ਜੀ ਮੰਕੀ ਦੇ ਉੱਤੇ ਕੀਤਾ। ਸੈਕੰਡਲੀ ਇਹ ਕਰੋਨਾ ਨੂੰ ਚੈੱਕ ਕਰਨ ਵਾਸਤੇ ਜਿਵੇਂ ਤੁਸੀਂ ਖਬਰਾਂ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਸੀਗਾ ਕਿ ਇੱਕ ਡੌਗਸ ਨੇ ਲੈਬਰਾਡੋਰ ਡੌਗ ਆ ਉਹਨੂੰ ਟ੍ਰੇਨ ਕੀਤਾ ਜਾ ਰਿਹਾ ਕਿ ਉਹ ਦੱਸ ਸਕੇਗਾ ਕਿ ਜਿਹੜੇ ਬੰਦੇ ਨੂੰ ਕਰੋਨਾ ਹੈ ਜਾਂ ਨਹੀਂ ਹੈ। ਉਹਨੂੰ ਕਿਸੇ ਵੀ ਟੈਂਪਰੇਚਰ ਚੈੱਕ ਕਰਨ ਦੀ ਲੋੜ ਪਏਗੀ। ਪਰ ਡੌਗਸ ਕਰਦੇ ਕੀ ਆ? ਡੌਗਸ ਡਰੱਗ ਫੜਦੇ ਆ। ਡੌਗਸ ਨੂੰ ਡਰੱਗ ਜੋ ਫੜਦਾ ਟ੍ਰੇਨ ਕੀਤਾ ਜਾਂਦਾ ਤਰਨ ਉਹ ਨਹੀਂ ਕੀਤਾ ਜਾਂਦਾ ਵੀ ਡੌਗਸ ਨਸ਼ੇ ਤੇ ਲੱਗਿਆ ਹੁੰਦਾ ਉਹਨੂੰ ਚੰਗਾ ਲੱਗਦਾ ਨਸ਼ਾ ਉਧਰ ਨੂੰ ਜਾਂਦਾ। ਨੋ ਜਿਹੜਾ ਡੌਗ ਆ ਉਹਨੂੰ ਟ੍ਰੇਨ ਕੀਤਾ ਜਾਂਦਾ। ਟ੍ਰੇਨ ਇਉਂ ਕੀਤਾ ਜਾਂਦਾ ਕਿ ਉਹਨੂੰ ਇੱਕ ਚਿੱਟੇ ਤੌਲੀਏ ਦਾ ਟੁਕੜਾ ਦਿਖਾਇਆ ਜਾਂਦਾ। ਉਹ ਜਿਹੜਾ ਤੌਲੀਏ ਦਾ ਟੁਕੜਾ ਨਾ
ਉਹ ਸਮੈਲ ਉਹਦੇ ਨਾਲ ਲਾਈ ਹੁੰਦੀ ਹੈ ਜਿਹੜੀ ਡਰੱਗ ਦੀ, ਪਰ ਉਹ ਡੌਗ ਉਹਦੇ ਨਾਲ ਖੇਡਦਾ ਉਸ ਕੱਪੜੇ ਦੇ ਨਾਲ, ਉਹ ਖੇਡਦਾ, ਇੱਕ ਟਗ ਆਫ ਵਾਰ ਕਹਿੰਦੇ ਆ। ਡੌਗ ਤੁਹਾਨੂੰ ਇੱਕ ਪਾਸੇ ਨੂੰ ਕਹਿੰਦੇ ਮੇਰੇ ਕੋਲ ਡੌਗ ਹੈਗਾ ਜੀ, ਖਿੱਚ ਕੇ ਬੜਾ ਰਾਜੀ, ਉਹਨੂੰ ਕੋਈ ਚੀਜ਼ ਫੜਾ ਦਿਓ, ਆਪਦਿਆਂ ਨੂੰ ਖਿੱਚੇਗਾ, ਤੁਸੀਂ ਆਪਦਿਆਂ ਨੂੰ ਖਿੱਚਦੇ, ਉਹਨੂੰ ਇਹ ਲੱਗਦਾ ਵੀ ਉਹ ਤਾਂ ਟੋਏ ਆ ਉਹ। ਤੇ ਜਦੋਂ ਉਹ ਕਿਸੇ ਜਗ੍ਹਾ ਤੇ ਜਾ ਕੇ ਡਰੱਗ ਫੜਨੀ ਹੁੰਦੀ ਆ, ਲੱਭਣੀ ਹੁੰਦੀ ਆ, ਤਾਂ ਜਿਹੜਾ ਉਹਦਾ ਟ੍ਰੇਨਰ ਆ ਉਹ ਉਹਨੂੰ ਕਹਿੰਦਾ ਜਾ ਹੁਣ ਲੱਭ ਉਹਨੂੰ, ਪਰ ਉਹ ਡਰੱਗ ਨਹੀਂ ਲੱਭਦਾ, ਉਹ ਆਪਣਾ ਟੋਏ ਲੱਭਦਾ। ਉਹ ਟੋਏ ਦੇ ਵਿੱਚ ਉਹ ਸਮੈਲ ਲੱਗੀ ਹੁੰਦੀ ਹੈ, ਜਿੱਥੇ ਉਹਨੂੰ ਉਹ ਸਮੈਲ ਆਉਂਦੀ ਹੈ ਉਹਨੂੰ ਲੱਗਦਾ ਮੇਰਾ ਟੋਏ ਉਸ ਡੱਬੇ ਦੇ ਵਿੱਚ ਬੰਦ ਹੈ, ਉਹ ਤਾਂ ਉੱਥੇ ਜਾ ਕੇ ਖੜ ਕੇ ਆਪਦਾ ਐਕਸ਼ਨ ਕਰਦਾ, ਤੇ ਇਸ ਤਰ੍ਹਾਂ ਡੌਗਸ ਟ੍ਰੇਨ ਕੀਤੇ ਜਾਂਦੇ ਆ। ਬਿਲਕੁਲ ਜੀ ਸਰ, ਜਿਵੇਂ ਵੱਖ-ਵੱਖ ਮੁਲਕਾਂ ਦੇ ਵਿੱਚ ਇਸ ਵਕਤ ਐਸੈਂਸ਼ੀਅਲ ਵਰਕਰਸ, ਖਾਸ ਤੌਰ ਤੇ ਫਰੰਟਲਾਈਨ ਵਰਕਰਸ, ਸਾਡੇ ਡਾਕਟਰਸ ਦਾ ਬਹੁਤ ਜ਼ਿਆਦਾ ਧੰਨਵਾਦ ਕੀਤਾ ਜਾ ਰਿਹਾ। ਉਹਦੇ ਵਿੱਚ ਚਾਹੇ ਵੱਖ-ਵੱਖ ਉੱਥੇ ਯੂਐਸ ਦੇ ਵਿੱਚ ਵਿਵਾਦ ਉੱਠ ਰਹੇ ਨੇ, ਚਾਹੇ ਗਨ ਮਾਮਲੇ ਸਾਹਮਣੇ ਆ ਰਹੇ ਨੇ, ਚਾਹੇ ਪ੍ਰੈਜ਼ੀਡੈਂਟ ਸਾਹਿਬ ਕੁਝ ਵੱਖ-ਵੱਖ ਮੁੱਦੇ ਸਾਹਮਣੇ ਲਿਆ ਰਹੇ ਨੇ, ਪਰ ਉੱਥੇ ਬਿਨਾਂ ਜਾਤ-ਪਾਤ, ਬਿਨਾਂ ਧਰਮ ਆਧਾਰ ਤੇ ਉੱਥੇ ਵੱਖ-ਵੱਖ ਡਾਕਟਰਸ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਨਮਾਨਿਤ ਕੀਤਾ ਜਾ ਰਿਹਾ। ਇਸ ਵਾਰੀ ਇੱਕ ਸਿੱਖ ਡਾਕਟਰ ਜਿਹੜੇ ਨੇ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਦੇ ਘਰ ਦੇ ਬਾਹਰ ਸਨਮਾਨਿਤ ਕੀਤਾ। ਇਹ ਬਹੁਤ ਚੰਗੀ ਗੱਲ ਹੈ ਜੀ। ਅਸੀਂ ਆਮ ਗੱਲ ਕਰਦੇ ਹਾਂ ਕਿ ਜਿਹੜੇ ਵੀ ਫਰੰਟ ਲਾਈਨ ਤੇ ਹੈਗੇ ਨੇ, ਜਿਹੜੇ ਵੀ ਹਸਪੀਟਲਸ 'ਚ ਕੰਮ ਕਰਦੇ ਨੇ, ਜਿਹੜਾ ਜੈਨੇਟਰ ਤੋਂ ਲੈ ਕੇ ਡਾਕਟਰਸ ਤੱਕ ਜੋ ਵੀ ਵਿੱਚ ਆਉਂਦਾ ਹੈਗਾ, ਇਹ ਸਾਰੇ ਬਹੁਤ ਸਾਡੇ ਇਹਨਾਂ ਨੂੰ, ਸਾਨੂੰ ਉਹਨਾਂ ਦੀ ਸ਼ਲਾਘਾ ਕਰਨੀ ਬਣਦੀ ਆ, ਇਹਨਾਂ ਦੀ ਸਾਡੀ ਮਦਦ ਕਰਨੀ ਬਣਦੀ ਹੈ। ਜੇ ਉੱਥੇ ਬੰਦੇ ਕੰਮ ਕਰਦੇ, ਜੇ ਉਹਨਾਂ ਦੇ ਪਰਿਵਾਰਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ, ਕਿ ਸਾਡਾ ਫਰਜ਼ ਬਣਦਾ ਕਿ ਅਸੀਂ ਕਰ ਸਕੀਏ। ਤੁਹਾਨੂੰ ਮੈਂ ਦੱਸਿਆ ਮੇਰੀ ਭਾਣਜੀ, ਮੇਰਾ ਬੇਟਾ ਇਸ ਕੰਮ ਦੇ ਵਿੱਚ ਹੈ ਜੀ, ਸਾਡੇ ਬਹੁਤ ਰਿਸ਼ਤੇਦਾਰ ਬੱਚੇ ਇਸ ਕੰਮ ਦੇ ਵਿੱਚ ਹੈਗੇ ਨੇ। ਅਸੀਂ ਕੋਸ਼ਿਸ਼ ਕਰਦੇ ਹਾਂ, ਫੋਨ ਤੇ ਇਨ ਟੱਚ ਰਹਿੰਦੇ ਹਾਂ, ਉਹਨੂੰ ਹੱਲਾਸ਼ੇਰੀ ਦਿੰਦੇ ਹਾਂ ਕਿ ਤੁਸੀਂ ਜੋ ਕਰ ਰਹੇ ਹੋ ਇਹ ਮਨੁੱਖਤਾ ਵਾਸਤੇ ਕਰ ਰਹੇ ਨੇ, ਔਰ ਜੇ ਮਨੁੱਖਤਾ ਵਾਸਤੇ ਜੇ ਕੰਮ ਕਰਦੇ ਨੇ, ਮੇਰੇ ਖਿਆਲ ਸਾਡਾ ਸ਼ਲਾਘਾ ਕਰਨਾ ਜ਼ਰੂਰ ਬਣਦਾ ਜੀ। ਬਿਲਕੁਲ, ਕਿਉਂਕਿ ਅਸੀਂ ਘਰਾਂ ਵਿੱਚ ਰਹਿ ਕੇ ਜੇ ਕਹਿ ਦਿੰਦੇ ਹਾਂ ਕਿ ਘਰਾਂ ਵਿੱਚ ਬਹਿ ਕੇ ਅਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਾਂ, ਅਸੀਂ ਬਾਹਰ ਨਿਕਲਣਾ ਆ, ਸੋ ਉਹਨਾਂ ਡਾਕਟਰਸ, ਉਹਨਾਂ ਨਰਸਿਸ ਦੇ ਬਾਰੇ ਵਿੱਚ ਸੋਚੋ ਜਿਹੜੇ ਹਰ ਰੋਜ਼ ਪੇਸ਼ੈਂਟਸ ਨੂੰ ਆਪਣੇ ਸਾਹਮਣੇ ਤੜਫਦਾ ਹੋਇਆ ਵੇਖਦੇ ਨੇ। ਸੋ ਇਹਨਾਂ ਦਾ ਸਨਮਾਨ ਕਰਨਾ ਵਾਕਈ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਸਰ ਨੈਕਸਟ ਨਿਊਜ਼ ਹੈ ਜੀ, ਐਮਪੀ ਦੇ ਵਿੱਚ ਜਿਹੜੀ ਗੈਸ ਫੈਕਟਰੀ ਨੂੰ ਅੱਗ ਲੱਗੀ ਇੰਡੀਆ ਦੇ ਵਿੱਚ। ਹਾਂਜੀ, ਇਹ ਗੈਸ LP ਗੈਸ ਹੈ ਜੀ, LG ਜੀ, ਉਸ ਗੈਸ, ਹਾਂ, ਗੈਸ ਦਾ ਰਿਸਾਵ ਹੋਇਆ ਜੀ ਉੱਥੇ। ਹਾਂਜੀ, ਉੱਥੇ LG ਕੈਮੀਕਲ ਪਲਾਂਟ ਹੈ ਜੀ, ਜਿਹਦੇ ਵਿੱਚ ਹੋਇਆ ਆਂਧਰਾ ਪ੍ਰਦੇਸ਼ ਦੇ ਵਿੱਚ ਹੈਗਾ, ਜਿਹੜਾ ਸ਼ਹਿਰ ਹੈਗਾ ਵਿਸ਼ਾਖਾਪਟਨਮ ਹੈ, ਉੱਥੇ ਤਕਰੀਬਨ 11 ਬੰਦਿਆਂ ਦੀ ਮੌਤ ਹੋਈ ਹੈ ਜੀ। ਹਜੇ ਬਹੁਤ ਇਸ ਦੇ ਘੇਰੇ ਵਿੱਚ ਹਜੇ ਬਹੁਤ ਆਏ ਹੋਏ ਨੇ ਜੀ, ਇਹ ਬੜਾ ਹਜੇ ਤੱਕ ਵੀ ਭਿਆਨਕ ਮਾਮਲਾ ਜੀ। ਬਿਲਕੁਲ, ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਅਸੀਂ ਹੈਮਿਲਟਨ ਤੋਂ ਬੋਲਦੇ ਹਾਂ ਜੀ। ਹਾਂਜੀ, ਦੱਸੋ ਕੀ ਪੁੱਛਣਾ ਚਾਹੁੰਦੇ ਹੋ ਸਰ? ਅਸੀਂ ਤਾਂ ਜੀ ਗੱਲ ਕਰਨੀ ਸੀ, ਵਾਈਫ ਮੇਰੀ 10 ਸਾਲ ਹੋ ਗਏ ਲਾਈਫ ਲਾਈਨ ਦੇ ਨਾਲ ਕੰਮ ਕਰਦੀ ਆ, ਤਾਂ ਉਹਨਾਂ ਦੀ ਕੋਈ ਡਗਫੋਰਡ ਨੇ ਮਨੀ ਦੀ ਅਪਗ੍ਰੇਡ ਦੀ ਕੋਈ ਗੱਲ ਨਹੀਂ ਕੀਤੀ। ਲਾਈਫ ਲਾਈਨ ਦੇ ਨਾਲ ਕੰਮ ਕਰਦੇ ਨੇ 10 ਸਾਲ ਤੋਂ, ਤੇ ਕੋਈ ਵੇਜਸ ਅਪਡੇਟ ਨਹੀਂ ਕੀਤੇ, ਅਪਗ੍ਰੇਡ ਨਹੀਂ ਕੀਤੇ ਜੀ? ਨਾ ਜੀ ਸਰ, ਵੈਸੇ ਅੱਜ ਜਿੰਨਾ ਕਿ ਸਾਨੂੰ ਅੱਜ ਪਤਾ ਲੱਗਿਆ ਕਿ ਐਸੈਂਸ਼ੀਅਲ ਵਰਕਰਸ ਨੂੰ ਅੱਜ 3 ਬਿਲੀਅਨ ਦੇ ਕਰੀਬ ਜਿਹੜਾ ਉਹ ਬੂਸਟ ਮਿਲੀ ਹੈ ਇਸ ਫੀਲਡ ਨੂੰ ਜੀ। ਤੇ ਆਪਾਂ ਗੱਲਬਾਤ ਕਰਦੇ ਹਾਂ ਜੀ, ਇਹਦੇ ਬਾਰੇ ਵੀ ਗੱਲਬਾਤ ਕਰਾਂਗੇ, ਤੇ ਨਾਜੀ ਨੂੰ ਕਵਾਂਗੇ ਜ਼ਰੂਰ ਇਹ ਮੁੱਦੇ ਜਿਹੜੇ ਅੱਗੇ ਤੱਕ ਪਹੁੰਚਾਏ ਜਾਣ, ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ। ਬਿਲਕੁਲ ਜੀ, ਹਾਂਜੀ ਪਲੀਜ਼ ਇਹ ਤੁਸੀਂ ਦੱਸਿਓ ਨਾ ਸੀ, ਬਿਲਕੁਲ ਜੇ ਇਹਨਾਂ ਦੀ ਹਲੇ ਤੇ ਹੀ ਸਵੇਰੇ ਵੀ ਡਗਫੋਰਡ ਦੀ ਗੱਲ ਸੁਣੀ ਸੀ ਨਾ, ਆਪਣੇ ਕੋਈ ਗੱਲ ਨਹੀਂ ਕੁਛ ਨਹੀਂ, ਅਸੀਂ ਰੋਜ਼ ਵੇਟ ਕਰਦੇ ਹਾਂ। ਬਿਲਕੁਲ ਜੀ ਸਰ, ਇਹ ਮੁੱਦਾ ਜ਼ਰੂਰ ਚੁੱਕਿਆ ਜਾਏਗਾ। ਥੈਂਕ ਯੂ ਸੋ ਮਚ, ਤੁਸੀਂ ਕਾਲ ਕੀਤੀ ਹੈ ਜੀ। ਨਾਜੀ, ਆਪਾਂ ਗੱਲਬਾਤ ਹਮੇਸ਼ਾ ਕਰਦੇ ਹਾਂ ਐਮਪੀਸ ਨਾਲ, ਐਮਪੀਪੀਸ ਨਾਲ, ਤੇ ਸਾਨੂੰ ਵੀ ਇਹੀ ਭਰੋਸਾ ਦਿਵਾਇਆ ਜਾਂਦਾ ਹੈ ਕਿ ਇਹਨਾਂ ਗੱਲਾਂ ਨੂੰ ਅੱਗੇ ਤੱਕ ਪਹੁੰਚਾਇਆ ਜਾਏਗਾ। ਲਾਈਫ ਉਹਨਾਂ ਦੀ ਗੱਲ ਕਰ ਰਿਹਾ ਕਿ ਲਾਈਫ ਲੈਬ ਵਿੱਚ ਉਹਨਾਂ ਦੇ ਵਾਈਫ ਕੰਮ ਕਰ ਰਹੇ ਨੇ, ਤੇ ਹਜੇ ਤੱਕ ਕੋਈ ਵੇਜ ਇਨਕਰੀਜ਼ ਨਹੀਂ ਹੋਈ। ਦੇਖੋ, ਸਾਡੀਆਂ ਸਰਕਾਰਾਂ ਨੇ ਬਹੁਤ ਕੋਸ਼ਿਸ਼ ਕੀਤੀ ਹੈ, ਬਹੁਤ ਕੋਸ਼ਿਸ਼ ਕਰ ਰਹੀਆਂ ਹਜੇ ਵੀ। ਜਦੋਂ ਵੀ ਅਸੀਂ ਕਿਸੇ ਨੂੰ ਗੱਲ ਕਰਦੇ ਹਾਂ, ਉਹ ਕਹਿੰਦੇ ਹਲੇ ਗੱਲ ਖਤਮ ਨਹੀਂ ਹੋਈ। ਹਾਂ, ਸੱਚ ਮੈਂ ਹੋਰ ਯਾਦ ਕਰਾ ਦਿਆਂ, ਇਹਦੇ ਨਾਲ ਦੀ ਗੱਲ ਹੀ ਆ, ਜਿਹੜਾ CERB ਹੈਗਾ, ਜਿਹੜਾ $2000 ਮਿਲ ਰਿਹਾ ਹੈਗਾ, ਇਹ 4 ਮਹੀਨੇ ਵਾਸਤੇ ਹੀ ਆ। ਪਰ ਜਿਹੜੇ ਸਾਡੇ ਟ੍ਰੇਜਰੀ ਬੋਰਡ ਦੇ ਪ੍ਰੈਜ਼ੀਡੈਂਟ ਨੇ, ਬਹੁਤ ਵੱਡਾ ਕੰਮ ਹੁੰਦਾ ਜੀ ਉਹਨਾਂ ਦਾ, ਜਿਹੜੇ ਸਾਡੇ ਟ੍ਰੇਜਰੀ ਬੋਰਡ ਦੇ, ਮੇਰੀ ਆਵਾਜ਼ ਆ ਰਹੀ ਹੈ? ਜੀ ਜੀ ਬਿਲਕੁਲ। ਜਿਹੜੇ ਟ੍ਰੇਜਰੀ ਬੋਰਡ ਦੇ ਪ੍ਰੈਜ਼ੀਡੈਂਟ ਨੇ, ਅੱਜ ਉਹਨਾਂ ਨੇ ਇਹ ਗੱਲ ਕਹੀ ਹੈ, ਸ਼ਾਇਦ ਪੱਕੀ ਨਹੀਂ ਆ, 100% ਨਹੀਂ ਆ, ਪਰ ਮੈਂ ਤੁਹਾਨੂੰ ਦੱਸ ਰਿਹਾ, ਮੈਂ ਜਿੰਨੀ ਕੁ ਉਹਨਾਂ ਦੀ ਮੈਨੂੰ ਗੱਲ ਸਮਝ ਆਈ ਆ, ਸ਼ਾਇਦ ਇਹ ਐਕਸਟੈਂਡ ਹੋ ਜਾਵੇ, ਜਿਹੜੀ ਇਹ $2000 ਹੈਗਾ, ਹੋ ਸਕਦਾ ਕੁਝ ਮਹੀਨਿਆਂ ਵਾਸਤੇ ਹੋਰ ਵੀ, ਜੇ ਹਾਲਾਤ ਇਉਂ ਹੋਏ ਰਹਿੰਦੇ ਨੇ। ਅੱਜ ਟ੍ਰੇਜਰੀ ਬੋਰਡ ਦੇ ਪ੍ਰੈਜ਼ੀਡੈਂਟ ਨੇ ਇਹ ਗੱਲ ਕਹੀ ਹੈ। ਟ੍ਰੇਜਰੀ ਬੋਰਡ ਦਾ
ਜਿਹੜਾ ਪ੍ਰੈਜ਼ੀਡੈਂਟ ਹੋਣਾ ਉਹ ਫਾਈਨੈਂਸ ਮਿਨਿਸਟਰ ਦੇ ਹੇਠਾਂ ਕੰਮ ਕਰਦੇ ਆ ਜੀ। ਸੋ ਬੜਾ ਵੱਡਾ ਉਹਦਾ ਹੈ ਤੇ ਇਹ ਬੜੀ ਵੱਡੀ ਸਟੇਟਮੈਂਟ ਹੈ ਜੀ। ਜੀ ਬਿਲਕੁਲ ਸਰ, ਮਾਹੌਲ ਇਹ ਜਿਹਾ ਬਣ ਚੁੱਕਿਆ ਹੈ ਕਿ ਜਿਹੜੇ ਖਾਸ ਤੌਰ ਤੇ ਸਾਡੇ ਬਜ਼ੁਰਗ ਨੇ 올ਡ ਏਜ ਹੋਮ ਵਿੱਚ ਰਹਿੰਦੇ ਨੇ, ਉਹ ਮਹੀਨਾ ਬਾਅਦ ਉਹਨਾਂ ਦੀਆਂ ਫੈਮਿਲੀਜ਼ ਜਾਂਦੀਆਂ ਸੀ, ਉਹਨਾਂ ਨੂੰ ਮਿਲ ਕੇ ਆਉਂਦੀਆਂ ਸੀ, ਉਹਨਾਂ ਨਾਲ ਗੱਲਬਾਤ ਕਰਦੀਆਂ ਸੀ, ਪਰ ਇਸ ਵੇਲੇ ਉਹ ਬਹੁਤ ਜ਼ਿਆਦਾ ਇਕੱਲੇ ਹੋਏ ਪਏ ਨੇ ਤੇ ਜਿਹੜੀਆਂ ਉਹਨਾਂ ਦੀਆਂ ਫੈਮਿਲੀਜ਼ ਨੇ, ਉਹਨਾਂ ਦੇ ਬੱਚੇ ਨੇ, ਉਹਨਾਂ ਨੂੰ ਮਿਲਣਾ ਚਾਹੁੰਦੇ ਨੇ। ਤੇ ਇਸ ਦੇ ਬਾਰੇ ਵਿੱਚ ਕੋਈ ਜ਼ਰੂਰ ਦੱਸਿਓ ਕਿਉਂਕਿ ਬਹੁਤ ਔਖਾ ਸਮਾਂ ਚੱਲ ਰਿਹਾ ਇਸ ਵੇਲੇ। ਇਹ ਨਾ ਜਿਹੜੀ ਆਪਾਂ ਗੱਲ ਕਰਨ ਜਾ ਰਹੇ ਹਾਂ ਇਹ ਬਿਲਕੁਲ ਫਿਲਮੀ ਸਟੋਰੀ ਹੈ। ਇੱਕ ਬੇਟਾ ਹੈ, ਉਹਦੀ ਮਦਰ ਇਹ ਜਿਹੜਾ 올ਡ ਏਜ ਹੋਮ ਹੈ ਉੱਥੇ ਹੈ, ਉਹਨੂੰ ਮਿਲ ਨਹੀਂ ਸਕਦਾ ਕਿਉਂਕਿ ਸਾਰੇ ਬੈਨ ਕੀਤੇ ਹੋਏ ਨੇ। ਉਹਨੇ ਆਪਣੀ ਉਹ ਜੌਬ ਜਿਹੜੀ ਵੀ ਕਰਦਾ ਸੀਗਾ, ਉਹ ਟਾਈਪ ਆਫ ਇੰਡੀਪੈਂਡੈਂਟ ਜੌਬ ਸੀ ਉਹਦੀ ਆਪਦੀ ਜੀ, ਉਹਨੇ ਉਹ ਜੌਬ ਛੱਡ ਦਿੱਤੀ ਹੈ। ਉਹਨੇ ਉਸ ਸੈਂਟਰ ਦੇ ਵਿੱਚ ਜਾ ਕੇ ਜੌਬ ਨੂੰ ਅਪਲਾਈ ਕੀਤਾ। ਅੱਜ ਕੱਲ ਜੌਬਾਂ ਦੀ ਲੋੜ ਹੈਗੀ ਆ, ਉਹਨੂੰ ਉੱਥੇ ਜੌਬ ਮਿਲ ਗਈ। ਉਹ ਉੱਥੇ ਜਾ ਕੇ ਇਉਂ ਨਹੀਂ ਆ ਵੀ ਆਪਦੀ ਮਾਂ ਦੀ ਸੇਵਾ ਹੀ ਕਰ ਰਿਹਾ, ਉਸ ਥਾਂ ਦੇ ਵਿੱਚ ਕੰਮ ਕਰ ਰਿਹਾ ਤੇ ਆਪਦੀ ਮਾਂ ਨੂੰ ਮਿਲਿਆ। ਉਹਦੀ ਮਦਰ ਨੂੰ ਦੱਸਿਆ ਨਹੀਂ ਉਹਨੇ ਕਿ ਮੈਂ ਇੱਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਹ ਆਪਣੀ ਮਦਰ ਦਾ ਲੰਚ ਲੈ ਕੇ ਗਿਆ, ਉਹਦੀ ਮਦਰ ਨੂੰ ਉਹਦੀ ਪਛਾਣ ਆਈ ਤੇ ਹੁਣ ਉਹ ਉਹਦੇ ਵਿੱਚ ਕੰਮ ਕਰ ਰਿਹਾ ਤੇ ਜਿਹੜੇ ਬਾਕੀ ਦੇ ਸੀਨੀਅਰਸ ਆ ਉਹਨਾਂ ਨੂੰ ਵੀ ਉਵੇਂ ਹੀ ਟਰੀਟ ਕਰ ਰਿਹਾ ਜਿਵੇਂ ਆਪਣੀ ਮਦਰ ਨੂੰ ਟਰੀਟ ਕਰ ਰਿਹਾ। ਔਰ ਇਹ ਇੱਕ ਚੰਗੀ ਗੱਲ ਆ ਜੇ ਅਸੀਂ ਕਿਸੇ ਨੂੰ ਆਪਦੀ ਮਦਰ ਨੂੰ ਮਿਲਣ ਦਾ ਉਹਨੇ ਬੜਾ ਵਧੀਆ ਢੰਗ ਲੱਭਿਆ ਜੀ, ਨਾਲੇ ਸੇਵਾ ਵੀ ਕਰ ਸਕਦਾ ਨਾਲੇ ਹੋਰਾਂ ਦੀ ਵੀ ਸੇਵਾ ਕਰ ਰਿਹਾ ਜੀ। ਬਿਲਕੁਲ ਦੀ ਗੱਲ ਹੈ ਜੀ। ਬਿਲਕੁਲ ਸਰ, ਇੱਥੇ ਵੀ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ 올ਡ ਏਜ ਹੋਮ ਦੇ ਵਿੱਚ ਸਗੋਂ ਮਾਸਕ ਤੇ ਸੈਨੀਟਾਈਜ਼ਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਹਾਂਜੀ, ਦੇਖੋ ਲੋਕਾਂ ਦੀ ਕਿੱਥੇ ਤੱਕ ਲੋਕ ਜਾ ਸਕਦੇ ਨੇ। ਮਾਸਕ ਚੋਰੀ ਕੀਤੇ ਨੇ ਜੀ, ਸੈਨੀਟਾਈਜ਼ਰ ਚੋਰੀ ਕੀਤੇ ਨੇ ਔਰ ਕਈ ਹਜ਼ਾਰ ਨੇ। ਇਹ ਉਹ ਨਹੀਂ 2 4 5 7 10 ਚੱਕ ਲਏ ਹੋਣਗੇ, ਉਹਨੇ ਕਈ ਹਜ਼ਾਰ ਇੱਥੋਂ ਚੋਰੀ ਕੀਤੇ ਨੇ ਜੀ। ਤੇ ਹੁਣ ਬੰਦਿਆਂ 2 ਕੈਮਰੇ ਉੱਤੇ ਆ ਗਏ ਨੇ ਜੀ। ਇੱਕ ਬੰਦਾ ਦੀ ਪਛਾਣ ਕਰ ਲਈ ਗਈ ਹੈ, ਦੂਜੇ ਦੀ ਹਜੇ ਹੋਈ ਨਹੀਂ ਹੈ। ਅਖੀਰ ਉਹ ਫੜੇ ਜਾਣਗੇ। ਵਿੱਚ ਅਜਿਹੀਆਂ ਚੀਜ਼ਾਂ ਚੋਰੀ ਕਰਨੀਆਂ ਅੱਜ ਕੱਲ ਜਿਨ੍ਹਾਂ ਦੀ ਜ਼ਰੂਰਤ ਹੈਗੀ ਹੈ, ਥਾਂ ਥਾਂ ਤੇ ਲੋੜ ਹੈਗੀ ਹੈ, ਤੇ ਕੋਈ ਬਹੁਤ ਹੀ ਚੰਗੀ ਕਰਨੀ ਆ, ਪਰ ਪਤਾ ਨਹੀਂ ਲੋਕ ਕਿੱਥੇ ਤੱਕ ਜਾਂਦੇ ਨੇ। ਖਬਰ ਉਹਨਾਂ ਦਾ ਬਲੈਕ ਮਾਰਕੀਟ ਵੇਚਣ ਦਾ ਕੋਈ ਇਰਾਦਾ ਹੋਵੇ ਜਾਂ ਹੋ ਸਕਦਾ ਉਹਨਾਂ ਨੂੰ ਜ਼ਰੂਰਤ ਹੋਵੇ, ਪਰ ਜ਼ਰੂਰਤ ਹਜ਼ਾਰਾਂ ਦੀ ਲੋੜ ਨਹੀਂ ਪੈਂਦੀ ਹੁੰਦੀ, ਥੋੜਾ ਦੀ ਲੋੜ ਹੁੰਦੀ ਹੈ। ਬਿਲਕੁਲ ਜੀ। ਤੇ ਹੁਣ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਸਮਾਂ ਲਗਭਗ ਇਜਾਜ਼ਤ ਲੈਣ ਦਾ ਹੋ ਰਿਹਾ ਤੇ ਫਲਾਈਟਸ ਨੂੰ ਲੈ ਕੇ ਜਿਵੇਂ ਕੋਈ ਅਪਡੇਸ਼ਨ ਹੁੰਦੀ ਹੈ, ਪਹਿਲੀ ਫਲਾਈਟ ਕਦੋਂ ਰਵਾਨਾ ਹੋ ਰਹੀ ਹੈ ਤੇ ਕਦੋਂ ਤੱਕ ਇਹ ਡੈਸਟੀਨੇਸ਼ਨ ਤੇ ਪਹੁੰਚਦੀ ਹੈ, ਕੱਲ ਨੂੰ 6 ਵਜੇ ਅਸੀਂ ਫਿਰ ਡਿਸਕਸ ਕਰਾਂਗੇ। ਤੁਹਾਡੇ ਕੋਈ ਸਵਾਲ ਹੈਗੇ ਜਾਂ ਤੁਹਾਡੀ ਕੋਈ ਰਾਏ, ਕੋਈ ਮਸ਼ਵਰਾ ਹੈਗਾ ਜਾਂ ਤੁਹਾਨੂੰ ਕੋਈ ਪਰੇਸ਼ਾਨੀਆਂ ਦਾ ਸਾਹਮਣਾ ਤੁਸੀਂ ਕਰ ਰਹੇ ਹੋ ਆਪਣੀ ਜੌਬ ਨੂੰ ਲੈ ਕੇ, ਤਾਂ ਸਾਨੂੰ ਪ੍ਰੋਗਰਾਮ ਵਿੱਚ ਕਾਲ ਜ਼ਰੂਰ ਕਰਕੇ ਦੱਸੋ ਤਾਂ ਕਿ ਤੁਹਾਡੇ ਮੁੱਦੇ ਜਿਹੜੇ ਅਸੀਂ ਉੱਪਰ ਤੱਕ ਪਹੁੰਚਾ ਸਕੀਏ ਤੇ ਸਰਕਾਰਾਂ ਇਹਨਾਂ ਮੁੱਦਿਆਂ ਦੇ ਹੱਲ ਲਈ ਕੋਈ ਠੋਸ ਕਦਮ ਚੁੱਕ ਸਕਣ। ਪਰ ਇੱਕ ਲਾਸਟ ਕਾਲਰ ਨੇ ਤੇ ਇਹਨਾਂ ਦੀ ਅਸੀਂ ਕਾਲ ਲੈ ਲੈਂਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ ਦੱਸੋ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੇਰਾ ਸਰ ਇੱਕ ਸਵਾਲ ਸੀਗਾ। ਕਾਫੀ ਸਮੇਂ ਤੋਂ ਆਪਣੇ ਜਿਹੜੇ ਕੈਨੇਡੀਅਨ ਸਿਟੀਜ਼ਨ ਨੂੰ ਗਵਰਨਮੈਂਟ ਲਿਆ ਰਹੀ ਹੈ ਉੱਥੋਂ, ਜਿਹੜੇ ਕੋ ਪੀਆਰ ਉੱਥੇ ਸਟਕ ਹੋਇਆ, ਉਹਨਾਂ ਦਾ ਕਿਸੇ ਵੀ ਐਮਪੀ ਨੂੰ ਪੁੱਛ ਲਓ, ਕਿਸੇ ਨੇ ਕੋਈ ਲੱਖਾਂ ਵਗੈਰਾ ਦੀ ਕੋਈ ਸਮਝਾਓਗੇ ਜਾਂ ਨਹੀਂ ਲਿਆਓਗੇ, ਕਿਉਂਕਿ ਗਵਰਨਮੈਂਟ ਨੂੰ ਇਹ ਚਾਹੀਦਾ ਸੀ ਮੀਡੀਆ ਨੂੰ ਆਪਣੇ ਐਮਪੀ ਨੂੰ ਜਾਂ ਕਿਸੇ ਵੀ ਮਿਨਿਸਟਰ ਨੂੰ ਸਵਾਲ ਕਰਦੇ ਵੀ ਲਿਆਉਣਾ ਤਾਂ ਸਾਰੇ ਨੂੰ ਇਕੱਠੇ ਲਿਆਓ। ਔਰ ਜੇ ਪੀਆਰ ਉਹ ਕੋਲ ਖੇਲੀ ਤੇ ਰਹਿ ਰਹੇ ਉਹ ਕੰਮ ਕਰਦੇ ਆ, ਉਹਨਾਂ ਕੋਲ ਸਾਰਾ ਕੁਝ ਘਰ ਹੈ, ਇੱਥੇ ਸਟਾਫ ਹੋ ਜਾ ਵੀ ਹੁਣ ਪ੍ਰੋਬਲਮ ਆ। ਕਿਤੇ ਕੋਈ ਮੇਰੀ ਵਾਈਫ ਤੇ 2 ਮਹੀਨੇ ਹੋ ਗਏ ਜੀ, ਬੱਚੇ ਇੱਥੇ ਮੇਰੇ ਕੋਲ ਆ ਤੇ ਮੈਂ ਵੀ ਕਿਸੇ ਪਾਸੇ ਜਾਣ ਜੋਗਾ ਨਹੀਂ ਜੀ। ਜੀ ਬਿਲਕੁਲ। ਐਮਪੀ ਨੂੰ ਕੀਤਾ, ਕੋਈ ਇਸ ਗੱਲ ਦਾ ਜਵਾਬ ਨਹੀਂ ਦੇ ਰਿਹਾ ਜੀ ਕਿ ਅਸੀਂ ਉਹੀ ਕਹਿ ਰਹੇ ਆਪਣਾ ਸਿਟੀਜ਼ਨ ਜਾਵਾਂਗੇ, ਸਿਟੀਜ਼ਨ ਨੂੰ ਜਿਹੜਾ ਵਾਧੂ ਟੈਕਸ ਦੇ ਰਹੇ ਬੱਚਿਆਂ ਨਾਲ। ਬਿਲਕੁਲ ਸਰ, ਇਸ ਮੁੱਦੇ ਬਾਰੇ ਅਸੀਂ ਵੀ ਬਾਰ-ਬਾਰ ਗੱਲਬਾਤ ਕੀਤੀ ਹੈ। ਇਹ ਮੁੱਦਾ ਚੁੱਕਿਆ ਗਿਆ ਵਾ ਕਿ ਸਿਟੀਜ਼ਨਸ ਨਾਲ ਪੀਆਰਸ ਹੋਲਡਰ ਜਿਹੜੇ ਨੇ ਕਦੋਂ ਤੱਕ ਆ ਸਕਦੇ ਨੇ। ਕਈ ਤਾਂ ਪੀਆਰ ਹੋਲਡਰ ਅਜਿਹੇ ਆ ਰਹੇ ਨੇ ਜਿਨ੍ਹਾਂ ਦੇ ਨਾਲ ਬੱਚੇ ਹੈਗੇ ਨੇ, ਬੱਚੇ ਸਿਟੀਜ਼ਨ ਨੇ, ਬਾਕੀ ਪੀਆਰ ਹੋਲਡਰਸ ਕਦੋਂ ਤੱਕ ਕਰਨਗੇ? ਜੀ ਕੋਈ ਇਦਾਂ ਦੇ ਗਏ ਆ ਤੇ ਹੈਲਥ ਇਸ਼ੂ ਆ, ਕੋਈ ਮੈਡੀਕੇਸ਼ਨ ਚੱਲ ਰਹੀ ਹੈ, ਕੋਈ ਮੈਡੀਕੇਸ਼ਨ ਮਿਲ ਨਹੀਂ ਰਹੀ। ਬਿਲਕੁਲ ਜੀ ਸਰ। ਹਾਂਜੀ, ਇਹਨਾਂ ਚਾਹੀਦਾ ਜੀ ਸਾਰਿਆਂ ਨੂੰ ਸੇਮ ਲੋਕ ਇਕੱਠੇ ਹੋਣ। ਬਿਲਕੁਲ ਪ੍ਰੈਸ਼ਰ ਜੀ। ਬਿਲਕੁਲ ਸਰ, ਤੁਸੀਂ ਜਵਾਬ ਦਿਓ। ਸਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ। ਚਾਹੁੰਦਾ ਜੀ ਹੋ ਸਕਦਾ ਇਹਨਾਂ ਨੂੰ ਮੇਰਾ ਜਵਾਬ ਚੰਗਾ ਨਾ ਲੱਗੇ। ਜਿਹੜੇ ਪੀਆਰ ਨੇ ਉਹ ਕੈਨੇਡਾ ਦੇ ਸਿਟੀਜ਼ਨ ਨਹੀਂ ਹੈ, ਔਰ ਕਈ ਪੀਆਰ ਐਸੇ ਨੇ ਜਿਨ੍ਹਾਂ ਦਾ ਹਲੇ ਇੱਥੇ ਉਹਨਾਂ ਸਮਾਂ ਨਹੀਂ ਹੋਇਆ ਕਿ ਉਹ ਅਪਲਾਈ ਕਰ ਸਕਣ ਸਿਟੀਜ਼ਨਸ਼ਿਪ ਵਾਸਤੇ। ਕਈ ਪੀਆਰ ਇੱਥੇ ਐਸੇ ਨੇ ਜਿਹੜੇ ਸਾਰੀ ਉਮਰ ਪੀਆਰ ਹੀ ਰਹਿੰਦੇ ਆ, ਉਹ ਟੈਕਸ ਦਿੰਦੇ ਆ, ਦੈਟਸ ਫਾਈਨ, ਉਹ ਇੱਥੇ ਰਹਿੰਦੇ ਆ, ਇੱਥੋਂ ਖਾਂਦੇ ਆ, ਇੱਥੇ ਪੀਂਦੇ ਆ, ਇੱਥੇ ਕੰਮ ਕਰਦੇ ਆ, ਇੱਥੇ ਟੈਕਸ ਦਿੰਦੇ ਆ, ਉਹਨਾਂ ਦਾ ਬਣਦਾ ਇਸ ਕੰਟਰੀ 'ਚ ਰਹਿੰਦੇ ਆ, ਪਰ ਉਹਨਾਂ ਦੇ ਚੋਜ਼ ਨਾਟ ਟੂ ਹੈਵ ਅ ਸਿਟੀਜ਼ਨਸ਼ਿਪ ਆਫ ਦਿਸ ਕੰਟਰੀ। ਜੇ ਉੱਥੋਂ ਦੇ ਸਿਟੀਜ਼ਨਸ਼ਿਪ ਦੀ ਉੱਥੋਂ 2 ਫਾਇਦੇ ਲੈ ਰਹੇ ਨੇ, ਉਹ ਪਿੱਛੇ ਦੇ ਵੀ ਫਾਇਦੇ ਲੈ ਰਹੇ ਨੇ, ਉਹ ਇੱਥੇ ਦੇ ਵੀ ਫਾਇਦੇ ਲੈ ਰਹੇ ਨੇ, ਤੇ ਹੁਣ ਉਹ ਸਾਡੇ ਇੱਥੇ ਐਮਪੀਜ਼ ਨੂੰ ਕਹਿ ਰਹੇ ਨੇ ਕਿ ਤੁਸੀਂ ਐਮਪੀਜ਼ ਇਹ ਗੱਲ ਸਿੱਧੀ ਕਹਿ ਨਹੀਂ ਸਕਦੇ। ਉਹ ਇੱਥੇ ਮੈਂ ਐਮਪੀਜ਼ ਨੂੰ ਕਹਿੰਦੇ ਸਾਨੂੰ ਵੀ ਲੈ ਕੇ ਆਓ ਭਾਈ, ਪਹਿਲਾਂ ਸਿਟੀਜ਼ਨ ਆਏਗਾ,
ਬਿਲਕੁਲ ਉਵੇਂ ਜਿਵੇਂ ਗਵਰਨਮੈਂਟ ਆਫ ਇੰਡੀਆ ਆਪਦੇ ਸਿਟੀਜ਼ਨ ਹੋਈ ਵਾਪਸ ਲੈ ਕੇ ਜਾ ਰਹੀ ਹੈ। ਉਹ ਉੱਥੇ ਜਿਨ੍ਹਾਂ ਲੋਕਾਂ ਨੂੰ ਉੱਥੋਂ ਦਾ ਵੀਜ਼ਾ ਮਿਲਿਆ ਹੋਇਆ ਉਹਨਾਂ ਨੂੰ ਉਹ ਲੈ ਕੇ ਨਹੀਂ ਜਾ ਰਹੀ, ਸਿਰਫ ਆਪਦੇ ਸਿਟੀਜ਼ਨ ਨੂੰ ਲੈ ਕੇ ਜਾ ਰਹੀ ਹੈ। ਐਵੇਂ ਸਾਡੀ ਜਿਹੜੀ ਗਵਰਨਮੈਂਟ ਆ ਪਹਿਲਾਂ ਆਪਣੇ ਸਿਟੀਜ਼ਨ ਨੂੰ ਲੈ ਕੇ ਆਏਗੀ। ਪੀਆਰ ਦਾ ਉਹ ਵਾਅਦਾ ਕਰ ਰਿਹਾ, ਉਹ ਚੰਗੀ ਗੱਲ ਹੈ। ਉਹਨਾਂ ਨੇ ਇਹ ਨਹੀਂ ਕਿਹਾ ਸੀ ਨਹੀਂ ਲੈ ਕੇ ਆਉਣੇ, ਲੈ ਕੇ ਆਉਣਗੇ, ਪਰ ਬਾਅਦ ਚ ਲੈ ਕੇ ਆਉਣਗੇ। ਵਾਰੀ ਪੀਆਰ ਦੀ ਬਾਅਦ ਚ ਆਏਗੀ। ਇੱਕ ਉਹਨਾਂ ਨੇ ਐਗਜ਼ੈਂਪਸ਼ਨ ਦਿੱਤੀ ਹੈ, ਜੇ ਪੀਆਰ ਦੇ ਨਾਲ ਸਿਟੀਜ਼ਨ ਦੇ ਨਾਲ ਕੋਈ ਪੀਆਰ ਹੈਗਾ ਉਹਦੀ ਹੈਲਪ ਕਰਨਾ ਚਾਹੁੰਦਾ ਉਹ ਆ ਸਕਦਾ ਹੈ। ਬਿਲਕੁਲ ਜੀ, ਉਹਨਾਂ ਦੀ ਆਪਦੀ ਚੋਇਸ ਹੈ ਜੀ। ਆਪਣੀ ਮਰਜ਼ੀ ਨਾਲ ਸਾਰੇ ਛੁੱਟੀਆਂ ਕੱਟਣ ਗਏ ਸੀ, ਆਪਣੀ ਮਰਜ਼ੀ ਨਾਲ ਗਏ ਸੀ। ਸਰਕਾਰ ਨੇ ਕਿਸੇ ਨੂੰ ਨਹੀਂ ਉੱਥੇ ਭੇਜਿਆ ਵੀ ਤੁਸੀਂ ਪਲੀਜ਼ ਜਾਓ, ਸਾਰੇ ਆਪਣੀ ਮਰਜ਼ੀ ਨਾਲ ਗਏ ਆ। ਇਨ ਦ ਮੀਨ ਟਾਈਮ ਇੰਡੀਆ ਨੇ ਫਲਾਈਟਾਂ ਬੰਦ ਕਰ ਦਿੱਤੀਆਂ। ਇਟਸ ਨਾਟ ਕੈਨੇਡੀਅਨ ਗਵਰਨਮੈਂਟ, ਆਈ ਐਮ ਨਾਟ ਡਿਫੈਂਡਿੰਗ ਕੈਨੇਡੀਅਨ ਗਵਰਨਮੈਂਟ, ਬਟ ਇਟਸ ਨਾਟ ਕੈਨੇਡੀਅਨ ਗਵਰਨਮੈਂਟਸ ਫਾਲਟ ਕਿ ਉੱਥੋਂ ਦੀਆਂ ਫਲਾਈਟਾਂ ਬੰਦ ਹੋ ਗਈਆਂ ਨੇ। ਸਰਕਾਰ ਹਲੇ ਵੀ ਕੋਸ਼ਿਸ਼ ਕਰ ਰਹੀ ਆ। ਹਾਂ, ਸਰਕਾਰ ਨੇ ਪੈਸੇ ਦਿੱਤੇ ਆ, ਤੁਹਾਨੂੰ ਪੁੱਗਦਾ ਆ ਜਾਓ, ਨਹੀਂ ਉਡੀਕੋ ਜਦੋਂ ਤੁਹਾਡੀਆਂ ਫਲਾਈਟਾਂ ਸਕੇਜੂਲ ਹੋਣਗੀਆਂ ਉੱਤੇ ਆ ਜਾਓ। ਬਿਲਕੁਲ ਜੀ, ਬੜਾ ਇੱਕ ਸਿੰਪਲ ਜਿਹਾ ਇਹ ਇੱਕ ਮੈਟਰ ਹੈ ਕਿ ਜਿਵੇਂ ਸਮਝੋ ਇੱਕ ਐਗਜ਼ਾਮਪਲ ਦੇ ਤੌਰ ਤੇ ਲਈਏ ਕਿ ਕਿਸੇ ਮੁਹੱਲੇ ਵਿੱਚ ਹੜ੍ਹ ਆ ਗਿਆ ਤੇ ਉੱਥੇ ਪਾਣੀ ਭਰ ਗਿਆ, ਵੱਖ-ਵੱਖ ਜਿਹੜੇ ਘਰ ਨੇ ਉਹ ਪਾਣੀ ਵਿੱਚ ਡੁੱਬ ਰਹੇ ਨੇ। ਸੋ ਇੱਕ ਕਿਸ਼ਤੀ ਭੇਜੀ ਗਈ ਆ। ਸੋ ਸਾਡੀ ਪਹਿਲ ਆਪਣੀ ਇਹੀ ਹੋਊਗੀ ਕਿ ਉਸ ਕਿਸ਼ਤੀ ਵਿੱਚ ਅਸੀਂ ਪਹਿਲਾਂ ਆਪਣੇ ਘਰ ਦੇ ਬੰਦਿਆਂ ਨੂੰ ਲੈ ਕੇ ਜਾਈਏ, ਉਸ ਤੋਂ ਬਾਅਦ ਜੇ ਉਹਦੇ ਵਿੱਚ ਜਗ੍ਹਾ ਬਚਦੀ ਅਸੀਂ ਆਪਣੇ ਗੁਆਂਢੀਆਂ ਨੂੰ ਬਿਠਾ ਲਈਏ। ਸੋ ਉਹੀ ਸਿਸਟਮ ਹੈ ਕਿ ਸਰਕਾਰ ਪਹਿਲਾਂ ਕੋਸ਼ਿਸ਼ ਕਰੀਏ ਕਿ ਆਪਣੇ ਨਾਗਰਿਕਾਂ ਨੂੰ ਲੈ ਕੇ ਆਈਏ, ਜਿਵੇਂ ਸੀਟਾਂ ਮਿਲਣਗੀਆਂ ਉਸ ਤੋਂ ਬਾਅਦ ਪੀਆਰ ਹੋਲਡਰਸ ਦੈਨ ਵੀਜ਼ਾ ਹੋਲਡਰਸ ਫਿਰ ਉਹਨਾਂ ਨੂੰ ਲਿਆਂਦਾ ਜਾਏਗਾ। ਪਰ ਤੁਹਾਡੇ ਜਿਹੜੇ ਸਵਾਲ ਨੇ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉੱਪਰ ਤੱਕ ਅਸੀਂ ਗੱਲਬਾਤ ਕਰ ਰਹੇ ਹਾਂ। ਜਿਵੇਂ ਹੀ ਸਿਟੀਜ਼ਨਸ ਦੇ ਨਾਲ ਅੱਗੇ ਮੈਟਰ ਹੁੰਦਾ ਆ, ਅੱਗੇ ਫਲਾਈਟਸ ਥੋੜ੍ਹੀਆਂ ਓਪਨ ਹੁੰਦੀਆਂ ਨੇ, ਭਾਰਤ ਸਰਕਾਰ ਪਰਮਿਸ਼ਨ ਦਿੰਦੀ ਆ ਤੇ ਨਾਲ ਦੀ ਨਾਲ ਫਿਰ ਪੀਆਰ ਹੋਲਡਰਸ ਤੇ ਬਾਕੀ ਵੀਜ਼ਾ ਹੋਲਡਰਸ ਨੂੰ ਲਿਆਉਣ ਦਾ ਕੰਮ ਵੀ ਸ਼ੁਰੂ ਹੋ ਜਾਏਗਾ। ਸੋ ਇਹ ਡਿਪੈਂਡ ਕਰਦਾ ਜੀ ਸਰਕਾਰਾਂ ਦਾ ਇੱਕ ਬਹੁਤ ਇਹ ਮਾਮਲੇ ਪੇਚੀਦਾ ਹੁੰਦੇ ਨੇ ਆਪਸ ਦੇ ਵਿੱਚ। ਜਿਵੇਂ ਪਰਮਿਸ਼ਨਸ ਮਿਲਦੀਆਂ ਨੇ ਅੱਗੇ ਦੀ ਅੱਗੇ ਉਹਨਾਂ ਦੀ ਪ੍ਰਾਇੋਰਟੀ ਉਸ ਅਕੋਰਡਿੰਗ ਬਣਦੀ ਜਾਂਦੀ ਹੈ। ਨਾ ਜੀ ਸਮਾਂ ਇਜਾਜ਼ਤ ਲੈਣ ਦਾ ਹੋ ਰਿਹਾ, ਪਰ ਅੱਜ ਦਾ ਰੋਚਕ ਤੱਥ ਸੁਣੇ ਬਿਨਾਂ ਨਹੀਂ ਜਾ ਸਕਦੇ। ਸਮਾਂ ਤਾਂ ਆਪਣਾ ਅੱਗੇ ਹੋਗਾ। ਅੱਜ ਮੈਂ ਛੋਟੀ ਗੱਲ ਸੁਣਾ ਦਿੰਦਾ। ਜਿਹੜਾ ਹਰਾ ਇਨਕਲਾਬ ਆਇਆ ਪੰਜਾਬ ਦੇ ਵਿੱਚ, ਉਹਦੇ ਵਿੱਚ ਉਸ ਵੇਲੇ ਮਸ਼ੀਨੀਕਰਨ ਆ ਗਿਆ ਸੀਗਾ, ਟਰੈਕਟਰਸ ਆ ਗਏ ਸੀਗੇ, ਨਵੇਂ ਬੀ ਆਏ ਸੀਗੇ। ਬੜੀ ਵੱਡੀ ਗੱਲ ਕੀਤੀ ਸੀਗੀ ਪ੍ਰਤਾਪ ਸਿੰਘ ਕਾਨੂੰ ਸਾਹਿਬ ਨੇ, ਉਸ ਵੇਲੇ ਚੀਫ ਮਿਨਿਸਟਰ ਸੀ, ਜਿਨ੍ਹਾਂ ਨੇ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਨੇ ਸੀਗੀ। ਇਹ 'ਚ ਬਹੁਤ ਤਰੱਕੀ ਹੋਈ ਆ। ਸਾਰਾ ਹਰਾ ਇਨਕਲਾਬ ਸਾਰਾ ਪੰਜਾਬ ਦੇ ਵਿੱਚ ਜਿੱਥੇ ਬਰਾਨੀ ਜ਼ਮੀਨਾਂ ਪਈਆਂ ਸਨ ਉੱਥੇ ਵੀ ਫਸਲਾਂ ਹੋਣ ਲੱਗ ਪਈਆਂ ਸਨ। ਉਹਦੇ 'ਚ ਪਾਣੀ ਦਾ ਬਹੁਤ ਵੱਡਾ ਮਹੱਤਵ ਸੀਗਾ। ਪਹਿਲਾਂ ਪਾਣੀ ਸੀ ਖੂਹ ਦੇ ਟੰਡਾਂ ਨਾਲ ਆਉਂਦਾ ਹੁੰਦਾ ਸੀ, ਬਹੁਤ ਥੋੜਾ ਪਾਣੀ ਨਿਕਲਦਾ ਸੀਗਾ। ਫਿਰ ਇੰਜਨ ਆ ਗਏ, ਬਿਜਲੀ ਬਾਅਦ 'ਚ ਆਏ, ਬਿਜਲੀ ਵਾਲੀਆਂ ਮੋਟਰਾਂ ਬਾਅਦ 'ਚ ਆਈਆਂ, ਇੰਜਨ ਆਏ। ਛੋਟਾ ਜਿਹਾ ਇੰਜਨ ਸੀਗਾ ਜਿਹੜਾ ਡੀਜ਼ਲ ਤੇ ਚੱਲਦਾ ਸੀਗਾ, ਉਹਨੂੰ ਪੀਟਰ ਇੰਜਨ ਕਹਿੰਦੇ ਆ। ਸਾਰੇ ਜਾਣੇ ਜਿਹੜੇ ਜਿੱਦਾਂ ਨੇ ਖੇਤੀ ਕੀਤੀ ਹੈ ਸਭ ਨੂੰ ਪਤਾ ਪੀਟਰ ਇੰਜਨ ਕੀ ਹੁੰਦਾ। ਉਹਦਾ ਨਾਮ ਐਕਚੁਅਲ ਕੀ ਸੀਗਾ, ਉਹ ਇੰਗਲੈਂਡ ਦੀ ਕੰਪਨੀ ਹੈ। ਇੰਗਲੈਂਡ ਦੀ ਕੰਪਨੀ ਨੇ ਉਹ ਬਣਾਇਆ ਸੀਗਾ। ਇੰਗਲੈਂਡ ਦੀ ਕੰਪਨੀ ਇਸ ਅਜਿਹੇ ਇੰਜਨ ਬਣਾਉਣ ਦੇ ਵਿੱਚ ਬਹੁਤ ਮਸ਼ਹੂਰ ਹੈ। ਇੱਕ ਤਾਂ ਇੰਜਨ ਉਹ ਹੁੰਦਾ ਜਿਹੜਾ ਕਾਰਾਂ ਦੇ ਵਿੱਚ ਲੱਗਦੇ ਆ, ਪਰ ਇਹ ਜਿਹੜੇ ਧਰਤੀ ਤੇ ਇੱਥੇ ਇੱਕ ਥਾਂ ਤੇ ਸਟੇਬਲ ਰਹਿੰਦਾ ਇੰਜਨ, ਉਹਦੇ 'ਚ ਬਣਾਉਣ ਦੀ ਬਹੁਤ ਮਾਹਰ ਕੰਪਨੀ ਹੈ। ਉਹਦਾ ਨਾਮ ਹੈ ਜੀ ਪੈਟਰਸ ਇੰਜਨ, ਪੀਟਰ ETTERS ਪੈਟਰਸ ਕੰਪਨੀ ਹੈ ਜੀ। ਉਸ ਤੋਂ ਅਸੀਂ ਪੈਟਰ ਤੋਂ ਪੀਟਰ ਬਣਾਤਾ ਤੇ ਹੁਣ ਤੱਕ ਉਹ ਪੀਟਰ ਇੰਜਨ ਹੀ ਚੱਲਿਆ। ਐਕਚੁਅਲ ਨੇਮ ਇਜ਼ ਪੈਟਰਸ। ਜਿਵੇਂ ਬਾਈਲਾਰਸ ਦਾ ਨਾਮ ਬਾਈਲਾਰਸ ਪਿਆ ਹੋਇਆ ਵਾ, ਉਹ ਟਰੈਕਟਰ ਦਾ ਨਾਮ ਥੋੜਾ ਜਿਹਾ ਆਪਣੀ ਪੰਜਾਬੀ ਲੈਂਗੁਏਜ ਹੋ ਜਾਂਦੀ ਹੈ। ਹਾਂ, ਤੁਸੀਂ ਜਿਹੜੀ ਬਾਈਲਾਰਸ ਦੀ ਗੱਲ ਕੀਤੀ ਹੈ ਜੀ, ਉਹਦਾ ਐਕਚੁਅਲ ਨੇਮ ਬੈਲਾਰੂਸ ਜੀ। ਬੈਲਾਰੂਸ ਹੈ। ਇਹ ਰਸ਼ੀਆ ਦਾ ਹੈਗਾ ਟਰੈਕਟਰ ਹੈ ਜੀ, ਤੇ ਅਸੀਂ ਉਹਨੂੰ ਬਾਈਲਾਰਸ ਕਹਿੰਦੇ ਹਾਂ। ਬਿਲਕੁਲ ਜੀ, ਥੈਂਕ ਯੂ ਸੋ ਮਚ ਸਰ, ਅੱਜ ਪ੍ਰੋਗਰਾਮ 'ਚ ਜੁੜੇ ਹੋ ਤੇ ਬਹੁਤ ਜਾਣਕਾਰੀ ਦਿੱਤੀ ਹੈ ਤੇ ਦਰਸ਼ਕਾਂ ਦੇ ਸਵਾਲਾਂ ਦੇ ਅਸੀਂ ਜਵਾਬ ਦਿੱਤੇ ਨੇ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਬਿਲਕੁਲ, ਤੇ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਪ੍ਰੋਗਰਾਮ ਅੱਜ ਦਾ ਇੱਥੇ ਹੀ ਸਮਾਪਤ ਹੋ ਰਿਹਾ ਤੇ ਕੱਲ ਨੂੰ ਫਿਰ ਹਾਜ਼ਰ ਹੋਵਾਂਗੇ ਲੈ ਕੇ ਫਲਾਈਟਸ ਦੇ ਬਾਰੇ ਵਿੱਚ ਹੋਰ ਅਪਡੇਸ਼ਨ ਤੇ ਨਾਲ ਐਮਪੀਸ ਨਾਲ ਗੱਲਬਾਤ ਕਰਾਂਗੇ। ਜਿਹੜੇ ਅੱਜ ਤੁਸੀਂ ਸਾਨੂੰ ਸਵਾਲ ਪੁੱਛੇ ਨੇ ਉਹ ਸਵਾਲ ਉਹਨਾਂ ਤੱਕ ਵੀ ਅਸੀਂ ਪਹੁੰਚਾਵਾਂਗੇ ਤੇ ਕੱਲ ਨੂੰ 3 ਵਜੇ ਹਾਜ਼ਰ ਹੋਵਾਂਗੇ। ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਜਾਣਕਾਰੀ ਲਵਾਂਗੇ, ਪੀਆਰ ਤੋਂ ਲੈ ਕੇ ਸਟੂਡੈਂਟਸ ਤੱਕ। ਜਿੰਨੇ ਤੁਹਾਡੀਆਂ ਪ੍ਰੋਬਲਮਸ ਹੈਗੀਆਂ, ਸਿਟੀਜ਼ਨਸ਼ਿਪ ਤੇ ਤੁਹਾਡੀ ਕੋਈ ਪ੍ਰੋਬਲਮ ਹੈਗੀ ਹੈ ਜਾਂ ਫਿਰ ਤੁਸੀਂ ਕੋਈ ਇੱਥੇ ਪਹੁੰਚੇ ਹੋਏ ਹੋ ਐਕਸਟੈਂਸ਼ਨ ਕਰਵਾਉਣਾ ਚਾਹੁੰਦੇ ਹੋ, ਸੋ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਜਾਣਕਾਰੀ ਹੈਗੀ ਹੈ, ਕੱਲ ਨੂੰ 3 ਤੋਂ ਲੈ ਕੇ 4 ਵਜੇ ਤੱਕ ਲਾਈਵ ਪ੍ਰੋਗਰਾਮ 'ਚ ਹਾਜ਼ਰ ਹੋਵਾਂਗੇ। ਇਸ ਤੋਂ ਇਲਾਵਾ 6 ਤੋਂ ਲੈ ਕੇ 7 ਵਜੇ ਤੱਕ ਦਾ ਟਾਈਮਿੰਗ ਤੁਹਾਨੂੰ ਪਤਾ ਹੀ ਹੈ ਨਾਚੀ ਨਾਲ। ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।